ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅੱਜ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 9ਵਾਂ ਪੰਨਾ ਨੰਬਰ 144 ਜਾਨਦਾਰ ਉਭਾਰ ਤੇ ਬੱਜਰ ਭੁੱਲਾਂ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 17 ਮਾਰਚ 1948 ਨੂੰ ਦਿੱਲੀ ਵਿਖੇ ਹੋਈ ਆਪਣੀ ਇੱਕ ਅਹਿਮ ਮੀਟਿੰਗ ਵਿੱਚ ਅਕਾਲੀ ਦਲ ਵੱਲੋਂ ਸਭ ਰਾਜਸੀ ਸਰਗਰਮੀਆਂ ਠੱਪ ਕਰ ਦੇਣ ਅਤੇ ਸਿੱਖ ਕੌਮ ਦੇ ਰਾਜਸੀ ਉਦੇਸ਼ਾਂ ਦੀ ਪੂਰਤੀ ਲਈ ਕਾਂਗਰਸੀ ਆਗੂਆਂ ਦੀ ਨੇਕ ਨੀਅਤੀ ਅਤੇ ਇਨਸਾਫ ਪਸੰਦੀ ਉੱਤੇ ਨਿਰਭਰ ਕਰਨ ਦਾ ਫੈਸਲਾ ਕਰ ਲਿਆ। ਮੀਟਿੰਗ ਦੁਆਰਾ ਪਾਸ ਕੀਤੇ ਮਤੇ ਅਨੁਸਾਰ ਕਾਂਗਰਸੀ ਪਾਰਟੀ ਨੇ 1929 ਚ ਪਾਸ ਕੀਤੇ ਆਪਣੇ ਮਤੇ ਉੱਤੇ ਅਮਲ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਸਿੱਖ ਹਿੱਤਾਂ ਦਾ ਖਿਆਲ ਰੱਖਣ ਦਾ ਨਿਸ਼ਚਾ ਦੁਹਰਾਇਆ ਹੈ ਅਤੇ ਘੱਟ ਗਿਣਤੀਆਂ ਬਾਰੇ ਕਮੇਟੀ ਦੀ ਉੱਚ ਪੱਧਰੀ ਸਬ ਕਮੇਟੀ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ, ਪੰਡਿਤ ਨਹਿਰੂ ਤੇ ਸਰਦਾਰ ਪਟੇਲ ਜਿਹੇ ਜ਼ਿੰਮੇਵਾਰ ਨੇਤਾ ਸ਼ਾਮਲ ਕੀਤੇ ਹਨ, ਜਿਨ੍ਹਾਂ ਦੀ ਨੇਕ ਨੀਅਤੀ ਤੇ ਇਨਸਾਫ ਪਸੰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਲੀ ਦਲ ਦੀ ਇਹ ਵਰਕਿੰਗ ਕਮੇਟੀ ਕਾਫੀ ਵਿਚਾਰ ਤੋਂ ਬਾਅਦ ਇਸ ਨਤੀਜੇ ਤੇ ਪੁੱਜੀ ਹੈ ਕਿ ਪੰਥਕ ਅਕਾਲੀ ਪਾਰਟੀ ਦੇ ਕੇਂਦਰ ਅਤੇ ਪੂਰਬੀ ਪੰਜਾਬ ਦੇ ਮੈਂਬਰ ਅਸੈਂਬਲੀ ਕਾਂਗਰਸ ਪਾਰਟੀ ਵਿੱਚ ਫੌਰਨ ਸ਼ਾਮਲ ਹੋ ਜਾਣ। ਇਸ ਮਤੇ ਤੋਂ 8 ਕੁ ਮਹੀਨੇ ਬਾਅਦ ਵਿਧਾਨ ਸਾਜ ਅਸੈਂਬਲੀ ਦੀ ਘੱਟ ਗਿਣਤੀਆਂ ਬਾਰੇ ਉੱਚ ਪੱਧਰੀ ਸਬ ਕਮੇਟੀ ਨੇ ਆਪਣੀ 23 ਨਵੰਬਰ 1948 ਦੀ ਰਿਪੋਰਟ ਵਿੱਚ ਸਿੱਖ ਕੌਮ ਪ੍ਰਤੀ ਆਪਣੀ ਨੇਕ ਨੀਅਤੀ ਤੇ ਇਨਸਾਫ ਪਸੰਦੀ ਦਾ ਇਸ ਤਰ੍ਹਾਂ ਪ੍ਰਗਟਾਵਾ ਕੀਤਾ। ਅਸੀਂ ਵੇਖਿਆ ਹੈ ਕਿ ਬੇਸ਼ੱਕ ਵੰਡ ਤੋਂ ਪਹਿਲਾਂ ਤੇ ਬਾਅਦ 'ਚ ਵੀ ਪੰਜਾਬ ਦੇ ਸਿੱਖਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਫਿਰ ਵੀ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਉਹਨਾਂ ਨੂੰ ਘੱਟ ਗਿਣਤੀ ਦੇ ਆਧਾਰ ਤੇ ਕੋਈ ਵਿਸ਼ੇਸ਼ ਅਧਿਕਾਰ ਦੇਣਾ ਉਚਿਤ ਨਹੀਂ। ਸਿਰਫ ਇੰਨਾ ਹੀ ਨਹੀਂ, ਅਕਾਲੀ ਆਗੂਆਂ ਨੇ ਕਾਂਗਰਸ ਦੇ ਜਿਨ੍ਹਾਂ ਨੇਤਾਵਾਂ ਦੀ ਨੇਕ ਨੀਅਤੀ ਤੇ ਇਨਸਾਫ ਪਸੰਦੀ ਉੱਤੇ ਅੰਨਾ ਵਿਸ਼ਵਾਸ ਕਰਦਿਆਂ ਹੋਇਆਂ ਆਪਣੇ ਰਾਜਸੀ ਹਥਿਆਰ ਅਕਾਲੀ ਦਲ ਨੂੰ ਉਹਨਾਂ ਦੇ ਕਦਮਾਂ ਤੇ ਢੇਰੀ ਕਰ ਦੇਣ ਦਾ ਆਤਮਘਾਤੀ ਫੈਸਲਾ ਕਰ ਲਿਆ ਸੀ। ਉਹ ਆਗੂ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਢਾਹ ਲਾਉਣ ਅਰਥਾਤ ਸਿੱਖ ਪੰਥ ਨੂੰ ਆਗੂ ਰਹਿਤ ਕਰਕੇ ਨਿਤਾਣਾ ਕਰ ਦੇਣ ਲਈ ਬੜੀਆਂ ਹੀ ਘਿਨਾਉਣੀਆਂ ਗੋਂਦਾਂ ਗੁੰਦ ਰਹੇ ਸਨ। ਨਹਿਰੂ ਤੇ ਪਟੇਲ ਵਿਚਕਾਰ ਹੋਏ ਚਿੱਠੀ ਪੱਤਰ ਤੋਂ ਉਹਨਾਂ ਦੀ ਨੇਕ ਨੀਅਤੀ ਤੇ ਇਨਸਾਫ ਪਸੰਦੀ ਦੀ ਜੋ ਤਸਵੀਰ ਉਗੜ ਕੇ ਸਾਹਮਣੇ ਆਉਂਦੀ ਹੈ, ਉਹ ਹਿੰਦੂ ਹਾਕਮਾਂ ਦੇ ਕਪਟੀ ਖਾਸੇ ਦਾ ਸਿੱਕੇਬੰਦ ਨਮੂਨਾ ਮੁਹੱਈਆ ਕਰਦੀ ਹੈ। 1950 ਵਿੱਚ ਆਲ ਇੰਡੀਆ ਨੈਸ਼ਨਲਿਸਟ ਸਿੱਖ ਪਾਰਟੀ ਨਾਂ ਦੀ ਇੱਕ ਫਰਜ਼ੀ ਜਥੇਬੰਦੀ ਹੋਂਦ ਵਿੱਚ ਆਈ, ਜਿਸ ਦਾ ਇੱਕਮਾਤਰ ਉਦੇਸ਼ ਅਕਾਲੀ ਦਲ ਤੇ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਜਿੰਨੀ ਹੋ ਸਕੇ ਢਾਹ ਲਾਉਣਾ ਸੀ। ਇਸ ਪਾਰਟੀ ਦਾ ਸਕੱਤਰ ਕਹਾਉਂਦੇ ਸੰਤੋਖ ਸਿੰਘ ਵਿਦਿਆਰਥੀ ਨਾਂ ਦੇ ਇੱਕ ਸ਼ਖਸ ਨੇ 30 ਜੁਲਾਈ 1950 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂ ਲਿਖੇ ਇੱਕ ਖੱਤ ਵਿੱਚ ਇਹ ਗੁਜ਼ਾਰਿਸ਼ ਕੀਤੀ ਕਿ ਸਰਕਾਰ ਵੱਲੋਂ ਸਿੱਖਾਂ ਅੰਦਰਲੇ ਨੈਸ਼ਨਲਿਸਟ ਤੱਤਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਜਾਵੇ। ਪੰਡਿਤ ਜੀ ਹੋਰਾਂ ਉਸੇ ਦਿਨ ਹੀ ਇਹ ਚਿੱਠੀ ਸਰਦਾਰ ਪਟੇਲ ਕੋਲ ਪਹੁੰਚਦੀ ਕਰ ਦਿੱਤੀ ਅਤੇ ਨਾਲ ਆਪਣੇ ਵੱਲੋਂ ਇੱਕ ਸਿਫਾਰਸ਼ੀ ਨੋਟ ਵੀ ਨੱਥੀ ਕਰ ਦਿੱਤਾ ਕਿ ਮੈਂ ਉਸ ਨੂੰ ਸੁਝਾਅ ਦਿੱਤਾ ਹੈ ਕਿ ਉਹ ਤੇ ਉਸਦੇ ਸਾਥੀ ਤੁਹਾਨੂੰ ਮਿਲਣ ਅਤੇ ਆਪਣਾ ਨੁਕਤਾ ਨਜ਼ਰ ਤੁਹਾਨੂੰ ਸਮਝਾ ਦੇਣ। ਉਸਨੇ ਜੋ ਕੁਝ ਚਿੱਠੀ 'ਚ ਲਿਖਿਆ ਹੈ ਉਸ ਵਿੱਚ ਕਾਫੀ ਤੰਤ ਹੈ। ਸਰਦਾਰ ਪਟੇਲ ਨੇ ਅਗਲੇ ਹੀ ਦਿਨ ਨਹਿਰੂ ਨੂੰ ਲਿਖੇ ਜਵਾਬ ਵਿੱਚ ਆਪਣੀਆਂ ਦਿਲੀ ਇੱਛਾਵਾਂ ਤੇ ਯੋਜਨਾਵਾਂ ਦਾ ਇਸ ਤਰ੍ਹਾਂ ਖੁਲਾਸਾ ਕੀਤਾ। ਸਵਾਲ ਇਹ ਹੈ ਕਿ ਉਸ ਦੇ ਭਾਵ ਸੰਤੋਖ ਸਿੰਘ ਵਿਦਿਆਰਥੀ ਤੇ ਉਸਦੇ ਨੈਸ਼ਨਲਿਸਟ ਸਿੱਖ ਦੋਸਤਾਂ ਦੇ ਪੱਲੇ ਵੀ ਕੁਝ ਹੈ ਕਿ ਨਹੀਂ ਅਤੇ ਉਹ ਕੁਝ ਕਰਨ ਜੋਗਰੇ ਵੀ ਹਨ ਜਾਂ ਨਹੀਂ। ਜਿੱਥੋਂ ਤੱਕ ਮੈਂ ਅਨੁਮਾਨ ਲਾ ਸਕਦਾ ਹਾਂ, ਉਹ ਕੁਝ ਕਰਨ ਜੋਗਰੇ ਨਹੀਂ। ਠੱਪੇ ਨਾ ਤੇ ਪ੍ਰੈਸ ਅੰਦਰ ਕਦੇ ਕਦਾਈ ਛਪਣ ਵਾਲੇ ਬਿਆਨਾਂ ਸਿਵਾ ਨੈਸ਼ਨਲਿਸਟ ਸਿੱਖ ਪਾਰਟੀ ਹੋਰ ਕੋਈ ਚੱਜ ਨਹੀਂ ਸਵਾਰ ਸਕੀ ਅਤੇ ਅਮਲੀ ਤੌਰ ਤੇ ਦੇਖਿਆ ਇਸ ਪਾਰਟੀ ਨੂੰ ਪ੍ਰਭਾਵਕਾਰੀ ਨਹੀਂ ਮੰਨਿਆ ਜਾ ਸਕਦਾ। ਮਾਸਟਰ ਤਾਰਾ ਸਿੰਘ ਦੀਆਂ ਸਰਗਰਮੀਆਂ ਦਾ ਮੋੜ ਅਜਿਹੀ ਪਾਰਟੀ ਨਹੀਂ ਦੇ ਸਕਦੀ। ਇਹ ਕੰਮ ਉਹਨਾਂ ਵੱਲੋਂ ਹੋਣਾ ਚਾਹੀਦਾ ਹੈ ਜੋ ਵੱਧ ਜਥੇਬੰਦ ਅਤੇ ਵਧੇਰੇ ਸਰਗਰਮ ਹਨ ਅਤੇ ਜਿਨ੍ਹਾਂ ਨੂੰ ਵੱਧ ਲੋਕਾਂ ਦਾ ਸਮਰਥਨ ਹਾਸਲ ਹੈ। ਮੈਂ ਕੁਝ ਸਰਕਰਦਾ ਅਖੌਤੀ ਪੰਥਕ ਸਿੱਖਾਂ ਜੋ ਕਾਂਗਰਸ ਪਾਰਟੀ ਦੇ ਮੈਂਬਰ ਹਨ ਨਾਲ ਪਹਿਲਾਂ ਹੀ ਗੱਲ ਕਰ ਚੁੱਕਾ ਹਾਂ ਤੇ ਲੱਗਦਾ ਹੈ ਕਿ ਉਹ ਮਾਸਟਰ ਤਾਰਾ ਸਿੰਘ ਦੇ ਖਿਲਾਫ ਨਿਸ਼ਚਿਤ ਪੈਂਤੜਾ ਅਖਤਿਆਰ ਕਰਨਗੇ। ਮੇਰੇ ਵਿਚਾਰ ਵਿੱਚ ਇਹ ਵਿਰੋਧੀ ਧੜਾ ਖੜਾ ਕਰਨਾ ਕਿਤੇ ਬਿਹਤਰ ਹੋਵੇਗਾ ਬਜਾਏ ਕਿ ਇਸ ਨੂੰ ਸਾਡੇ ਤੋਂ ਦੂਰ ਧੱਕ ਦਿੱਤਾ ਜਾਵੇ। ਇਹ ਮੈਂ ਮੰਨਦਾ ਹਾਂ ਕਿ ਇਹ ਖਤਰਾ ਸਹੇੜਨ ਵਾਲੀ ਗੱਲ ਹੈ, ਪਰ ਮੈਨੂੰ ਭਰੋਸਾ ਹੈ ਕਿ ਜੇਕਰ ਅਸੀਂ ਚੌਕੰਨੇ ਤੇ ਖਬਰਦਾਰ ਰਹੀਏ ਤਾਂ ਅਸੀਂ ਉਹਨਾਂ ਭਾਵ ਕਾਂਗਰਸ ਅੰਦਰਲੇ ਪੰਥਕ ਸਿੱਖਾਂ ਨੂੰ ਟਿਕਾਣੇ ਸਿਰ ਰੱਖ ਸਕਾਂਗੇ। ਸੋ ਇਹ ਸੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਾਹਿਬਾਨ ਦੇ ਮਨਾਂ ਅੰਦਰ ਸਿੱਖ ਪੰਥ ਬਾਰੇ
ਰਿੱਝ ਪੱਕ ਰਿਹਾ ਸੀ। ਅਕਾਲੀ ਆਗੂਆਂ ਦੀ ਨਾਦਾਨੀ ਉੱਤੇ ਹਾਸਾ ਵੀ ਆਉਂਦਾ ਹੈ ਤੇ ਰੋਣਾ ਵੀ ਕਿ ਉਹ ਉਹਨਾਂ ਸ਼ਖਸਾਂ ਦੀ ਨੇਕ ਨੀਅਤੀ ਤੇ ਇਨਸਾਫ ਪਸੰਦੀ ਉੱਤੇ ਭਰੋਸਾ ਕਰ ਰਹੇ ਸਨ ਜੋ ਖੁਦ ਉਹਨਾਂ ਦਾ ਘਾਤ ਕਰਨ ਲਈ ਪਿੱਠ ਪਿੱਛੇ ਛੁਰੀਆਂ ਤਿੱਖੀਆਂ ਕਰ ਰਹੇ ਸਨ। ਸਰਦਾਰ ਪਟੇਲ ਨੇ ਜਿਨ੍ਹਾਂ ਸਰਕਰਦਾ ਖੌਤੀ ਪੰਥਕ ਸਿੱਖਾਂ ਦਾ ਵੇਰਵਾ ਦਿੱਤਾ ਹੈ ਉਹ ਸਰਦਾਰ ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਤੇ ਈਸ਼ਰ ਸਿੰਘ ਮਝੈਲ ਹੋਰਾਂ ਤੋਂ ਬਿਨਾਂ ਕੋਈ ਹੋਰ ਨਹੀਂ ਸਨ ਜਿਨ੍ਹਾਂ ਨੂੰ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਢਾਹ ਲਾਉਣ ਦੇ ਉਦੇਸ਼ ਲਈ ਉਚੇਚੇ ਤੌਰ ਤੇ ਸ਼ਿੰਗਾਰਿਆ ਜਾ ਰਿਹਾ ਸੀ। ਕਾਂਗਰਸੀ ਹਾਕਮਾਂ ਦੁਆਰਾ ਲਿਖੀ ਸਕ੍ਰਿਪਟ ਦੇ ਅਨੁਸਾਰ ਆਪਣੀ ਅਦਾਕਾਰੀ ਨਿਭਾਉਂਦਿਆਂ ਇਹਨਾਂ ਸਰਕਰਦਾ ਪੰਥਕ ਆਗੂਆਂ ਨੇ ਪੰਜਾਬੀ ਸੂਬੇ ਦੀ ਮੰਗ ਵਿਰੁੱਧ ਖੁੱਲ੍ਹੇਆਮ ਬੋਲਣਾ ਸ਼ੁਰੂ ਕਰ ਦਿੱਤਾ ਹੋਇਆ ਸੀ। ਯਾਦ ਰਹੇ ਕਿ ਸਰਦਾਰ ਬਲਦੇਵ ਸਿੰਘ ਕੇਂਦਰ ਵਿੱਚ ਰੱਖਿਆ ਮੰਤਰੀ ਅਤੇ ਗਿਆਨੀ ਕਰਤਾਰ ਸਿੰਘ ਤੇ ਸਰਦਾਰ ਈਸ਼ਰ ਸਿੰਘ ਮਝੈਲ ਪੰਜਾਬ ਦੀ ਕਾਂਗਰਸੀ ਵਜ਼ਾਰਤ ਅੰਦਰ ਕਰਮਵਾਰ ਮਾਲ ਮੰਤਰੀ ਤੇ ਵਿਕਾਸ ਮੰਤਰੀ ਦੀ ਕੁਰਸੀ ਉੱਤੇ ਸੁਸ਼ੋਭਿਤ ਸਨ। ਇਸ ਤਰ੍ਹਾਂ ਜਦ ਕਾਂਗਰਸੀ ਆਗੂਆਂ ਦੇ ਨੰਗੇ ਚਿੱਟੇ ਸਿੱਖ ਵਿਰੋਧੀ ਵਤੀਰੇ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 20 ਜੁਲਾਈ 1950 ਆਪਣੇ ਸਾਰੇ ਵਿਧਾਇਕਾਂ ਨੂੰ ਕਾਂਗਰਸ ਪਾਰਟੀ ਚੋਂ ਬਾਹਰ ਨਿਕਲ ਆਉਣ ਦਾ ਆਦੇਸ਼ ਜਾਰੀ ਕਰ ਦਿੱਤਾ ਤਾਂ ਸਿਰਫ ਇੱਕ ਸਰਦਾਰ ਜਸਵੰਤ ਸਿੰਘ ਦੁੱਗਲ ਨੂੰ ਛੱਡ ਕੇ ਬਾਕੀ ਦੇ ਸਾਰੇ ਪੰਥਕ ਵਿਧਾਇਕਾਂ ਨੇ ਵਰਕਿੰਗ ਕਮੇਟੀ ਦੇ ਇਸ ਨਿਰਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਾਸਟਰ ਤਾਰਾ ਸਿੰਘ ਦੀ ਪਹਿਲ ਕਦਮੀ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਕਾਂਗਰਸ ਨਾਲੋਂ ਨਾਤਾ ਤੋੜ ਲੈਣ ਦੀ ਦੇਰ ਸੀ ਕਿ ਕਾਂਗਰਸੀ ਆਗੂਆਂ ਨੇ ਮਾਸਟਰ ਜੀ ਦੇ ਵਿਰੁੱਧ ਪੰਥਕ ਵਿਰੋਧ ਲਾਮਬੰਦ ਕਰਨ ਦੀ ਪੁਰਜ਼ੋਰ ਮੁਹਿੰਮ ਆਰੰਭ ਦਿੱਤੀ। 15 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇੱਕ ਕੁੱਲ ਹਿੰਦ ਕਾਂਗਰਸ ਸਿੱਖ ਕਨਵੈਨਸ਼ਨ ਬੁਲਾਈ ਗਈ ਜਿਸ ਵਿੱਚ ਪ੍ਰਤਾਪ ਸਿੰਘ ਕੈਰੋਂ, ਸਰਦੂਲ ਸਿੰਘ ਕਵਿਸ਼ਰ, ਸੁਰਜੀਤ ਸਿੰਘ ਮਜੀਠਾ, ਗੁਰਦਿਆਲ ਸਿੰਘ ਢਿੱਲੋਂ, ਸੋਹਨ ਸਿੰਘ ਜਲਾਲ ਉਸਮਾ, ਗਿਆਨੀ ਜ਼ੈਲ ਸਿੰਘ ਤੇ ਬੂਟਾ ਸਿੰਘ ਵਰਗੇ ਸਾਰੇ ਨਾਮੀ ਦੇਸ਼ ਭਗਤ ਕਾਂਗਰਸੀ ਸਿੱਖ ਸ਼ਾਮਲ ਹੋਏ ਅਤੇ ਉਹਨਾਂ ਆਪਣੇ ਹਿੰਦੂ ਮਾਲਕਾਂ ਦੇ ਇਸ਼ਾਰਿਆਂ ਤੇ ਪੰਜਾਬੀ ਸੂਬੇ ਦੀ ਮੰਗ ਅਤੇ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਵਿਰੁੱਧ ਖੂਬ ਜ਼ਹਿਰ ਉਗਲੱਛੀ। ਇਸ ਮੁਹਿੰਮ ਨੂੰ ਵਧੇਰੇ ਵੇਗ ਮੁਹੱਈਆ ਕਰਨ ਦੇ ਮੰਤਵ ਨਾਲ 20 ਜੂਨ 1951 ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਬਾਬਾ ਖੜਕ ਸਿੰਘ ਦਾ ਜਨਮ ਦਿਨ ਮਨਾਉਣ ਦੇ ਬਹਾਨੇ ਨੈਸ਼ਨਲਿਸਟ ਸਿੱਖਾਂ ਦਾ ਇੱਕ ਸਮਾਗਮ ਰਚਿਆ ਗਿਆ ਜਿਸ ਨੂੰ ਸੰਬੋਧਨ ਕਰਨ ਲਈ ਜਵਾਹਰ ਲਾਲ ਨਹਿਰੂ ਹੋਰੀ ਉਚੇਚੇ ਤੌਰ ਤੇ ਪਧਾਰੇ ਅਤੇ ਉੱਥੇ ਬਾਬਾ ਖੜਕ ਸਿੰਘ ਦੀ ਦੇਸ਼ ਭਗਤੀ ਤੇ ਕੌਮ ਪ੍ਰਸਤੀ ਦਾ ਖੂਬ ਗੁਣਗਾਨ ਕੀਤਾ ਗਿਆ। ਸਮੇਂ ਦੇ ਗੇੜ ਨਾਲ ਪੰਜਾਬੀ ਸੂਬੇ ਦੇ ਕੱਟੜ ਸਮਰਥਕ ਵਜੋਂ ਜਾਣੇ ਜਾਂਦੇ ਸਰਦਾਰ ਹੁਕਮ ਸਿੰਘ ਤੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਵਰਗੇ ਲੋਕਾਂ ਨੇ ਵੀ ਕਾਂਗਰਸੀ ਹਾਕਮਾਂ ਦੀ ਇਸ ਸ਼ਤਰੰਜੀ ਖੇਡ ਦੇ ਮੋਹਰੇ ਬਣਨਾ ਪ੍ਰਵਾਨ ਕਰ ਲਿਆ। ਰਾਜਸੀ ਉਥਲ-ਪੁਥਲ ਦਾ ਦੌਰ। ਕਾਂਗਰਸੀ ਹਾਕਮਾਂ ਵੱਲੋਂ ਸਿੱਖ ਕੌਮ ਦੀਆਂ ਹੱਕੀ ਤੇ ਨਿਆਈ ਮੰਗਾਂ ਮੰਨਣ ਤੋਂ ਨਾ ਸਿਰਫ ਇਨਕਾਰੀ ਹੋ ਜਾਣ ਸਗੋਂ ਹਕੂਮਤੀ ਤਾਕਤ ਦੇ ਜ਼ੋਰ ਸਿੱਖ ਇੱਛਾਵਾਂ ਨੂੰ ਦਬਾਉਣ ਕੁਚਲਣ ਦੇ ਰਾਹ ਪੈ ਜਾਣ ਦੇ ਸਿੱਟੇ ਵਜੋਂ ਪੰਜਾਬ ਅੰਦਰ ਰਾਜਸੀ ਟਕਰਾਓ ਤੇ ਅਸ਼ਾਂਤੀ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਨੇ ਪੰਜਾਬ ਦੀ ਸਮਾਜੀ ਤੇ ਰਾਜਨੀਤਿਕ ਜ਼ਿੰਦਗੀ ਉੱਤੇ ਬਹੁਤ ਗਹਿਰੇ ਤੇ ਦੂਰ ਰਸ ਪ੍ਰਭਾਵ ਛੱਡੇ। ਇਸ ਦੌਰ ਦੀ ਸਿੱਖ ਰਾਜਨੀਤੀ ਮੁੱਖ ਤੌਰ ਤੇ ਮਾਸਟਰ ਤਾਰਾ ਸਿੰਘ ਦੀ ਸੋਚ ਤੇ ਸ਼ਖਸੀਅਤ ਦੇ ਧੁਰੇ ਦੁਆਲੇ ਹੀ ਘੁੰਮਦੀ ਰਹੀ। ਇਸ ਦੌਰ ਅੰਦਰ ਅਕਾਲੀ ਦਲ ਵੱਲੋਂ ਲਏ ਗਏ ਹਰ ਅਹਿਮ ਫੈਸਲੇ, ਅਕਾਲੀ ਰਾਜਨੀਤੀ ਦੁਆਰਾ ਲਈ ਗਈ ਹਰ ਅਹਿਮ ਕਰਵਟ ਅਤੇ ਸਿੱਖ ਲਹਿਰ ਅੰਦਰ ਵਾਪਰੇ ਹਰ ਅਹਿਮ ਘਟਨਾਕ੍ਰਮ ਉੱਤੇ ਮਾਸਟਰ ਤਾਰਾ ਸਿੰਘ ਦੀ ਸੋਚ ਤੇ ਸ਼ਖਸੀਅਤ ਦੀ ਗੂੜੀ ਛਾਪ ਪ੍ਰਤੱਖ ਦੇਖੀ ਜਾ ਸਕਦੀ ਹੈ। ਇਸ ਅਰਸੇ ਦੌਰਾਨ ਅਕਾਲੀ ਦਲ ਨੇ ਕਾਂਗਰਸੀ ਹਾਕਮਾਂ ਖਿਲਾਫ ਤਿੱਖੀਆਂ ਲੜਾਈਆਂ ਵੀ ਲੜੀਆਂ ਅਤੇ ਸੁਲ੍ਹਾ ਸਫਾਈ ਤੇ ਸਮਝੌਤੇ ਦੇ ਸੁਹਿਰਦ ਯਤਨ ਵੀ ਕੀਤੇ। ਅਸਲ ਵਿੱਚ ਅਕਾਲੀ ਦਲ ਦੁਆਰਾ ਆਰੰਭੇ ਹਰ ਮੋਰਚੇ ਦਾ ਅੰਤ ਕਿਸੇ ਨਾ ਕਿਸੇ ਲੰਗੜੇ ਸਮਝੌਤੇ 'ਚ ਹੀ ਹੁੰਦਾ ਰਿਹਾ। ਆਮ ਤੌਰ ਤੇ ਹੋਇਆ ਇਹ ਕਿ ਜਿੱਥੇ ਸੰਘਰਸ਼ ਦੇ ਪਿੜ ਅੰਦਰ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਦਾ ਸਿਤਾਰਾ ਨਵੀਂ ਲਿਸ਼ਕ ਅਖਤਿਆਰ ਕਰਦਾ ਰਿਹਾ ਉੱਥੇ ਸਮਝੌਤੇ ਦਾ ਹਰ ਯਤਨ ਇਸ ਸਿਤਾਰੇ ਤੇ ਗ੍ਰਹਿਣ ਵਰਗਾ ਅਸਰ ਛੱਡਦਾ ਰਿਹਾ। ਹਰ ਸਮਝੌਤਾ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਲਈ ਆਫਤ ਬਣ ਕੇ ਬੌੜਿਆ। ਇਸ ਵਰਤਾਰੇ ਬਾਰੇ ਅਨੇਕਾਂ ਕਿਸਮ ਦੇ ਨਿਰਣੇ ਤੇ ਵਿਆਖਿਆਵਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਇੱਕ ਬਹੁਤ ਹੀ ਆਮ ਅਤੇ ਪ੍ਰਚਲਿਤ ਧਾਰਨਾ ਇਹ ਹੈ ਕਿ ਮਾਸਟਰ ਤਾਰਾ ਸਿੰਘ ਜਿੰਨਾ ਸਫਲ ਲੜਾਕੂ ਜਰਨੈਲ ਸੀ ਉਨਾ ਹੀ ਅਸਫਲ ਕੂਟਨੀਤੀਵਾਨ ਸੀ। ਭਾਵ ਉਹ ਜਿੰਨਾ ਲੜਾਈ ਵਿੱਚ ਪ੍ਰਬੀਨ ਸੀ ਉਨਾ ਹੀ ਸਮਝੌਤਾ ਕਰਨ ਵਿੱਚ ਅਨਾੜੀ ਸੀ। ਇਹ ਗੱਲ ਆਮ ਰੂਪ 'ਚ ਹੀ ਅਕਾਲੀ ਲੀਡਰਸ਼ਿਪ ਬਾਰੇ ਸੱਚ ਮੰਨੀ ਜਾਂਦੀ ਸੀ ਪਰ ਇਸ ਵਰਤਾਰੇ ਨੂੰ ਵੱਧ ਗਹਿਰਾਈ ਵਿੱਚ ਜਾ ਕੇ ਘੋਖਿਆ ਜਾਵੇ ਤਾਂ ਇਸ ਧਾਰਨਾ ਅੰਦਰ ਵੱਡਾ ਕੱਚ ਨਜ਼ਰ ਆਉਂਦਾ ਹੈ। ਸੰਘਰਸ਼ ਅਤੇ ਕੂਟਨੀਤੀ ਇੱਕੋ ਹੀ ਵਰਤਾਰੇ ਦੇ ਦੋ ਜੁੜਵੇਂ ਪਹਿਲੂ ਹਨ। ਇਹਨਾਂ ਨੂੰ ਇੱਕ ਦੂਜੇ ਨਾਲੋਂ ਅਸਲੋਂ ਹੀ ਨਿਖੇੜ ਕੇ ਦੇਖਣਾ ਦਰੁਸਤ ਨਹੀਂ।
ਹਰ ਲੜਾਈ ਅੰਦਰ ਸਮਝੌਤੇ ਦੇ ਅੰਸ਼ ਮੌਜੂਦ ਹੁੰਦੇ ਹਨ ਅਤੇ ਹਰ ਸਮਝੌਤਾ ਆਪਣੇ ਅੰਦਰ ਲੜਾਈ ਦੇ ਬੀਜ ਸਮੋਈ ਬੈਠਾ ਹੁੰਦਾ ਹੈ। ਮਸਲਾ ਦੋ ਜਾਂ ਦੋ ਤੋਂ ਵੱਧ ਧਿਰਾਂ ਵਿਚਕਾਰ ਆਪਸੀ ਵਿਰੋਧਾਂ ਦੇ ਨਿਪਟਾਰੇ ਦਾ ਹੁੰਦਾ ਹੈ। ਕਈ ਵਾਰ ਵਿਰੋਧਾਂ ਦੇ ਨਿਪਟਾਰੇ ਲਈ ਲੜਾਈ ਲੜਨੀ ਜ਼ਰੂਰੀ ਹੋ ਜਾਂਦੀ ਹੈ ਅਤੇ ਕਈ ਵਾਰ ਇਸ ਉਦੇਸ਼ ਨੂੰ ਅੱਗੇ ਵਧਾਉਣ ਲਈ ਸਮਝੌਤੇ ਤੇ ਅੱਪੜਨਾ ਜ਼ਰੂਰੀ ਹੋ ਜਾਂਦਾ ਹੈ। ਕੁੱਲ ਤੋਂ ਅਹਿਮ ਤੇ ਬੁਨਿਆਦੀ ਗੱਲ ਵਿਰੋਧਾਂ ਦੇ ਖਾਸੇ ਨੂੰ ਸਮਝਣ ਦੀ ਹੈ। ਜਿਸ ਨੂੰ ਵਿਰੋਧਾਂ ਦੀ ਸਹੀ ਸਮਝ ਨਹੀਂ, ਉਹ ਨਾ ਚੰਗਾ ਲੜਾਕੂ ਜਰਨੈਲ ਹੋ ਸਕਦਾ ਹੈ ਤੇ ਨਾ ਚੰਗਾ ਕੂਟਨੀਤੀਵਾਨ। ਲੜਾਈ ਲੜਨੀ ਹੋਵੇ ਜਾਂ ਸਮਝੌਤਾ ਕਰਨਾ ਹੋਵੇ, ਦੋਨੋਂ ਹੀ ਮੌਕਿਆਂ ਤੇ ਦੁਸ਼ਮਣ ਧਿਰ ਨਾਲ ਵਿਰੋਧਾਂ ਦੀ ਤਾਸੀਰ ਅਤੇ ਹਾਸਲ ਕੀਤੇ ਜਾਣ ਵਾਲੇ ਉਦੇਸ਼ਾਂ ਬਾਰੇ ਸਹੀ ਅਤੇ ਸਪਸ਼ਟ ਸਮਝ ਜ਼ਰੂਰੀ ਹੈ। ਜਿਹੜੀ ਲੀਡਰਸ਼ਿਪ ਦੇ ਪੱਲੇ ਅਜਿਹੀ ਸੋਝੀ ਨਹੀਂ, ਉਹ ਲੜਾਈ ਅਤੇ ਕੂਟਨੀਤੀ ਦੇ ਦੋਨੋਂ ਹੀ ਮੋਰਚਿਆਂ ਤੇ ਮਾਤ ਖਾ ਜਾਣ ਲਈ ਸਰਾਪੀ ਜਾਂਦੀ ਹੈ। ਸਿੱਖ ਪੰਥ ਦੇ ਜਾਨਦਾਰ ਤੇ ਸਿਰੜੀ ਅੰਦੋਲਨਾਂ ਦੇ ਬਾਵਜੂਦ ਵੀ ਜੇਕਰ ਭਾਰਤੀ ਹਾਕਮ ਅਕਾਲੀ ਲੀਡਰਸ਼ਿਪ ਨੂੰ ਸੰਘਰਸ਼ ਅਤੇ ਕੂਟਨੀਤੀ ਦੇ ਦੋਨੋਂ ਹੀ ਖੇਤਰਾਂ ਅੰਦਰ ਠਿੱਬੀ ਲਾਉਣ ਵਿੱਚ ਸਫਲ ਹੁੰਦੇ ਆ ਰਹੇ ਹਨ, ਤਾਂ ਉਹਨਾਂ ਦਾ ਵੱਡੀ ਹਕੂਮਤੀ ਤਾਕਤ ਦੇ ਮਾਲਕ ਹੋਣਾ ਹੀ ਇਸ ਦੀ ਇੱਕਮਾਤਰ ਵਜ੍ਹਾ ਨਹੀਂ ਮੰਨਿਆ ਜਾ ਸਕਦਾ। ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਹਿੰਦੂ ਹਾਕਮ ਸਿੱਖ ਕੌਮ ਦੇ ਸੰਬੰਧ ਵਿੱਚ ਆਪਣੇ ਹਿੱਤਾਂ ਤੇ ਉਦੇਸ਼ਾਂ ਬਾਰੇ ਸੰਪੂਰਨਤਾ ਦੀ ਹੱਦ ਤੱਕ ਸਪਸ਼ਟ ਹਨ। ਉਹ ਸਿੱਖ ਪੰਥ ਵਿਰੁੱਧ ਖੁੱਲ੍ਹੀ ਲੜਾਈ ਲੜ ਰਹੇ ਹੋਣ ਜਾਂ ਦੋਸਤੀ ਦਾ ਪਰਪੰਚ ਰਚ ਰਹੇ ਹੋਣ, ਆਪਣੇ ਬੁਨਿਆਦੀ ਹਿੱਤਾਂ ਤੇ ਉਦੇਸ਼ਾਂ ਨੂੰ ਉਹ ਇੱਕ ਪਲ ਲਈ ਵੀ ਮਨੋਂ ਨਹੀਂ ਭੁਲਾਉਂਦੇ। ਕਿਸੇ ਸਿਆਸੀ ਮਜਬੂਰੀ ਜਾਂ ਰਾਜਸੀ ਗਿਣਤੀ ਮਿਣਤੀ ਤਹਿਤ ਉਹ ਜੇਕਰ ਸਿੱਖ ਕੌਮ ਨੂੰ ਕੋਈ ਰਿਆਇਤ ਦੇ ਰਹੇ ਹੁੰਦੇ ਹਨ ਤਾਂ ਉਸੇ ਹੀ ਸਮੇਂ ਆਪਣੇ ਜ਼ਿਹਨ ਅੰਦਰ ਇਸ ਰਿਆਇਤ ਨੂੰ ਬੇਅਸਰ ਕਰਨ ਦੀ ਕੋਈ ਵਧੇਰੇ ਗਹਿਰੀ ਸਬੀਲ ਬਣਾ ਰਹੇ ਹੁੰਦੇ ਹਨ। ਇਸ ਦੇ ਉਲਟ ਅਕਾਲੀ ਆਗੂਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਕਿ ਉਹ ਸਿੱਖ ਕੌਮ ਦੇ ਹਿੰਦੂ ਹਾਕਮਾਂ ਨਾਲ ਰਿਸ਼ਤੇ ਦੇ ਬੁਨਿਆਦੀ ਖਾਸੇ ਨੂੰ ਸਮਝਣ ਦੇ ਮਾਮਲੇ 'ਚ ਲਗਾਤਾਰ ਉਕਾਈ ਕਰਦੇ ਰਹੇ ਹਨ। ਉਹ ਹਿੰਦੂ ਆਗੂਆਂ ਦੀ ਸਿੱਖ ਕੌਮ ਪ੍ਰਤੀ ਫਿਰਕੇਦਾਰਾਨਾ ਸੋਚ ਅਤੇ ਵਿਤਕਰੇਬਾਜ਼ ਰਵੱਈਏ ਵਿਰੁੱਧ ਤਿੱਖੀ ਔਖ ਜ਼ਰੂਰ ਪ੍ਰਗਟਾਉਂਦੇ ਰਹੇ ਹਨ, ਪਰ ਹਿੰਦੂ ਆਗੂਆਂ ਦੀ ਅਜਿਹੀ ਸੋਚ ਨੂੰ ਜਨਮ ਦੇਣ ਵਾਲੇ ਵਿਚਾਰਧਾਰਕ ਕਾਰਨਾਂ ਨੂੰ ਸਮਝਣ ਅਤੇ ਇਸ ਖਿਲਾਫ ਦਰੁਸਤ, ਦ੍ਰਿੜ ਅਤੇ ਅਡੋਲ ਸਿਧਾਂਤਕ ਪੋਜੀਸ਼ਨਾਂ ਲੈਣ ਦੇ ਮਾਮਲੇ 'ਚ ਲਗਾਤਾਰ ਅਯੋਗ ਸਾਬਤ ਹੁੰਦੇ ਰਹੇ ਹਨ। ਇਸ ਨਿਰਣੇ ਦੀ ਪੁਸ਼ਟੀ ਲਈ ਇੱਥੇ ਅਸੀਂ ਨਮੂਨੇ ਵਜੋਂ ਮਾਸਟਰ ਤਾਰਾ ਸਿੰਘ ਦਾ ਇੱਕ ਹਵਾਲਾ ਲੈਂਦੇ ਹਾਂ। ਅਕਾਲ ਪੁਰਖ ਕੀ ਫੌਜ ਕੀ ਫੌਜੀ ਵਿੰਗ। 24 ਅਪ੍ਰੈਲ 1948 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਦੂਜੀ ਸਾਲਾਨਾ ਕਾਨਫਰੰਸ ਮੌਕੇ ਮਾਸਟਰ ਤਾਰਾ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਅੰਦਰ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਬਰਕਰਾਰ ਰੱਖਣ ਦੀ ਲੋੜ ਜਤਾਉਂਦੇ ਹੋਏ ਪੰਜਾਬ ਦੇ ਹਿੰਦੂ ਵਰਗ ਦੀ ਫਿਰਕੂ ਮਾਨਸਿਕਤਾ ਦੀ ਬਹੁਤ ਹੀ ਜ਼ੋਰਦਾਰ ਤੇ ਕਾਟਵੀਂ ਆਲੋਚਨਾ ਕੀਤੀ। ਇਹ ਉਹ ਸਮਾਂ ਸੀ ਜਦ ਪੰਜਾਬ ਦੇ ਬਟਵਾਰੇ ਕਾਰਨ ਉਜੜੀ ਸਿੱਖ ਕੌਮ ਨੂੰ ਇੱਕ ਪਾਸੇ ਮੁੜ ਵਸੇਬੇ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਸੀ ਅਤੇ ਦੂਜੇ ਪਾਸੇ ਹਿੰਦੂ ਹਾਕਮਾਂ ਦੀਆਂ ਵਿਤਕਰੇਬਾਜ਼ ਨੀਤੀਆਂ ਨਾਲ ਮੜਿੱਕਣਾ ਪੈ ਰਿਹਾ ਸੀ। ਕਿਉਂਕਿ ਇਹ ਸਾਰਾ ਭਾਣਾ ਸਿੱਖ ਆਗੂਆਂ ਦੀ ਉਮੀਦ ਤੇ ਅਨੁਮਾਨਾਂ ਦੇ ਉਲਟ ਵਾਪਰ ਰਿਹਾ ਸੀ, ਇਸ ਕਰਕੇ ਮਾਸਟਰ ਤਾਰਾ ਸਿੰਘ ਨੇ ਆਪਣੇ ਉਪਰੋਕਤ ਭਾਸ਼ਣ ਦਾ ਖਾਤਮਾ ਹਿੰਦੂ ਵਰਗ ਨੂੰ ਸੰਬੋਧਿਤ ਇਸ ਦਰਦ ਭਰੀ ਅਪੀਲ ਨਾਲ ਕੀਤਾ। ਦੇਸ਼ ਭਗਤੋਂ, ਮੈਂ ਤੁਹਾਨੂੰ ਕੌਮ ਦੇ ਨਾਂ ਤੇ ਇਹ ਅਪੀਲ ਕਰਦਾ ਹਾਂ ਕਿ ਸਿੱਖਾਂ ਦੇ ਖਾਤਮੇ ਦੇ ਨਾਲ ਇਹ ਕੌਮ ਵੀ ਮਰ ਜਾਵੇਗੀ। ਜੇਕਰ ਤੁਸੀਂ ਸੱਚੇ ਦੇਸ਼ ਭਗਤ ਹੋ ਤਾਂ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਿੱਖਾਂ ਨੂੰ ਚੇਤਨਤਾ ਅਤੇ ਮਾਣ ਸਤਿਕਾਰ ਰੱਖਣ ਦੀ ਆਗਿਆ ਦੇਵੋ। ਇੱਕ ਕੌਮ ਦੀ ਕਾਇਮੀ ਦੇ ਨਾਂ ਤੇ ਸਿੱਖਾਂ ਦੀ ਵੱਖਰੀ ਹਸਤੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੁਹਾਡੀ ਤਰਫੋਂ ਇੱਕ ਮਹਾਨ ਗਲਤੀ ਹੈ। ਅਸੀਂ ਸਿੱਖ ਇੱਕੋ ਗੱਲ ਤੇ ਮਾਣ ਕਰਦੇ ਹਾਂ ਤੇ ਇਹ ਹੈ ਸਵੈ ਮਾਣ। ਜੇਕਰ ਅਸੀਂ ਆਪਣੀ ਵੱਖਰੀ ਹਸਤੀ ਗਵਾ ਲਈ ਤਾਂ ਅਸੀਂ ਆਪਣੇ ਸਵੈ ਮਾਣ ਲਈ ਕਿੱਧਰ ਝਾਕਾਂਗੇ। ਜੇਕਰ ਸਾਡੀ ਹਸਤੀ ਖਤਮ ਕਰ ਦਿੱਤੀ ਜਾਂਦੀ ਹੈ ਤਾਂ ਤੁਸੀਂ ਖੁਦ ਆਪਣਾ ਹੀ ਇੱਕ ਅਣਖੀਲਾ ਫੌਜੀ ਵਿੰਗ ਖਤਮ ਕਰ ਰਹੇ ਹੋਵੋਗੇ ਜੋ ਕਿ ਇੱਕ ਕੌਮ ਦੀ ਮਜ਼ਬੂਤੀ ਦੇ ਰਾਹ ਵਿੱਚ ਰੁਕਾਵਟ ਬਣੇਗਾ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਇਸ ਬਾਰੇ ਸੋਚੋ। ਆਪਣੀ ਕੌਮੀ ਫੌਜ ਨੂੰ ਤਬਾਹ ਨਾ ਕਰੋ, ਇਸ ਲਈ ਪ੍ਰਾਰਥਨਾ ਕਰੋ, ਇਸ ਨੂੰ ਤਬਾਹ ਨਾ ਕਰੋ। ਮਾਸਟਰ ਤਾਰਾ ਸਿੰਘ ਦੇ ਉਪਰੋਕਤ ਕਥਨ 'ਚੋਂ ਸਿੱਖ ਪੰਥ ਦੀ ਹਿੰਦੂ ਵਰਗ ਨਾਲ ਨਾਤੇਦਾਰੀ ਦੀ ਜੋ ਸਮਝ ਉੱਭਰਦੀ ਹੈ ਉਹ ਸਿੱਖ ਕੌਮ ਦੀ ਆਜ਼ਾਦੀ ਦੇ ਪੈਂਤੜੇ ਨੂੰ ਆਪਣੇ ਆਪ ਨਕਾਰ ਦਿੰਦੀ ਹੈ। ਜੇਕਰ ਮਾਸਟਰ ਤਾਰਾ ਸਿੰਘ ਦੇ ਉਪਰੋਕਤ ਕਥਨ 'ਤੇ ਯਕੀਨ ਕਰ ਲਿਆ ਜਾਵੇ ਤਾਂ ਉਹ ਸਿੱਖ ਪੰਥ ਨੂੰ ਹਿੰਦੂਆਂ ਨਾਲੋਂ ਇੱਕ ਨਿਆਰੀ ਤੇ ਵੱਖਰੀ ਕੌਮ ਤਸੱਵਰ ਨਹੀਂ ਕਰਦੇ, ਸਗੋਂ ਉਸ ਨੂੰ ਮਹਿਜ਼ ਹਿੰਦੂ ਭਾਈਚਾਰੇ ਦਾ ਇੱਕ ਫੌਜੀ ਵਿੰਗ, ਹਿੰਦੂ ਸਮਾਜ ਦਾ ਇੱਕ ਫੌਜੀ ਸੰਗਠਨ ਹੀ ਸਮਝਦੇ ਹਨ।
ਉਹਨਾਂ ਦਾ ਗਿਲਾ ਸਿਰਫ ਇੰਨਾ ਹੈ ਕਿ ਹਿੰਦੂ ਭਾਈਚਾਰਾ ਸਿੱਖ ਪੰਥ ਨੂੰ ਆਪਣੇ ਇੱਕ ਫੌਜੀ ਵਿੰਗ ਵਾਲਾ ਰੁਤਬਾ ਤੇ ਮਾਣ ਸਤਿਕਾਰ ਕਿਉਂ ਨਹੀਂ ਦੇ ਰਿਹਾ। ਕਿ ਕਿਸੇ ਸਮਾਜੀ ਸੰਗਠਨ ਦਾ ਫੌਜੀ ਵਿੰਗ ਉਸ ਸਮਾਜੀ ਸੰਗਠਨ ਤੋਂ ਅਸਲੋਂ ਹੀ ਵੱਖਰੀ ਤੇ ਸੁਤੰਤਰ ਹਸਤੀ ਦਾ ਦਾਅਵਾ ਕਰ ਸਕਦਾ ਹੈ? ਕਦਾਚਿਤ ਨਹੀਂ। ਫੌਜੀ ਵਿੰਗ ਸਮੂਹ ਦਾ ਇੱਕ ਮਤਹਿਤ ਅੰਗ ਹੀ ਹੁੰਦਾ ਹੈ, ਜਿਸ ਦਾ ਮੁੱਖ ਕੰਮ ਸਮੂਹ ਦੇ ਹਿੱਤਾਂ ਦੀ ਪਹਿਰੇਦਾਰੀ ਕਰਨਾ ਹੁੰਦਾ ਹੈ, ਨਾ ਕਿ ਸਮੂਹ ਨਾਲੋਂ ਵੱਖਰਾ ਤੇ ਸੁਤੰਤਰ ਵਹਿਣ ਅਖਤਿਆਰ ਕਰਨਾ। ਫੌਜੀ ਵਿੰਗ ਦੀ ਜੇਕਰ ਕੋਈ ਵੱਖਰੀ ਹਸਤੀ ਹੈ ਤਾਂ ਇਸ ਦਾਇਰੇ ਦੇ ਅੰਦਰ ਹੀ ਹੈ। ਉਸ ਦੀ ਇਹ ਪੋਜੀਸ਼ਨ ਹੀ ਉਸ ਦੀ ਆਜ਼ਾਦੀ ਤੇ ਸਵੈ ਮਾਣ ਦੀ ਸੀਮਾ ਨਿਰਧਾਰਿਤ ਕਰ ਦਿੰਦੀ ਹੈ। ਉਹ ਇਸ ਸੀਮਾ ਦਾ ਉਲੰਘਣ ਨਹੀਂ ਕਰ ਸਕਦਾ। ਇਹ ਉਸ ਦੀ ਹੋਣੀ ਹੈ। ਕੀ ਇਹ ਕਿਹਾ ਤੇ ਮੰਨਿਆ ਜਾ ਸਕਦਾ ਹੈ ਕਿ ਉਪਰੋਕਤ ਗੱਲ ਕਹਿਣ ਵੇਲੇ ਮਾਸਟਰ ਤਾਰਾ ਸਿੰਘ ਹੋਰੀ ਇਸ ਦੇ ਅਰਥਾਂ ਅਤੇ ਭਾਵ ਅਰਥਾਂ ਤੋਂ ਪੂਰੀ ਤਰ੍ਹਾਂ ਸੁਚੇਤ ਸਨ? ਇਸ ਦਾ ਜਵਾਬ ਸ਼ਾਇਦ ਹਾਂ ਅਤੇ ਸ਼ਾਇਦ ਨਾ ਦੋਨੋਂ ਹੀ ਤਰ੍ਹਾਂ ਦਿੱਤਾ ਜਾ ਸਕਦਾ ਹੈ। ਮਾਸਟਰ ਤਾਰਾ ਸਿੰਘ ਯਕੀਨਨ ਹੀ ਉਸ ਸਿੱਖ ਬੌਧਿਕ ਪਰੰਪਰਾ ਨਾਲ ਸੰਬੰਧ ਰੱਖਦੇ ਹਨ ਜੋ ਸਿੱਖ ਧਰਮ ਦੀ ਵਿਪਰ ਸੰਸਕਾਰੀ ਦ੍ਰਿਸ਼ਟੀ ਅਨੁਸਾਰ ਵਿਆਖਿਆ ਦਾ ਰੁਝਾਨ ਰੱਖਦੀ ਹੈ। ਮਾਸਟਰ ਤਾਰਾ ਸਿੰਘ ਦੀਆਂ ਲਿਖਤਾਂ, ਬਿਆਨਾਂ ਤੇ ਭਾਸ਼ਣਾਂ 'ਚੋਂ ਅਜਿਹੇ ਅਨੇਕਾਂ ਪ੍ਰਮਾਣ ਮਿਲਦੇ ਹਨ ਜਿਸ 'ਚੋਂ ਉਹਨਾਂ ਦੀ ਸੋਚ ਅਤੇ ਨਜ਼ਰੀਏ ਉੱਤੇ ਵਿਪਰ ਸੰਸਕਾਰ ਦੇ ਗਹਿਰੇ ਪ੍ਰਭਾਵ ਦਾ ਗੂੜਾ ਪ੍ਰਗਟਾਵਾ ਹੁੰਦਾ ਹੈ। ਸਿਰਫ ਮਾਸਟਰ ਤਾਰਾ ਸਿੰਘ ਦੀ ਗੱਲ ਹੀ ਨਹੀਂ, 20ਵੀਂ ਸਦੀ ਦੇ ਬਹੁਗਿਣਤੀ ਸਿੱਖ ਵਿਦਵਾਨਾਂ, ਲੇਖਕਾਂ, ਆਗੂਆਂ ਤੇ ਪ੍ਰਚਾਰਕਾਂ ਨੂੰ ਸੌਖ ਨਾਲ ਹੀ ਇਸ ਵਰਗ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਮਾਸਟਰ ਤਾਰਾ ਸਿੰਘ ਵੱਲੋਂ ਵਾਰ-ਵਾਰ ਇਸ ਗੱਲ ਤੇ ਜ਼ੋਰ ਦੇਣਾ ਕਿ ਸਿੱਖ ਧਰਮ ਦੀ ਸਥਾਪਨਾ ਹਿੰਦੂ ਧਰਮ ਦੀ ਰਾਖੀ ਲਈ ਕੀਤੀ ਗਈ ਸੀ ਅਤੇ ਸਰਦਾਰ ਕਪੂਰ ਸਿੰਘ ਦੁਆਰਾ ਹਿੰਦੂ ਧਰਮ ਰਾਖੇ ਹਮ ਜਗ ਮੇਂ ਚਲੇ ਚਲਾਵੇਂ ਸਿੱਖੀ ਮਗ ਮੇਂ ਦੀ ਤੁਕ ਦੀ ਇਸ ਤਰ੍ਹਾਂ ਵਿਆਖਿਆ ਕਰਨੀ ਜਿਵੇਂ ਸਿੱਖ ਧਰਮ ਦਾ ਉਦੇਸ਼ ਹਿੰਦੂ ਧਰਮ ਦੀ ਰਾਖੀ ਕਰਨਾ ਹੋਵੇ। ਸਿੱਖ ਧਰਮ ਨੂੰ ਵਿਪਰ ਸੰਸਕਾਰੀ ਦ੍ਰਿਸ਼ਟੀ ਅਨੁਸਾਰ ਸਮਝਣ ਤੇ ਪੇਸ਼ ਕਰਨ ਦੀਆਂ ਗੂੜ ਉਦਾਹਰਨਾਂ ਹਨ। ਅਜਿਹੀ ਸਿਧਾਂਤਕ ਸੋਚਣੀ ਰਾਜਸੀ ਖੇਤਰ ਅੰਦਰ ਉਸ ਸਮਝ ਨੂੰ ਬਲ ਮੁਹੱਈਆ ਕਰਦੀ ਹੈ ਜੋ ਸਿੱਖ ਪੰਥ ਨੂੰ ਹਿੰਦੂ ਵਰਗ ਦੇ ਧਾਰਮਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਸੀ ਚੁੰਗਲ ਤੋਂ ਪੂਰਨ ਮੁਕਤੀ ਹਾਸਲ ਕਰਨ ਦੇ ਰਾਹ ਤੋਂ ਥੜਕਾ ਕੇ ਹਿੰਦੂ ਵਰਗ ਨਾਲ ਅਧੀਨਗੀ ਵਾਲੀ ਭਾਈਵਾਲੀ ਦੇ ਰਾਹ ਲੈ ਤੁਰਦੀ ਹੈ। ਇਹ ਅਜਿਹੀ ਗਲਤ ਸੋਚਣੀ ਦਾ ਹੀ ਨਤੀਜਾ ਸੀ ਕਿ ਮਾਸਟਰ ਤਾਰਾ ਸਿੰਘ ਤੇ ਹੋਰਨਾਂ ਅਕਾਲੀ ਆਗੂਆਂ ਅੰਦਰ ਜਿੱਥੇ ਹਿੰਦੂ ਹਾਕਮਾਂ ਦੇ ਸਿੱਖ ਦੋਖੀ ਵਤੀਰੇ ਵਿਰੁੱਧ ਤਿੱਖੀ ਔਖ ਪੈਦਾ ਹੁੰਦੀ ਰਹੀ, ਉੱਥੇ ਨਾਲ ਹੀ ਉਹਨਾਂ ਨੂੰ ਹਿੰਦੂ ਹਾਕਮਾਂ ਦੇ ਕਿਸੇ ਐਸ ਜਾਂ ਉਸ ਵਰਗ ਕੋਲੋਂ ਲਗਾਤਾਰ ਇਨਸਾਫ ਦੀ ਝਾਕ ਬਣੀ ਰਹੀ। ਉਹ ਜੇਕਰ ਇਸ ਮੌਕੇ ਹਿੰਦੂਆਂ ਦੇ ਇੱਕ ਵਰਗ ਉੱਤੇ ਖਿੱਝਦੇ ਰਹੇ ਤਾਂ ਉਸੇ ਹੀ ਪਲ ਦੂਜੇ ਵਰਗ ਉੱਤੇ ਬਰਾਬਰ ਧਿੱਜਦੇ ਰਹੇ। ਮਿਸਾਲ ਦੇ ਤੌਰ ਤੇ ਆਜ਼ਾਦੀ ਮਿਲਦਿਆਂ ਹੀ ਹਿੰਦੂ ਹਾਕਮਾਂ ਹੱਥੋਂ ਵੱਡੇ ਝਟਕੇ ਖਾਣ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਸਿਰਫ ਪੰਜਾਬੀ ਹਿੰਦੂ ਵਰਗ ਨੂੰ ਹੀ ਸ਼ਰਾਰਤ ਦੀ ਜੜ ਸਮਝਦੇ ਰਹੇ ਅਤੇ ਉਹਨਾਂ ਨੂੰ ਗੈਰ ਪੰਜਾਬੀ ਹਿੰਦੂਆਂ ਦੀ ਨੇਕ ਨੀਅਤੀ ਤੇ ਇਨਸਾਫ ਪਸੰਦੀ ਉੱਤੇ ਜ਼ਰਾ ਜਿੰਨਾ ਵੀ ਸ਼ੱਕ ਨਹੀਂ ਹੋਇਆ। 15 ਨਵੰਬਰ 1948 ਨੂੰ ਉਹ ਬੜੇ ਹੀ ਦਾਅਵੇ ਨਾਲ ਇਹ ਗੱਲ ਕਹਿ ਰਹੇ ਸਨ ਕਿ ਮੈਂ ਹਾਲਾਂ ਤਾਈਂ ਕਿਸੇ ਵੀ ਅਜਿਹੇ ਗੈਰ ਪੰਜਾਬੀ ਹਿੰਦੂ ਨੂੰ ਨਹੀਂ ਮਿਲਿਆ ਜੋ ਕਿ ਸਿੱਖ ਵਿਰੋਧੀ ਹੋਵੇ। ਮਾਸਟਰ ਤਾਰਾ ਸਿੰਘ ਦੇ ਇਸ ਬਿਆਨ ਤੋਂ ਠੀਕ 8 ਦਿਨਾਂ ਬਾਅਦ ਵਿਧਾਨ ਸਾਜ ਅਸੈਂਬਲੀ ਦੀ ਘੱਟ ਗਿਣਤੀਆਂ ਬਾਰੇ ਸਬ ਕਮੇਟੀ, ਜਿਸ ਵਿੱਚ ਨਹਿਰੂ, ਪਟੇਲ ਤੇ ਰਾਜਿੰਦਰ ਪ੍ਰਸਾਦ ਵਰਗੀਆਂ ਗੈਰ ਪੰਜਾਬੀ ਹਿੰਦੂ ਹਸਤੀਆਂ ਸ਼ਾਮਲ ਸਨ, ਨੇ ਮਾਸਟਰ ਤਾਰਾ ਸਿੰਘ ਦੇ ਇਸ ਦਾਅਵੇ ਦਾ ਮੂੰਹ ਚੜਾਉਂਦਿਆਂ ਹੋਇਆਂ ਆਪਣਾ ਇਹ ਅੰਤਮ ਫੈਸਲਾ ਸੁਣਾ ਦਿੱਤਾ ਕਿ ਸਿੱਖਾਂ ਨੂੰ ਘੱਟ ਗਿਣਤੀ ਦੇ ਆਧਾਰ ਤੇ ਕੋਈ ਵਿਸ਼ੇਸ਼ ਅਧਿਕਾਰ ਦੇਣਾ ਉਚਿਤ ਨਹੀਂ। ਹਿੰਦੂ ਹਾਕਮਾਂ ਵੱਲੋਂ ਅਕਾਲੀ ਆਗੂਆਂ ਨੂੰ ਖੁੱਲ੍ਹੇਆਮ ਜਿੱਚ ਕਰਨ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਸੀ ਤੇ ਨਾ ਹੀ ਆਖਰੀ। ਪਿਛਲੇ ਲਗਭਗ 8 ਦਹਾਕਿਆਂ ਦੌਰਾਨ ਜਦ ਤੋਂ ਸਿੱਖ ਲਹਿਰ ਦਾ ਕੌਮੀ ਮੁੱਖਧਾਰਾ ਨਾਲ ਸੰਯੋਗ ਹੋਇਆ ਹੈ, ਹਿੰਦੂ ਆਗੂਆਂ ਨੇ ਹਰ ਨਿਰਣਾਇਕ ਮੌਕੇ ਅਤੇ ਮੁੱਦੇ ਤੇ ਸਿੱਖ ਹਿੱਤਾਂ ਦੀ ਨਾ ਸਿਰਫ ਅਣਦੇਖੀ ਕੀਤੀ ਹੈ, ਸਗੋਂ ਸਿੱਖ ਕੌਮ ਦੀ ਪੁੱਜ ਕੇ ਹੇਠੀ ਕੀਤੀ ਹੈ। ਪਰ ਅਕਾਲੀ ਆਗੂਆਂ ਤੇ ਬਹੁਗਿਣਤੀ ਸਿੱਖ ਵਿਦਵਾਨਾਂ ਦੇ ਦਿਮਾਗਾਂ ਅੰਦਰ ਸਿੱਖ ਪੰਥ ਤੇ ਹਿੰਦੂ ਸਮਾਜ ਦੇ ਆਪਸੀ ਰਿਸ਼ਤੇ ਬਾਰੇ ਮੌਜੂਦ ਗਲਤ ਸਿਧਾਂਤਕ ਧਾਰਨਾਵਾਂ ਨੇ ਉਹਨਾਂ ਨੂੰ ਹਿੰਦੂ ਆਗੂਆਂ ਦੇ ਮੂਲ ਚਰਿੱਤਰ ਨੂੰ ਬੁੱਝਣ ਅਤੇ ਇਸ ਅਨੁਸਾਰ ਸਿੱਖ ਰਾਜਨੀਤੀ ਦੀ ਦਰੁਸਤ ਮਾਰਗ ਦਿਸ਼ਾ ਉਲੀਕਣ ਦੇ ਕਾਰਜ ਤੋਂ ਲਗਾਤਾਰ ਬੇਮੁਖ ਕਰੀ ਰੱਖਿਆ। ਵਾਰ-ਵਾਰ ਠੱਗੇ ਜਾਣ ਦੇ ਬਾਵਜੂਦ ਉਹ ਹਿੰਦੂ ਆਗੂਆਂ ਤੇ ਬੇਵਜ੍ਹਾ ਧਿੱਜ ਜਾਣ ਦੀ ਆਦਤ ਤੋਂ ਛੁਟਕਾਰਾ ਹਾਸਲ ਨਾ ਕਰ ਸਕੇ। ਹੈਰਾਨੀ ਦੀ ਗੱਲ ਹੈ ਕਿ 1948 ਵਿੱਚ ਅਕਾਲੀ ਦਲ ਦੇ ਕਾਂਗਰਸ ਵਿੱਚ ਰੇਲਵੇ ਦੇ ਫੈਸਲੇ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 2 ਸਾਲਾਂ ਬਾਅਦ ਰੱਦ ਤਾਂ ਕਰ ਦਿੱਤਾ, ਪਰ ਪਹਿਲਾਂ ਪੁੱਟੇ ਤੇ ਫਿਰ ਵਾਪਸ ਲਏ ਇਸ ਕਦਮ ਦਾ ਕੋਈ ਵਿਸ਼ਲੇਸ਼ਣ ਜਾਂ ਮੁਲਾਂਕਣ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ। ਇਸ ਤਜਰਬੇ ਤੋਂ ਕੋਈ ਸਬਕ ਗ੍ਰਹਿਣ ਕਰਨ ਦੀ ਖੇਚਲ ਨਹੀਂ ਕੀਤੀ ਗਈ। ਸਿੱਟਾ ਇਹ ਨਿਕਲਿਆ ਕਿ 6 ਸਾਲਾਂ ਬਾਅਦ 1956 ਵਿੱਚ ਇਹੀ ਖੇਡ ਮੁੜ ਦੁਹਰਾਈ ਗਈ।
ਅਕਾਲੀ ਦਲ ਨੂੰ ਮੁੜ ਕਾਂਗਰਸ ਪਾਰਟੀ 'ਚ ਸ਼ਾਮਲ ਕਰਨ ਦਾ ਫੈਸਲਾ ਲੈ ਲਿਆ ਗਿਆ। 6 ਸਾਲਾਂ ਦੇ ਵਕਫੇ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਦੀ ਸਿੱਖ ਦੁਸ਼ਮਣ ਸੋਚਣੀ ਦੇ ਇੰਨੇ ਗੂੜੇ ਰੰਗ ਉਗੜ ਆਉਣ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਨਹਿਰੂ ਨਾਲ ਹੋਈ ਆਪਣੀ ਇੱਕ ਨਿੱਘੀ ਮਿਲਣੀ ਤੋਂ ਬਾਅਦ ਦਿੱਲੀ ਦੇ ਰਕਾਬਗੰਜ ਗੁਰਦੁਆਰੇ ਵਿੱਚ ਜੁੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ 30 ਦਸੰਬਰ 1956 ਸਾਹਮਣੇ ਇਹ ਹਲਫੀਆ ਬਿਆਨ ਦੇ ਰਹੇ ਸਨ ਕਿ ਉਹਨਾਂ ਨੂੰ ਪੰਡਤ ਨਹਿਰੂ ਦੀ ਨੇਕ ਨੀਅਤੀ ਉੱਤੇ ਪੂਰਾ ਭਰੋਸਾ ਹੈ ਅਤੇ ਇਸ ਤੋਂ ਬਾਅਦ ਉਹ ਭਾਵ ਮਾਸਟਰ ਜੀ ਨਹਿਰੂ ਦਾ ਸਾਥ ਨਹੀਂ ਛੱਡਣਗੇ ਅਤੇ ਹਮੇਸ਼ਾ ਉਸ ਦੇ ਸੰਗ ਡਟੇ ਰਹਿਣਗੇ। ਮਾਸਟਰ ਤਾਰਾ ਸਿੰਘ ਦੇ ਇਸ ਭਰੋਸੇ ਦਾ ਆਧਾਰ ਕਿਉਂਕਿ ਝੂਠਾ ਅਤੇ ਖੋਖਲਾ ਸੀ, ਇਸ ਕਰਕੇ 6 ਮਹੀਨਿਆਂ ਬਾਅਦ ਹੀ ਆਪਣੇ ਹਲਫੀਆ ਬਿਆਨ ਦੇ ਉਲਟ ਉਹਨਾਂ ਨੂੰ ਪੰਡਤ ਨਹਿਰੂ ਦੇ ਖਿਲਾਫ ਲੜਾਈ ਦਾ ਮੋਰਚਾ ਮੱਲਣ ਲਈ ਮਜਬੂਰ ਹੋਣਾ ਪੈ ਗਿਆ। ਸਿੱਖਾਂ ਨੂੰ ਹਿੰਦੂ ਸਮਾਜ ਦੇ ਰਖਵਾਲਿਆਂ ਵਜੋਂ ਦੇਖਣ ਦੀ ਨੁਕਸਦਾਰ ਧਾਰਨਾ ਨੇ ਸਰਦਾਰ ਕਪੂਰ ਸਿੰਘ ਵਰਗੇ ਗੂੜ ਵਿਦਵਾਨ ਦੀ ਰਾਜਨੀਤਿਕ ਸੋਚਣੀ ਨੂੰ ਵੀ ਗਹਿਰੀ ਤਰ੍ਹਾਂ ਮਾੜੇ ਰੁਖ ਪ੍ਰਭਾਵਿਤ ਕੀਤਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਦਾਰ ਕਪੂਰ ਸਿੰਘ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਿੱਖਾਂ ਦੇ ਪ੍ਰਭੂ ਸੱਤਾ ਸੰਪੰਨ ਰਾਜ ਦੇ ਹਾਮੀ ਰਹੇ ਹਨ। ਆਪਣੇ ਇਹਨਾਂ ਵਿਚਾਰਾਂ ਤੇ ਉਹਨਾਂ ਜੀਵਨ ਭਰ ਅਡੋਲ ਪਹਿਰਾ ਦਿੱਤਾ। ਉਹ ਪੰਜਾਬੀਅਤ ਦੀ ਧਾਰਨਾ ਦੇ ਕੱਟੜ ਨਿੰਦਕ ਰਹੇ। ਸਿੱਖ ਕੌਮ ਦੇ ਰਾਜਸੀ ਨਿਸ਼ਾਨੇ ਬਾਰੇ ਆਪਣੇ ਇਸ ਗਰਮਦਲੀ ਪੈਂਤੜੇ ਸਦਕਾ ਉਹਨਾਂ ਦੀ ਸਿੱਖ ਜਗਤ ਅਤੇ ਰਾਜਨੀਤੀ ਅੰਦਰ ਇੱਕ ਨਿਵੇਕਲੀ ਪਛਾਣ ਸਥਾਪਿਤ ਹੋਈ। ਉਹ ਰਵਾਇਤੀ ਅਕਾਲੀ ਆਗੂਆਂ ਦੀ ਰਾਜਨੀਤਿਕ ਵਿਚਾਰਧਾਰਾ ਤੇ ਉਹਨਾਂ ਦੇ ਰਾਜਸੀ ਕਿਰਦਾਰ ਵਿਹਾਰ ਤੋਂ ਬਦਜ਼ਨ ਹੋਈ ਨੌਜਵਾਨ ਪੀੜ੍ਹੀ ਲਈ ਜੀਵਨ ਭਰ ਉਤਸ਼ਾਹ ਤੇ ਪ੍ਰੇਰਨਾ ਦਾ ਸੋਮਾ ਬਣੇ ਰਹੇ। ਸਰਦਾਰ ਕਪੂਰ ਸਿੰਘ ਦੀ ਸ਼ਖਸੀਅਤ ਦੇ ਇਹ ਹਾਂ ਦਰੂ ਪੱਖ ਉਹਨਾਂ ਨੂੰ ਇਤਿਹਾਸ ਅੰਦਰ ਰਵਾਇਤੀ ਅਕਾਲੀ ਆਗੂਆਂ ਤੇ ਉਹਨਾਂ ਨਾਲ ਜੁੜੇ ਲਾਲਸਾਵਾਨ ਬੁੱਧੀਜੀਵੀ ਕੌੜਮੇ ਨਾਲੋਂ ਯਕੀਨਨ ਹੀ ਵੱਖਰੀ ਹਸਤੀ ਤੇ ਪਦਵੀ ਦੇ ਹੱਕਦਾਰ ਬਣਾਉਂਦੇ ਹਨ। ਪਰੰਤੂ ਅਭੁੱਲ ਗੁਰੂ ਕਰਤਾਰ ਦੇ ਸਰਬਕਾਲੀ ਸਤਵਾਦੀ ਕਥਨ ਮੁਤਾਬਕ ਕੋਈ ਮਨੁੱਖ ਕਿੱਡਾ ਵੀ ਮਹਾਨ ਤੇ ਬੁੱਧੀਮਾਨ ਕਿਉਂ ਨਾ ਹੋਵੇ, ਉਹ ਤਰੁੱਟੀਆਂ ਤੋਂ ਪੂਰਨ ਰੂਪ 'ਚ ਸੁਰਖਰੂ ਨਹੀਂ ਹੋ ਸਕਦਾ। ਇਹ ਕੁਦਰਤ ਦਾ ਅਟੱਲ ਨਿਯਮ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆ ਸਰਦਾਰ ਕਪੂਰ ਸਿੰਘ ਦੀਆਂ ਕੁਝ ਰਾਜਸੀ ਧਾਰਨਾਵਾਂ ਦਲੀਲ ਅਤੇ ਤਜਰਬੇ ਦੀ ਕਸੌਟੀ ਤੇ ਖਰੀਆਂ ਨਹੀਂ ਉਤਰਦੀਆਂ ਮੰਨੀਆਂ ਜਾ ਸਕਦੀਆਂ। ਸਰਦਾਰ ਕਪੂਰ ਸਿੰਘ ਦੇ ਜ਼ਿਹਨ ਅੰਦਰ ਅਖੰਡ ਭਾਰਤ ਦਾ ਸੰਕਲਪ ਇਸ ਕਦਰ ਛਾਇਆ ਹੋਇਆ ਸੀ ਕਿ ਉਹ ਆਪਣੇ ਹਰ ਰਾਜਸੀ ਕਥਨ ਅੰਦਰ ਇਸ ਪ੍ਰਤੀ ਆਪਣੀ ਦ੍ਰਿੜ ਨਿਸ਼ਠਾ ਦੁਹਰਾਉਣ ਦੇ ਕਰਤੱਵ ਤੋਂ ਕਦੇ ਭੁੱਲ ਕੇ ਵੀ ਨਹੀਂ ਖੁੰਝੇ। ਉਹ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਜੀਵਨ ਭਰ ਕੱਟੜ ਸਮਰਥਕ ਰਹੇ। ਉਹ ਹਰ ਮੌਕੇ ਇੱਕ ਇਕਹਿਰੀ ਭਾਰਤੀ ਕੌਮ ਵਿੱਚ ਆਪਣੀ ਸ਼ਰਧਾ ਪ੍ਰਗਟ ਕਰਦੇ ਰਹੇ। 1967 ਦੀਆਂ ਚੌਥੀਆਂ ਆਮ ਚੋਣਾਂ ਮੌਕੇ ਅਕਾਲੀ ਦਲ ਮਾਸਟਰ ਧੜਾ ਦੇ ਚੋਣ ਮਨੋਰਥ ਪੱਤਰ ਅੰਦਰ ਉਹਨਾਂ ਨਾ ਸਿਰਫ ਭਾਰਤ ਦੀ ਫੌਜੀ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਜ਼ੋਰਦਾਰ ਵਜ਼ਾਹਤ ਕੀਤੀ, ਸਗੋਂ ਉਹ ਭਾਰਤ ਦੀਆਂ ਕੁਦਰਤ, ਇਤਿਹਾਸ ਅਤੇ ਵਾਤਾਵਰਣ ਦੁਆਰਾ ਬਖਸ਼ੀਆਂ ਸਰਹੱਦਾਂ ਨੂੰ ਮੁੜ ਹਥਿਆਉਣ ਦੀ ਕੋਰੀ ਹਿੰਦੂ ਸਾਵਨਿਸ਼ਟ ਪੋਜੀਸ਼ਨ ਲੈਣ ਤੱਕ ਚਲੇ ਗਏ। ਸਿੱਖ ਧਰਮ ਦੀ ਹਿੰਦੂ ਮੱਤ ਨਾਲੋਂ ਵੱਖਰੀ ਤੇ ਨਿਆਰੀ ਹਸਤੀ ਦੀ ਪੋਜੀਸ਼ਨ ਬੁਲੰਦ ਕਰਨ ਦੇ ਨਾਲ ਹੀ ਸਰਦਾਰ ਕਪੂਰ ਸਿੰਘ ਅੰਦਰ ਦੋਵਾਂ ਦੇ ਸਾਂਝੇ ਮੂਲ ਉੱਤੇ ਵਧਵਾਂ ਜ਼ੋਰ ਦੇਣ ਦੀ ਉਲਾਰ ਬਿਰਤੀ ਕੰਮ ਕਰਦੀ ਦੇਖੀ ਜਾ ਸਕਦੀ ਹੈ। ਹਿੰਦੂਆਂ ਪ੍ਰਤੀ ਉਹਨਾਂ ਦਾ ਗਿਲਾ ਇਹ ਸੀ ਕਿ ਉਹ ਆਪਣੇ ਮੂਲ ਨਾਲ ਵਫਾਦਾਰ ਨਹੀਂ ਰਹੇ, ਜਦਕਿ ਸਿੱਖ ਪੁਰਾਤਨ ਹਿੰਦੂ ਜਾਤੀ ਦੀ ਇਸ ਮੂਲ ਵਿਰਾਸਤ ਦੇ ਅਸਲੀ ਅਤੇ ਸੱਚੇ ਪਹਿਰੇਦਾਰ ਹਨ। ਉਹ ਫਖਰ ਨਾਲ ਇਹ ਗੱਲ ਕਹਿੰਦੇ ਸਨ ਕਿ ਸਿੱਖ ਸਨਾਤਨ ਤੇ ਵਿਸ਼ਵ ਕਲਿਆਣਕਾਰੀ ਹਿੰਦੂ ਧਰਮ ਦੀ ਸ਼ੁੱਧ ਆਤਮਾ ਦੇ ਵਾਰਸ ਹਨ। ਪੰਜਾਬੀ ਸੂਬੇ ਦੀ ਸਥਾਪਨਾ ਦੇ ਮੌਕੇ ਲੋਕ ਸਭਾ ਅੰਦਰ ਪੰਜਾਬ ਪੁਨਰਗਠਨ ਬਿੱਲ ਉੱਤੇ ਹੋਈ ਬਹਿਸ ਦੌਰਾਨ ਉਹਨਾਂ ਵੱਲੋਂ ਦਿੱਤੇ ਗਏ ਵਿਵੇਕਪੂਰਨ ਭਾਸ਼ਣ ਦੀ ਸੁਰ ਵੀ ਕੁਝ ਅਜਿਹੀ ਹੀ ਸੀ। 27 ਅਪ੍ਰੈਲ 1969 ਨੂੰ ਸਿੱਖ ਹੋਮਲੈਂਡ ਦੀ ਵਿਆਖਿਆ ਹਿੱਤ ਜਾਰੀ ਕੀਤੇ ਆਪਣੇ ਇੱਕ ਅਹਿਮ ਬਿਆਨ ਅੰਦਰ ਉਹਨਾਂ ਭਾਰਤੀ ਸੰਵਿਧਾਨ ਦੀ ਪਹਿਲੀ ਮੱਦ ਦੀ ਅਰਥ ਪੇਸ਼ਕਾਰੀ ਕਰਦਿਆਂ ਵੀ ਅਜਿਹੀ ਹੀ ਪਹੁੰਚ ਪ੍ਰਗਟਾਈ ਸੀ। ਸਿੱਖ ਉਭਾਰ, ਚੁਣੌਤੀਆਂ ਤੇ ਸੀਮਤਾਈਆਂ। ਸ਼੍ਰੋਮਣੀ ਅਕਾਲੀ ਦਲ ਦਾ 1948 ਵਿੱਚ ਕਾਂਗਰਸ ਪਾਰਟੀ ਅੰਦਰ ਸ਼ਾਮਲ ਹੋਣ ਦਾ ਫੈਸਲਾ ਸ਼ਬਦ ਦੇ ਸਹੀ ਅਰਥਾਂ ਵਿੱਚ ਕਿਸੇ ਬਕਾਇਦਾ ਰੂਪ ਵਿੱਚ ਨੇਪਰੇ ਚੜ੍ਹੇ ਸਮਝੌਤੇ ਦਾ ਨਤੀਜਾ ਨਹੀਂ ਸੀ,
ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਕਾਲੀ ਦਲ ਦੀ ਕਿਸੇ ਵੀ ਮੁੱਖ ਮੰਗ ਨੂੰ ਪ੍ਰਵਾਨ ਕਰ ਲੈਣ ਦਾ ਕੋਈ ਲਿਖਤੀ ਵਚਨ ਨਹੀਂ ਸੀ ਦਿੱਤਾ ਗਿਆ। ਅਸਲ ਵਿੱਚ ਹੋਇਆ ਇਹ ਕਿ ਕਾਂਗਰਸੀ ਆਗੂਆਂ ਨੇ ਅਕਾਲੀ ਦਲ ਅੰਦਰ ਪਹਿਲਾਂ ਹੀ ਵੱਡੀ ਸੰਨ ਲਾ ਲਈ ਹੋਈ ਸੀ। ਉਹਨਾਂ ਕੁਝ ਪ੍ਰਮੁੱਖ ਅਕਾਲੀ ਆਗੂਆਂ ਨੂੰ ਜਾਂ ਤਾਂ ਵਿਚਾਰਧਾਰਕ ਤੌਰ ਤੇ ਭਰਮਾ ਕੇ ਅਤੇ ਜਾਂ ਵਜ਼ਾਰਤਾਂ ਤੇ ਅਹੁਦਿਆਂ ਦਾ ਚੋਗਾ ਸੁੱਟ ਕੇ ਅਤੇ ਜਾਂ ਫਿਰ ਇਹਨਾਂ ਦੋਨੋਂ ਹੀ ਦਵਾਈਆਂ ਦੀ ਮਿਸ਼ਰਤ ਖੁਰਾਕ ਪਿਲਾ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਪ੍ਰੇਰ ਲਿਆ ਹੋਇਆ ਸੀ। ਕਾਂਗਰਸ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਹੀ ਮਨ ਬਣਾਈ ਬੈਠੇ ਇਹ ਮੌਕਾ ਤਾੜੂ ਆਗੂ, ਜਿਨ੍ਹਾਂ ਦੀ ਕਮਾਨ ਉਸ ਵੇਲੇ ਅਕਾਲੀ ਦਲ ਦੀ ਪ੍ਰਧਾਨਗੀ ਕਰ ਰਹੇ ਗਿਆਨੀ ਕਰਤਾਰ ਸਿੰਘ ਖੁਦ ਕਰ ਰਹੇ ਸਨ, ਆਪਣੀ ਜ਼ਮੀਰ ਨੂੰ ਦਲ ਬਦਲੀ ਦੇ ਗੁਨਾਹ ਦੇ ਬੋਝ ਤੋਂ ਸੁਰਖਰੂ ਰੱਖਣ ਲਈ ਮਾਸਟਰ ਤਾਰਾ ਸਿੰਘ ਵਰਗੇ ਲੋਕਾਂ ਦੇ ਵਿਚਾਰਧਾਰਕ ਭੰਬਲ ਭੂਸੇ ਅਤੇ ਰਾਜਨੀਤਿਕ ਉਣਤਾਈਆਂ ਦਾ ਫਾਇਦਾ ਉਠਾ ਕੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਲੋਂ ਸਮੂਹਕ ਦਲ ਬਦਲੀ ਦਾ ਫੈਸਲਾ ਕਰਵਾਉਣ ਵਿੱਚ ਸਫਲ ਹੋ ਗਏ। ਵਰਕਿੰਗ ਕਮੇਟੀ ਦੇ 17 ਮਾਰਚ 1948 ਦੇ ਮਤੇ ਵਿੱਚ ਠੋਸ ਗੱਲ ਕੋਈ ਨਹੀਂ ਸੀ ਕੀਤੀ ਗਈ। ਇਹ ਅਕਾਲੀ ਆਗੂਆਂ ਦਾ ਇੱਕ ਤਰਫਾ ਫੈਸਲਾ ਜਾਂ ਇਹ ਕਹਿ ਲਵੋ ਕਿ ਕਾਂਗਰਸੀ ਆਗੂਆਂ ਅੱਗੇ ਬਿਨਾਂ ਸ਼ਰਤ ਆਤਮ ਸਮਰਪਣ ਹੀ ਸੀ। ਇਸ ਕਰਕੇ ਕਾਂਗਰਸੀ ਆਗੂਆਂ ਉੱਤੇ ਸਮਝੌਤੇ ਦੇ ਪਾਬੰਦ ਰਹਿਣ ਦੀ ਨਾ ਤਾਂ ਕੋਈ ਰਾਜਸੀ ਬੰਦਸ਼ ਸੀ ਅਤੇ ਨਾ ਹੀ ਕੋਈ ਨੈਤਿਕ ਦਬਾਅ ਸੀ। ਉਹ ਆਪਣੇ ਸਿੱਖ ਦੁਸ਼ਮਣ ਵਤੀਰੇ ਨੂੰ ਜਾਰੀ ਰੱਖਣ ਅਤੇ ਸਿੱਖ ਦੁਸ਼ਮਣੀ ਦੇ ਰਾਹ ਤੇ ਅੱਗੇ ਵਧਣ ਲਈ ਪੂਰੀ ਤਰ੍ਹਾਂ ਆਜ਼ਾਦ ਸਨ। ਹੋਇਆ ਵੀ ਇੰਜ ਹੀ। ਉਹਨਾਂ ਆਪਣੀ ਇਸ ਆਜ਼ਾਦੀ ਦਾ ਰੱਜ ਕੇ ਆਨੰਦ ਮਾਣਿਆ। ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਭਾਰਗੋ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜੂਨ 1948 ਵਿੱਚ ਸਿੱਖਿਆ ਦੇ ਮਾਧਿਅਮ ਸੰਬੰਧੀ ਇੱਕ ਸਰਕੂਲਰ ਜਾਰੀ ਕਰਕੇ ਪੰਜਾਬ ਅੰਦਰ ਹਿੰਦੀ ਨੂੰ ਪੰਜਾਬ ਦੀ ਸੌਂਕਣ ਬਣਾਉਣ ਦੇ ਫਿਰਕੂ ਅਮਲ ਦਾ ਰਸਮੀ ਉਦਘਾਟਨ ਕਰ ਦਿੱਤਾ। ਸਿੱਖਾਂ ਵੱਲੋਂ ਇਸ ਫੈਸਲੇ ਦੇ ਵਿਰੋਧ ਨੇ ਪੰਜਾਬੀ ਦੀਆਂ ਸਵਰਨ ਜਾਤੀ ਹਿੰਦੂ ਪਰਤਾਂ ਅੰਦਰ ਇੱਕ ਜਵਾਲ ਪੈਦਾ ਕਰ ਦਿੱਤਾ। ਮਹਾਸ਼ਾ ਪ੍ਰੈਸ ਨੇ ਸਿੱਖਾਂ ਵਿਰੁੱਧ ਫਿਰਕੂ ਉਦਮੂਲ ਚੁੱਕ ਲਿਆ। ਦੇਸ਼ ਦੇ ਅੰਦਰ ਅਤੇ ਭਾਰਤੀ ਸੰਵਿਧਾਨ ਦੇ ਹੇਠ ਹੀ ਸਿੱਖਾਂ ਦੇ ਧਰਮ, ਸੱਭਿਆਚਾਰ ਤੇ ਭਾਸ਼ਾ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਦੀ ਨਿਮਾਣੀ ਜਿਹੀ ਮੰਗ ਨੂੰ ਵੀ ਸਿੱਖਸਤਾਨ ਅਤੇ ਖਾਲਿਸਤਾਨ ਦੀ ਮੰਗ ਦੇ ਰੂਪ ਵਿੱਚ ਪੇਸ਼ ਕਰਕੇ ਸਿੱਖ ਭਾਈਚਾਰੇ ਨੂੰ ਮਨਮਾਨੇ ਢੰਗ ਨਾਲ ਦੋਸ਼ੀਆਂ ਦੇ ਕਠਹਿਰੇ 'ਚ ਖੜਾ ਕਰ ਲਿਆ ਗਿਆ ਅਤੇ ਫਿਰ ਜੋ ਵੀ ਗਾਲ ਮੂੰਹ ਵਿੱਚ ਆਈ ਅਤੇ ਜੋ ਵੀ ਹਥਿਆਰ ਹੱਥ ਵਿੱਚ ਆਇਆ ਉਹ ਅੰਨ੍ਹੇਵਾਹ ਸਿੱਖ ਭਾਈਚਾਰੇ ਵੱਲ ਵਗਾ ਮਾਰਿਆ। ਸਰਦਾਰ ਅਜੀਤ ਸਿੰਘ ਸਰਹੱਦੀ ਨੇ ਉਸ ਸਮੇਂ ਦੇ ਹਾਲਾਤ ਬਾਰੇ ਲਿਖਦਿਆਂ ਹੋਇਆਂ ਇਸ ਹਿੰਦੂ ਹੁਕਮਰਾਨੀ ਵਤੀਰੇ ਦਾ ਇਸ ਤਰ੍ਹਾਂ ਖੁਲਾਸਾ ਕੀਤਾ ਹੈ। ਸਿੱਖਾਂ ਨੂੰ ਰਾਜਨੀਤਿਕ ਤੌਰ ਤੇ ਸੰਤੁਸ਼ਟ ਕਰਨ ਲਈ ਕੋਈ ਵੀ ਕਦਮ ਨਾ ਉਠਾਇਆ ਗਿਆ। ਉਹਨਾਂ ਦੇ ਵਾਜਬ ਦਾਅਵਿਆਂ ਦਾ ਵੀ ਮਜ਼ਾਕ ਉਡਾਇਆ ਗਿਆ। ਉਹਨਾਂ ਦੀਆਂ ਇੱਛਾਵਾਂ ਉੱਤੇ ਦੰਦੀਆਂ ਕੱਢੀਆਂ ਗਈਆਂ। ਉਹਨਾਂ ਦੇ ਲੀਡਰ ਜੇਲ੍ਹ ਅੰਦਰ ਸੁੱਟ ਦਿੱਤੇ ਗਏ ਅਤੇ ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਗਿਆ ਕਿ ਉਹ ਘਟੀਆ ਦਰਜੇ ਦੇ ਨਾਗਰਿਕ ਹਨ। ਭਾਵਾਤਮਕ ਏਕਤਾ ਉੱਤੇ ਜ਼ੋਰ ਦਿੱਤਾ ਗਿਆ, ਪਰ ਇਸ ਦਾ ਸ਼ੋਰ ਵੀ ਹਵਾ ਵਿੱਚ ਹੀ ਪਾਇਆ ਗਿਆ ਅਤੇ ਇਸ ਦੇ ਲਈ ਕੋਈ ਆਧਾਰ ਤਿਆਰ ਨਾ ਕੀਤਾ ਗਿਆ। ਪੰਥ ਅੰਦਰੋਂ ਹੱਥ ਠੋਕੇ ਕਿਸਮ ਦੇ ਬੰਦੇ ਚੁਣੇ ਗਏ ਅਤੇ ਉਹਨਾਂ ਦਾ ਗੁੱਡਾ ਬੰਨਿਆ ਗਿਆ। ਕਾਂਗਰਸੀ ਹਾਕਮਾਂ ਤੇ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਦੇ ਇਸ ਅਖੜ ਵਤੀਰੇ ਨੇ ਸਿੱਖ ਭਾਈਚਾਰੇ ਅੰਦਰ ਆਪਣੀ ਆਨ ਅਤੇ ਸ਼ਾਨ ਦੀ ਰਾਖੀ ਦਾ ਤਿੱਖਾ ਸਰੋਕਾਰ ਜਗਾ ਦਿੱਤਾ ਅਤੇ ਅਕਾਲੀ ਲੀਡਰਸ਼ਿਪ ਦੇ ਇੱਕ ਹਿੱਸੇ ਵੱਲੋਂ ਕਾਂਗਰਸੀ ਹਾਕਮਾਂ ਅੱਗੇ ਗੋਡੇ ਟੇਕ ਕੇ ਉਹਨਾਂ ਦੇ ਰਾਜਸੀ ਮੁਲਾਜ਼ਮ ਬਣ ਜਾਣ ਦੇ ਬਾਵਜੂਦ ਆਮ ਸਿੱਖ ਜਨਤਾ ਅੰਦਰ ਲੜਨ ਦਾ ਜਜ਼ਬਾ ਅਤੇ ਰੌਂ ਜ਼ੋਰ ਫੜਨ ਲੱਗਾ। ਭਾਵੇਂ ਅਕਾਲੀ ਲੀਡਰਸ਼ਿਪ ਨੇ ਆਪਣੇ ਇੱਕ ਤਰਫਾ ਮੁਆਇਦੇ ਅਨੁਸਾਰ ਕਾਂਗਰਸੀ ਹਾਕਮਾਂ ਨੂੰ ਅਕਾਲੀ ਦਲ ਵੱਲੋਂ ਕੋਈ ਵੀ ਰਾਜਸੀ ਸਰਗਰਮੀ ਨਾ ਕਰਨ ਅਤੇ ਆਪਣੇ ਆਪ ਨੂੰ ਸਿਰਫ ਧਾਰਮਿਕ ਤੇ ਸੱਭਿਆਚਾਰਕ ਸਰਗਰਮੀਆਂ ਦੇ ਖੇਤਰ ਤੱਕ ਸੀਮਿਤ ਰੱਖਣ ਦਾ ਇੱਕ ਤਰਫਾ ਵਚਨ ਦਿੱਤਾ ਹੋਇਆ ਸੀ, ਪਰ ਪੈਦਾ ਹੋਈ ਹਾਲਤ ਦੇ ਸਨਮੁਖ ਅਕਾਲੀ ਲੀਡਰਸ਼ਿਪ ਲਈ ਸਿੱਖ ਭਾਵਨਾਵਾਂ ਦੇ ਜਵਾਲ ਨੂੰ ਆਪਣੇ ਇਸ ਵਚਨ ਦੀਆਂ ਵਲਗਣਾ ਅੰਦਰ ਵਲ ਕੇ ਰੱਖ ਸਕਣਾ ਮੁਹਾਲ ਹੋ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸਿੱਖ ਭਾਵਨਾਵਾਂ ਦੀ ਆਵਾਜ਼ ਨੂੰ ਦਿੱਲੀ ਦੇ ਹਾਕਮਾਂ ਦੇ ਕੰਨਾਂ ਤੱਕ ਪਹੁੰਚਾਉਣ ਦੀ ਮਨਸ਼ਾ ਨਾਲ 20 ਫਰਵਰੀ ਨੂੰ ਦਿੱਲੀ ਵਿਖੇ ਇੱਕ ਸਿੱਖ ਕਾਨਫਰੰਸ ਕਰਨ ਦਾ ਫੈਸਲਾ ਕਰ ਲਿਆ। ਇਸ ਨਾਲ ਕਾਂਗਰਸੀ ਹਾਕਮਾਂ ਨੂੰ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ। ਕਾਂਗਰਸੀ ਹਾਕਮ ਖਾਸ ਕਰਕੇ ਨਹਿਰੂ ਤੇ ਪਟੇਲ ਸਿੱਖਾਂ ਦੀ ਜਥੇਬੰਦਕ ਰੂਪ ਵਿੱਚ ਆਵਾਜ਼ ਉਠਾਉਣ ਦੀ ਇਸ ਗੁਸਤਾਖੀ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਕਰਨ ਲਈ ਰਾਜ਼ੀ ਨਹੀਂ ਸਨ। ਪਟੇਲ ਨੇ ਆਪਣੇ ਲੋਹ ਪੁਰਸ਼ ਹੋਣ ਦਾ ਸਬੂਤ ਦੇਣ ਲਈ ਸ਼ਹੀਦੀ ਦੀਵਾਨ ਉੱਤੇ ਸਖਤ ਪਾਬੰਦੀਆਂ ਦੇ ਹੁਕਮ ਚਾੜ ਦਿੱਤੇ। ਮਾਸਟਰ ਤਾਰਾ ਸਿੰਘ ਨੂੰ ਦਿੱਲੀ ਜਾਂਦਿਆਂ ਨਰੇਲਾ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਅਲਮੋੜਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਬਾਕੀ ਦੇ ਬਾਗੀ ਅਕਾਲੀ ਆਗੂਆਂ ਨੂੰ ਵੀ ਜਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਾਂ ਰੂਪੋਸ਼ ਹੋਣ ਲਈ ਮਜਬੂਰ ਕਰ ਦਿੱਤਾ ਗਿਆ।
ਪਰ ਸਾਰੀਆਂ ਬੰਦਸ਼ਾਂ ਦੇ ਬਾਵਜੂਦ 20 ਫਰਵਰੀ ਨੂੰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਦੇ ਅਹਾਤੇ ਅੰਦਰ ਸਿੱਖਾਂ ਦਾ ਇੱਕ ਪ੍ਰਭਾਵਸ਼ਾਲੀ ਇਕੱਠ ਜੁੜਿਆ ਅਤੇ ਸਿੱਖ ਪੰਥ ਦੇ ਹਿੱਤਾਂ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਦੇ ਵਿਚਾਰ ਅਤੇ ਜਜ਼ਬਾਤ ਪ੍ਰਗਟਾਏ ਗਏ। ਭਾਰਤ ਦੇ ਸੰਵਿਧਾਨ ਅੰਦਰ ਸਿੱਖਾਂ ਦੇ ਨੁਕਤਾ ਨਜ਼ਰ ਨੂੰ ਜਰਾ ਜਿੰਨੀ ਵੀ ਜਗ੍ਹਾ ਦੇਣ ਤੋਂ ਕੋਰਾ ਇਨਕਾਰ ਕਰ ਦੇਣ ਦੇ ਹਿੰਦੂ ਹੁਕਮਰਾਨੀ ਵਤੀਰੇ ਨੇ ਸਿੱਖ ਭਾਵਨਾਵਾਂ ਨੂੰ ਹੋਰ ਵੀ ਲਾਂਬੂ ਲਾ ਦਿੱਤੇ। ਪ੍ਰਮੁੱਖ ਲੀਡਰਾਂ ਦੇ ਜੇਲ੍ਹਾਂ 'ਚ ਬੰਦ ਹੋਣ ਦੇ ਬਾਵਜੂਦ 2 ਮਾਰਚ 1949 ਨੂੰ ਪੰਜਾਬ ਅਤੇ ਦਿੱਲੀ ਅੰਦਰ ਸਿੱਖਾਂ ਨੇ ਵੱਡੇ ਪੈਮਾਨੇ ਤੇ ਰੋਸ ਮਾਰਚ ਕਰਕੇ ਆਪਣੇ ਰੋਹ ਅਤੇ ਗੁੱਸੇ ਦਾ ਭਰਵਾਂ ਪ੍ਰਗਟਾਵਾ ਕੀਤਾ। ਅਪ੍ਰੈਲ ਵਿੱਚ ਅੰਮ੍ਰਿਤਸਰ ਵਿਖੇ ਸਿੱਖਾਂ ਦੀ ਇੱਕ ਬਹੁਤ ਹੀ ਵਿਸ਼ਾਲ ਤੇ ਭਰਵੀਂ ਕਨਵੈਨਸ਼ਨ ਹੋਈ, ਜਿਸ ਵਿੱਚ ਹਰ ਖੇਤਰ ਅਤੇ ਹਰ ਕਿੱਤੇ ਦੇ ਸਿੱਖ ਸ਼ਾਮਲ ਹੋਏ। ਇਸ ਕਾਨਫਰੰਸ ਅੰਦਰ ਖੁੱਲ੍ਹੇ ਰੂਪ ਵਿੱਚ ਪੰਜਾਬੀ ਸੂਬੇ ਦੀ ਮੰਗ ਦਾ ਜ਼ਿਕਰ ਹੋਇਆ। ਇਸੇ ਦੌਰਾਨ ਮਾਸਟਰ ਤਾਰਾ ਸਿੰਘ ਸਮੇਤ ਸਾਰੇ ਅਕਾਲੀ ਆਗੂ ਤੇ ਵਰਕਰ ਜਾਂ ਤਾਂ ਆਪਣੀਆਂ ਸਜ਼ਾਵਾਂ ਦੀ ਮਿਆਦ ਪੂਰੀ ਕਰਕੇ ਅਤੇ ਜਾਂ ਕਾਨੂੰਨੀ ਪੱਖ ਤੋਂ ਮੁਕੱਦਮੇ ਜਿੱਤ ਕੇ ਜੇਲ੍ਹਾਂ ਤੋਂ ਬਾਹਰ ਆ ਗਏ। 15 ਦਸੰਬਰ ਦੀ ਸਰਬ ਹਿੰਦ ਕਾਂਗਰਸੀ ਸਿੱਖ ਕਨਵੈਨਸ਼ਨ ਦੇ ਅਗਲੇ ਹੀ ਦਿਨ ਅੰਮ੍ਰਿਤਸਰ ਦੀ ਹੀ ਪਵਿੱਤਰ ਨਗਰੀ ਅੰਦਰ ਇੱਕ ਵਿਸ਼ਾਲ ਸਿੱਖ ਕਨਵੈਨਸ਼ਨ ਹੋਈ, ਜਿਸ ਨੇ ਹਾਜ਼ਰੀ ਅਤੇ ਜੋਸ਼ ਖਰੋਸ਼ ਪੱਖੋਂ ਕਾਂਗਰਸੀ ਕਨਵੈਨਸ਼ਨ ਦੇ ਪ੍ਰਭਾਵ ਨੂੰ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ। ਫਰਵਰੀ 1953 ਵਿੱਚ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਤੇਜਾ ਸਿੰਘ ਦੀ ਅਗਵਾਈ ਹੇਠ ਇੱਕ ਸਰਬ ਪਾਰਟੀ ਸਿੱਖ ਕਨਵੈਨਸ਼ਨ ਹੋਈ, ਜਿਸ ਵਿੱਚ ਵੱਡੀ ਗਿਣਤੀ 'ਚ ਸ਼ਾਮਲ ਹੋਏ ਸਿੱਖ ਬੁੱਧੀਜੀਵੀਆਂ ਨੇ ਭਾਰਤੀ ਹਾਕਮਾਂ ਦੀ ਸਿੱਖ ਦੁਸ਼ਮਣ ਸੋਚਣੀ ਦੀ ਕਰਾਰੇ ਲਫ਼ਜ਼ਾਂ 'ਚ ਨਿੰਦਿਆ ਕੀਤੀ। 27 ਦਸੰਬਰ 1953 ਨੂੰ ਪੈਪਸੂ ਅੰਦਰ ਹੋਣ ਜਾ ਰਹੀਆਂ ਮੱਧਕਾਲੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਜਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੌਰਾਨ ਜੁੜੀ ਕਾਂਗਰਸ ਦੀ ਕਾਨਫਰੰਸ ਅੰਦਰ ਸਿੱਖ ਸੰਗਤਾਂ ਨੂੰ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਜ਼ਾਦ ਭਾਰਤ ਅੰਦਰ ਪਹਿਲੀ ਵਾਰ ਲੋਕਾਂ ਦੇ ਖੁੱਲ੍ਹੇ ਅਤੇ ਰੋਹ ਭਰੇ ਵਿਰੋਧ ਦਾ ਸਵਾਦ ਚਖਣਾ ਪਿਆ। ਸਿੱਖ ਸੰਗਤਾਂ ਦੇ ਗੁੱਸੇ ਅਤੇ ਵਿਰੋਧ ਦੇ ਸਨਮੁਖ ਨਹਿਰੂ ਨੂੰ ਆਪਣਾ ਭਾਸ਼ਣ ਅੱਧ ਵਿਚਾਲੇ ਛੱਡ ਕੇ ਭੱਜਣਾ ਪੈ ਗਿਆ। ਇੱਥੇ ਇਹਨਾਂ ਘਟਨਾਵਾਂ ਦਾ ਵੇਰਵਾ ਦੇਣ ਦਾ ਮੰਤਵ ਇਹ ਦਰਸਾਉਣਾ ਹੈ ਕਿ ਸਿੱਖ ਭਾਈਚਾਰਾ ਪੰਥਕ ਹਿੱਤਾਂ 'ਤੇ ਹੋਣ ਵਾਲੇ ਕਿਸੇ ਵੀ ਹਮਲੇ ਨੂੰ ਚੁੱਪ ਕਰਕੇ ਸਹਿ ਲੈਣ ਲਈ ਤਿਆਰ ਨਹੀਂ ਸੀ। ਉਹ ਪੰਥ ਦੇ ਗੌਰਵ ਤੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਜੱਦੋ-ਜਹਿਦ ਕਰਨ ਦੇ ਰੌਂ ਵਿੱਚ ਸੀ। ਸਿੱਖ ਪੰਥ ਅੰਦਰ ਪੰਜਾਬੀ ਸੂਬੇ ਦੀ ਮੰਗ ਦੇ ਪੱਖ ਵਿੱਚ ਉਤਸ਼ਾਹਤ ਤੇ ਜੱਦੋ-ਜਹਿਦ ਦਾ ਰੌਂ ਇਸ ਕਦਰ ਜ਼ੋਰ ਫੜ ਗਿਆ ਕਿ ਜਦ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ 6 ਅਪ੍ਰੈਲ 1955 ਨੇ ਪੰਜਾਬੀ ਸੂਬੇ ਦੇ ਨਾਅਰੇ ਉੱਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਤਾਂ ਸਿੱਖ ਜਗਤ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਅਕਾਲੀ ਦਲ ਨੇ ਦਫਾ 44 ਤੇ ਮਨਾਹੀ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਪੰਜਾਬੀ ਸੂਬੇ ਦੇ ਨਾਅਰੇ ਤੇ ਲੱਗੀ ਪਾਬੰਦੀ ਹਟਾਉਣ ਲਈ 10 ਮਈ ਨੂੰ ਬਕਾਇਦਾ ਰੂਪ ਵਿੱਚ ਸ਼ਾਂਤਮਈ ਮੋਰਚਾ ਆਰੰਭ ਕਰ ਦਿੱਤਾ। ਭੀਮ ਸੈਨ ਸੱਚਰ ਦੀ ਅਗਵਾਈ ਹੇਠਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਮੋਰਚੇ ਨੂੰ ਨਾਕਾਮ ਬਣਾਉਣ ਲਈ ਪੰਜਾਬ ਭਰ ਅੰਦਰ ਜ਼ਬਰ ਅਤੇ ਤਸ਼ੱਦਦ ਦੀ ਵਿਆਪਕ ਮੁਹਿੰਮ ਛੇੜ ਦਿੱਤੀ, ਪਰ ਸਿੱਖ ਜਨਤਾ ਨੇ ਗ੍ਰਿਫਤਾਰੀਆਂ, ਵਾਰੰਟਾਂ, ਕੁਰਕੀਆਂ, ਸਜ਼ਾਵਾਂ ਤੇ ਤਸੀਹਿਆਂ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਮੋਰਚੇ ਅੰਦਰ ਪੂਰੇ ਉਤਸ਼ਾਹ ਤੇ ਸਿਦਕ ਦਿਲੀ ਨਾਲ ਭਾਗ ਲੈਣਾ ਜਾਰੀ ਰੱਖਿਆ। ਮੋਰਚੇ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੋਣ ਕਰਕੇ ਸਿੱਖ ਵਲੰਟੀਅਰਾਂ ਦਾ ਅੰਮ੍ਰਿਤਸਰ ਵੱਲ ਵਹਾਅ ਨਿਰੰਤਰ ਜਾਰੀ ਰਿਹਾ। ਜਦ ਹਕੂਮਤੀ ਤਾਕਤ ਤੇ ਤਸ਼ੱਦਦ ਦੇ ਆਸਰੇ ਇਸ ਵਹਾਅ ਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਬੁਖਲਾਹਟ ਵਿੱਚ ਆਏ ਹਾਕਮ 4 ਜੁਲਾਈ ਨੂੰ ਸ਼੍ਰੀ ਦਰਬਾਰ ਸਾਹਿਬ ਅੰਦਰ ਪੁਲਸੀ ਧਾੜਾਂ ਭੇਜਣ ਤੱਕ ਚਲੇ ਗਏ। ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਪੁਲਿਸ ਦਾਖਲੇ ਦਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਉੱਤੇ ਡਾਂਗਾਂ ਦੀ ਬੁਛਾੜ ਦੇ ਨਾਲ ਹੀ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ। ਆਪਣੇ ਸਮਝੇ ਜਾਂਦੇ ਹਾਕਮਾਂ ਹੱਥੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ ਦੀ ਘੋਰ ਬੇਅਦਬੀ ਦਾ ਇਹ ਇਤਿਹਾਸ ਅੰਦਰ ਪਹਿਲਾ ਵਾਕਿਆ ਸੀ। ਇਸ ਖਿਲਾਫ ਸਿੱਖਾਂ ਦੇ ਵਿਆਪਕ ਗੁੱਸੇ ਤੇ ਰੋਹ ਨੂੰ ਦੇਖਦੇ ਹੋਏ ਭੀਮ ਸੈਨ ਸੱਚਰ ਨੂੰ ਥੋੜੇ ਹੀ ਦਿਨਾਂ ਬਾਅਦ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਆ ਕੇ ਸਿੱਖ ਕੌਮ ਕੋਲੋਂ ਖੁੱਲ੍ਹੇ ਤੌਰ ਤੇ ਮੁਆਫੀ ਮੰਗਣ ਲਈ ਮਜਬੂਰ ਹੋਣਾ ਪੈ ਗਿਆ। 12 ਜੁਲਾਈ ਨੂੰ ਪੰਜਾਬੀ ਸੂਬੇ ਦੇ ਨਾਅਰੇ ਤੋਂ ਪਾਬੰਦੀ ਹਟਾਉਣ ਦੇ ਫੈਸਲੇ ਨਾਲ ਮੋਰਚਾ ਤਾਂ ਖਤਮ ਹੋ ਗਿਆ, ਪਰ ਭੀਮ ਸੈਨ ਸੱਚਰ ਨੂੰ ਸਿੱਖ ਕੌਮ ਕੋਲੋਂ ਮੁਆਫੀ ਮੰਗਣ ਦੀ ਕਮਜ਼ੋਰੀ ਦਿਖਾਉਣ ਬਦਲੇ ਹਿੰਦੂ ਵਰਗ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਾ ਪੈ ਗਿਆ। ਕਾਂਗਰਸ ਅੰਦਰਲੇ ਸੱਚਰ ਵਿਰੋਧੀ ਗੁੱਟ ਨੇ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਕਾਂਗਰਸ ਹਾਈ ਕਮਾਂਡ ਦੀ ਸਹਾਇਤਾ ਨਾਲ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ। ਭੀਮ ਸੈਨ ਸੱਚਰ ਦੀ ਜਗ੍ਹਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋ ਗਏ।
ਇਸ ਦੇ ਨਾਲ ਹੀ ਦਿੱਲੀ ਦੇ ਹਿੰਦੂ ਹੁਕਮਰਾਨਾਂ ਵੱਲੋਂ ਆਪਣੇ ਇਸ ਸਿੱਖ ਰੂਪ ਦਰੋਗੇ ਰਾਹੀਂ ਸਿੱਖ ਕੌਮ ਉੱਤੇ ਵੈਸ਼ੀ ਜ਼ੁਲਮ ਢਾਉਣ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਨੇ ਨਾ ਸਿਰਫ ਪੰਥ ਨੂੰ ਇੱਕ ਵੱਡੇ ਸੰਤਾਪ ਦੇ ਮੂੰਹ ਵਿੱਚ ਧੱਕ ਦਿੱਤਾ, ਸਗੋਂ ਹਿੰਦੂ ਹਾਕਮਾਂ ਦੀ ਜਮਹੂਰੀਅਤ, ਧਰਮ ਨਿਰਪੱਖਤਾ ਤੇ ਇਨਸਾਫ ਪਸੰਦੀ ਦੇ ਵਾਅਦਿਆਂ ਤੇ ਦਿਖਾਵਿਆਂ ਦਾ ਨੰਗ ਵੀ ਸ਼ਰੇਆਮ ਉਜਾਗਰ ਹੋ ਗਿਆ। ਫਿਰਕੂ ਸਫਬੰਦੀ। ਇਸ ਅਰਸੇ ਦੌਰਾਨ ਪੰਜਾਬ ਅੰਦਰ ਲਗਭਗ ਹਰ ਮਸਲੇ ਉੱਤੇ, ਉਹ ਧਾਰਮਿਕ ਹੋਵੇ ਜਾਂ ਵਿਦਿਅਕ, ਰਾਜਸੀ ਹੋਵੇ ਜਾਂ ਸੱਭਿਆਚਾਰਕ, ਹਿੰਦੂ ਤੇ ਸਿੱਖ ਵਰਗ ਦੇ ਇੱਕ ਦੂਜੇ ਨਾਲ ਟਕਰਾਵੇਂ ਵਿਚਾਰ ਤੇ ਦ੍ਰਿਸ਼ਟੀਕੋਣ ਪ੍ਰਗਟ ਹੋਏ। ਮਸਲਾ ਘੱਟ ਗਿਣਤੀ ਧਾਰਮਿਕ ਵਰਗਾਂ ਲਈ ਸੰਵਿਧਾਨਕ ਸੁਰੱਖਿਆਵਾਂ ਦੀ ਮੰਗ ਦਾ ਹੋਵੇ, ਮਾਂ ਬੋਲੀ ਪੰਜਾਬ ਪ੍ਰਤੀ ਰਵੱਈਏ ਦਾ ਹੋਵੇ, 1951 ਦੀ ਮਰਦਮਸ਼ੁਮਾਰੀ ਤੇ 1952 ਦੀਆਂ ਆਮ ਚੋਣਾਂ ਹੋਣ, ਹਿੰਦੂਆਂ ਤੇ ਸਿੱਖਾਂ ਵਿਚਕਾਰ ਵਿਰੋਧ ਦੀ ਖਾਈ ਲਗਾਤਾਰ ਡੂੰਘੀ ਹੁੰਦੀ ਚਲੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਸੰਬਰ 1954 ਨੇ ਸਪਸ਼ਟ ਰੂਪ 'ਚ ਇਹ ਦਰਸਾ ਦਿੱਤਾ ਕਿ ਪੰਥਕ ਹਿੱਤਾਂ ਦੀ ਰਾਖੀ ਦੇ ਮਾਮਲੇ ਵਿੱਚ ਲਗਭਗ ਸਮੁੱਚਾ ਸਿੱਖ ਵਰਗ ਡਟ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਸੀ। ਇਹਨਾਂ ਚੋਣਾਂ ਵਿੱਚ ਕਾਂਗਰਸ ਨੇ ਖਾਲਸਾ ਦਲ ਫਰੰਟ ਬਣਾ ਕੇ ਅਤੇ ਕਮਿਊਨਿਸਟਾਂ ਨੇ ਦੇਸ਼ ਭਗਤ ਬੋਰਡ ਦੇ ਫੱਟੇ ਹੇਠ ਜ਼ੋਰ ਅਜ਼ਮਾਈ ਕੀਤੀ, ਪਰ ਇਹਨਾਂ ਗੈਰ ਪੰਥਕ ਧਿਰਾਂ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ। ਉਹਨਾਂ ਨੇ ਕੁੱਲ 132 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ, ਜਿਨ੍ਹਾਂ ਚੋਂ ਮੁਸ਼ਕਲ ਜਾਂ ਸ਼ਾਇਦ ਗਲਤੀ ਨਾਲ ਸਿਰਫ 3 ਨੂੰ ਹੀ ਜਿੱਤ ਨਸੀਬ ਹੋਈ। ਇਸ ਦੇ ਮੁਕਾਬਲੇ ਅਕਾਲੀ ਦਲ ਨੇ 112 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਅਤੇ ਉਹ ਸਾਰੇ ਦੇ ਸਾਰੇ ਵੱਡੇ ਫਰਕਾਂ ਨਾਲ ਕਾਮਯਾਬ ਹੋਏ। ਇਹਨਾਂ ਚੋਣ ਨਤੀਜਿਆਂ ਦੀ ਜੇਕਰ 1952 ਦੀਆਂ ਆਮ ਚੋਣਾਂ ਦੇ ਨਤੀਜਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਪੰਜਾਬ ਅੰਦਰ ਫਿਰਕੂ ਪਾਲਾਬੰਦੀ ਦੀ ਤਸਵੀਰ ਸਪਸ਼ਟ ਹੋ ਜਾਂਦੀ ਹੈ। ਸਿੱਖ ਨੁਮਾਇੰਦਿਆਂ ਨੇ ਵਿਧਾਨ ਸਾਜ ਅਸੈਂਬਲੀ ਅੰਦਰ ਬਹਿਸ ਕਰਦਿਆਂ ਆਜ਼ਾਦ ਭਾਰਤ ਦੇ ਸੰਵਿਧਾਨ ਅੰਦਰ ਵੱਖਰੇ ਚੋਣ ਖੇਤਰਾਂ ਸੈਪਰੇਟ ਇਲੈਕਟੋਰੇਟਸ ਦੀ ਥਾਂ ਸਭਨਾ ਧਾਰਮਿਕ ਤੇ ਸਮਾਜੀ ਵਰਗਾਂ ਲਈ ਸਰਬ ਸਾਂਝੇ ਚੋਣ ਖੇਤਰਾਂ ਜੁਆਇੰਟ ਇਲੈਕਟੋਰੇਟਸ ਦੀ ਪ੍ਰਣਾਲੀ ਪ੍ਰਵਾਨ ਕਰਨ ਨਾਲ ਘੱਟ ਗਿਣਤੀ ਧਾਰਮਿਕ ਵਰਗਾਂ ਦੇ ਹਿੱਤਾਂ ਨੂੰ ਗੰਭੀਰ ਹਰਜਾ ਪਹੁੰਚਣ ਦੇ ਜੋ ਡਰ ਅਤੇ ਖਦਸ਼ੇ ਪ੍ਰਗਟਾਏ ਸਨ, ਉਹ ਪਹਿਲੀਆਂ ਆਮ ਚੋਣਾਂ ਨੇ ਹੀ ਸੱਚ ਕਰ ਦਿਖਾਏ। ਸਿੱਖ ਵਰਗ ਦੀ ਭਾਰੀ ਹਮਾਇਤ ਤੇ ਹਮਦਰਦੀ ਦੇ ਬਾਵਜੂਦ ਅਕਾਲੀ ਦਲ ਪੰਜਾਬ ਦੀਆਂ 126 ਚੋਂ ਸਿਰਫ 13 ਸੀਟਾਂ ਹੀ ਜਿੱਤ ਸਕਿਆ, ਜਦਕਿ ਕਾਂਗਰਸ ਪਾਰਟੀ 98 ਸੀਟਾਂ ਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ। ਅਸਲ ਵਿੱਚ ਬਹੁਗਿਣਤੀ ਵਿੱਚ ਹੋਣ ਕਰਕੇ ਹਿੰਦੂ ਵਰਗ ਪੰਜਾਬ ਦੇ ਚੋਣ ਨਤੀਜਿਆਂ ਨੂੰ ਨਿਰਣਾਇਕ ਰੂਪ 'ਚ ਪ੍ਰਭਾਵਿਤ ਕਰਨ ਦੀ ਸ਼ਕਤੀ ਰੱਖਦਾ ਸੀ। ਉਸ ਵੇਲੇ ਪੰਜਾਬ ਦੇ 22ਵੀਂ ਸਿੱਖ ਵਸੋਂ ਵਾਲੇ ਵੱਡੇ ਭਾਗਾਂ ਨੂੰ ਪੈਪਸੂ ਦੇ ਨਾਂ ਹੇਠ ਇੱਕ ਵੱਖਰੇ ਸੂਬੇ ਦਾ ਰੂਪ ਦੇ ਕੇ ਪੰਜਾਬ ਨਾਲੋਂ ਜੁਦਾ ਕੀਤਾ ਹੋਇਆ ਸੀ। ਅੱਧ ਦਰਜਨ ਤੋਂ ਵੱਧ ਸਿੱਖ ਰਿਆਸਤਾਂ ਪਟਿਆਲਾ, ਨਾਭਾ, ਫਰੀਦਕੋਟ, ਕਪੂਰਥਲਾ, ਜੀਂਦ, ਕਲਸੀਆ, ਮਲੇਰਕੋਟਲਾ ਤੇ ਨਾਲਾਗੜ੍ਹ ਨੂੰ ਇਕੱਠੇ ਕਰਕੇ ਬਣਾਏ ਇਸ ਰਾਜ ਦਾ 15 ਜੁਲਾਈ ਨੂੰ ਉਦਘਾਟਨ ਕਰਦਿਆਂ ਪਟੇਲ ਨੇ ਇਸ ਨੂੰ ਸਿੱਖ ਹੋਮਲੈਂਡ ਦੀ ਸੰਗਿਆ ਦਿੱਤੀ ਸੀ। ਪੈਪਸੂ ਦੀ ਕੁੱਲ 35 ਲੱਖ ਆਬਾਦੀ ਚੋਂ ਸਿੱਖ ਵਸੋਂ ਬਹੁਗਿਣਤੀ ਦੇ ਕਾਫੀ ਕਰੀਬ ਪਹੁੰਚਦੀ ਸੀ। ਇਹੀ ਵਜ੍ਹਾ ਸੀ ਕਿ ਪਹਿਲੀਆਂ ਆਮ ਚੋਣਾਂ ਅੰਦਰ ਕਾਂਗਰਸ ਨੂੰ ਦੇਸ਼ ਭਰ ਚੋਂ ਸਿਰਫ ਪੈਪਸੂ ਅੰਦਰ ਹੀ ਪਛਾੜ ਦਾ ਮੂੰਹ ਦੇਖਣਾ ਪਿਆ ਸੀ। ਪੈਪਸੂ ਵਿੱਚ ਅਕਾਲੀਆਂ ਦੀ ਮਦਦ ਨਾਲ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਅਗਵਾਈ ਹੇਠ ਦੇਸ਼ ਅੰਦਰਲੀ ਪਹਿਲੀ ਗੈਰ ਕਾਂਗਰਸੀ ਅਤੇ ਸਾਂਝਾ ਮੋਰਚਾ ਸਰਕਾਰ ਹੋਂਦ ਵਿੱਚ ਆਈ, ਪਰੰਤੂ ਚੋਣ ਪਟੀਸ਼ਨ ਅੰਦਰ ਸਰਦਾਰ ਰਾੜੇਵਾਲਾ ਦੀ ਚੋਣ ਰੱਦ ਹੋ ਜਾਣ ਕਰਕੇ ਕੇਂਦਰੀ ਸਰਕਾਰ ਨੂੰ ਪੈਪਸੂ ਦੀ ਇਸ ਗੈਰ ਕਾਂਗਰਸੀ ਸਰਕਾਰ ਵਾਲਾ ਕੰਡਾ ਕੱਢ ਕੇ ਮਾਰਚ 1953 ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਸੁਖਾਲਾ ਬਹਾਨਾ ਮਿਲ ਗਿਆ, ਜਦਕਿ ਅਕਾਲੀਆਂ ਵੱਲੋਂ ਬਦਲਵੀਂ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਮੌਜੂਦ ਸਨ। ਕਿਸੇ ਸੂਬੇ ਦੀ ਚੁਣੀ ਹੋਈ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਆਜ਼ਾਦ ਭਾਰਤ ਦੇ ਇਤਿਹਾਸ ਅੰਦਰ ਇਹ ਪਹਿਲਾ ਮੌਕਾ ਸੀ। 1 ਨਵੰਬਰ 1956 ਨੂੰ ਪੈਪਸੂ ਦੇ ਪੰਜਾਬ ਨਾਲ ਰਲੇਵੇਂ ਨਾਲ ਸਿੱਖਾਂ ਦਾ ਇਹ ਹੋਮਲੈਂਡ ਵੀ ਹਿੰਦੂ ਬਹੁਗਿਣਤੀ ਦੇ ਪਰਛਾਵੇਂ ਹੇਠ ਚਲਾ ਗਿਆ, ਜਿਨ੍ਹਾਂ ਕਾਰਨਾਂ ਕਰਕੇ ਮੁਸਲਿਮ ਲੀਗੀ ਆਗੂਆਂ ਨੇ 47 ਦੇ ਬਟਵਾਰੇ ਤੋਂ ਪਹਿਲਾਂ ਵੱਖਰੇ ਚੋਣ ਖੇਤਰਾਂ ਦੀ ਮੰਗ ਨੂੰ ਆਪਣੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣਾਇਆ ਹੋਇਆ ਸੀ। ਉਹੀ ਕਾਰਨ ਬਟਵਾਰੇ ਤੋਂ ਬਾਅਦ ਅਕਾਲੀ ਆਗੂਆਂ ਸਾਹਮਣੇ ਵੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਖੜਾ ਕਰ ਰਹੇ ਸਨ। ਸਾਂਝੇ ਚੋਣ ਖੇਤਰਾਂ ਦੀ ਪ੍ਰਣਾਲੀ ਨੇ ਪਹਿਲੀਆਂ ਆਮ ਚੋਣਾਂ ਅੰਦਰ ਹੀ ਆਪਣੇ ਰੰਗ ਦਿਖਾ ਦਿੱਤੇ ਸਨ,
ਜੇਕਰ ਸਿੱਖ ਪੰਥ ਦੇ ਭਰਵੇਂ ਸਮਰਥਨ ਦੇ ਬਾਵਜੂਦ ਵੀ ਅਕਾਲੀ ਦਲ ਪੰਜਾਬ ਅਸੈਂਬਲੀ ਅੰਦਰ ਇੱਕ ਨਿਤਾਣੇ ਜਿਹੇ ਵਿਰੋਧੀ ਦਲ ਦੀ ਹੈਸੀਅਤ ਹੀ ਅਖਤਿਆਰ ਕਰ ਸਕਿਆ ਤਾਂ ਇਸ ਪ੍ਰਣਾਲੀ ਦੇ ਅਧੀਨ ਸਿੱਖਾਂ ਦੇ ਰਾਜ ਸੱਤਾ ਤੇ ਕਾਬਜ਼ ਹੋਣ ਦੀ ਗੱਲ ਤਾਂ ਦੂਰ, ਰਾਜ ਸੱਤਾ ਦੇ ਕਰੀਬ ਢੁਕਣ ਦੀ ਵੀ ਕੋਈ ਉਮੀਦ ਅਤੇ ਸੰਭਾਵਨਾ ਨਜ਼ਰ ਨਹੀਂ ਸੀ ਆਉਂਦੀ। ਇਹ ਅਹਿਸਾਸ ਅਕਾਲੀ ਲੀਡਰਸ਼ਿਪ ਅੰਦਰ ਦੋ ਕਿਸਮ ਦਾ ਪ੍ਰਤੀਕਰਮ ਪੈਦਾ ਕਰਦਾ ਸੀ। ਇੱਕ, ਉਹਨਾਂ ਨੂੰ ਜਾਂ ਤਾਂ ਵੱਖਰੇ ਚੋਣ ਖੇਤਰਾਂ ਦੀ ਅਤੇ ਜਾਂ ਫਿਰ ਭਾਰੂ ਸਿੱਖ ਵਸੋਂ ਵਾਲੇ ਰਾਜ ਦੀ ਹੋਰ ਵੀ ਵੱਧ ਸ਼ਿੱਦਤ ਨਾਲ ਲੋੜ ਮਹਿਸੂਸ ਹੁੰਦੀ ਸੀ। ਪਰ ਕਿਉਂਕਿ ਉਹਨਾਂ ਨੂੰ ਇਹਨਾਂ ਦੋਨਾਂ ਚੋਂ ਕੋਈ ਵੀ ਮੰਗ ਛੇਤੀ ਕੀਤਿਆਂ ਪੂਰੀ ਹੁੰਦੀ ਨਜ਼ਰ ਨਹੀਂ ਸੀ ਆਉਂਦੀ, ਇਸ ਕਰਕੇ ਉਹਨਾਂ ਉੱਤੇ ਅਪਰਗਟ ਰੂਪ 'ਚ ਬੇਵਸੀ, ਬੇਉਮੀਦੀ ਤੇ ਦਿਲਗਿਰੀ ਦਾ ਰੋਂ ਹਾਵੀ ਹੋ ਰਿਹਾ ਸੀ। ਅਕਾਲੀ ਆਗੂਆਂ ਦੀ ਇਸ ਕਿਸਮ ਦੀ ਮਨੋ ਅਵਸਥਾ ਵਿੱਚੋਂ ਆਉਣ ਵਾਲੇ ਸਮੇਂ ਦੀ ਅਕਾਲੀ ਰਾਜਨੀਤੀ ਦਾ ਨਕਸ਼ਾ ਤਿਆਰ ਹੋ ਰਿਹਾ ਸੀ। ਅਕਾਲੀ ਰਾਜਨੀਤੀ ਇੱਕ ਵੱਡਾ ਮੋੜਾ ਕੱਟਣ ਜਾ ਰਹੀ ਸੀ। ਦਿਸ਼ਾ ਤਬਦੀਲੀ। ਅਕਾਲੀ ਲੀਡਰਸ਼ਿਪ ਦੀਆਂ ਸਫਾਂ ਅੰਦਰ ਸਹਿਜੇ ਪਰ ਨਿਸ਼ਚਿਤ ਤੌਰ ਤੇ ਇੱਕ ਨਵੀਂ ਸੋਚ ਆਪਣੀ ਜਗ੍ਹਾ ਬਣਾ ਰਹੀ ਸੀ। ਅਕਾਲੀ ਦਲ ਨੇ ਸ਼ੁਰੂ ਵਿੱਚ ਵੱਖਰੇ ਚੋਣ ਖੇਤਰਾਂ ਦੀ ਮੰਗ ਉਠਾਈ ਜ਼ਰੂਰ, ਕੁਝ ਚਿਰ ਇਸ ਉੱਤੇ ਪੋਲਾ ਜ਼ੋਰ ਵੀ ਦਿੱਤਾ, ਪਰ ਛੇਤੀ ਹੀ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਹਿੰਦੂ ਆਗੂ ਇਸ ਮੰਗ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਕਰਨਗੇ। ਅਸਲ ਵਿੱਚ ਦੇਖਿਆ ਜਾਵੇ ਤਾਂ ਖੁਦ ਅਕਾਲੀ ਆਗੂਆਂ ਦੇ ਮਨ ਵੀ ਇਸ ਮੰਗ ਦੀ ਬਹੁਤੀ ਹਾਮੀ ਨਹੀਂ ਸਨ ਭਰਦੇ। ਮੁੱਖ ਤੌਰ ਤੇ ਇਸ ਕਰਕੇ ਕਿ ਹਿੰਦੂ ਆਗੂ ਜਿਸ ਸਿਧਾਂਤਕ ਚਬੂਤਰੇ ਤੋਂ ਖੜ ਕੇ ਇਸ ਮੰਗ ਨੂੰ ਨਾਵਾਜਬ ਅਤੇ ਨਾਕਾਬਲੇ ਮਨਜ਼ੂਰ ਕਰਾਰ ਦਿੰਦੇ ਸਨ, ਅਕਾਲੀ ਆਗੂ ਖੁਦ ਉਸ ਚਬੂਤਰੇ ਨੂੰ ਨਿਉ ਕੇ ਨਮਸਕਾਰ ਕਰਦੇ ਸਨ। ਹਿੰਦੂ ਆਗੂ ਜਾਣਦੇ ਸਨ ਕਿ ਵੱਖਰੇ ਚੋਣ ਖੇਤਰਾਂ ਨਾਲ ਘੱਟ ਗਿਣਤੀ ਧਾਰਮਿਕ ਵਰਗਾਂ ਅੰਦਰ ਆਪਣੀ ਵੱਖਰੀ ਪਛਾਣ ਦੀਆਂ ਭਾਵਨਾਵਾਂ ਹੋਰ ਮਜ਼ਬੂਤੀ ਫੜਨਗੀਆਂ, ਉਹਨਾਂ ਦੀ ਹਿੰਦੂ ਵਰਗ ਉੱਤੇ ਮੁਤਾਜ਼ਗੀ ਦੀਆਂ ਬੁਨਿਆਦਾਂ ਕਮਜ਼ੋਰ ਪੈ ਜਾਣਗੀਆਂ ਅਤੇ ਉਹਨਾਂ ਅੰਦਰ ਆਪਣੀ ਤਾਕਤ ਉੱਤੇ ਭਰੋਸੇ ਦਾ ਜ਼ਹਿਰ ਫੈਲ ਜਾਵੇਗਾ। ਉਹ ਇਸ ਗੱਲੋਂ ਅਣਜਾਣ ਤੇ ਬੇਵਾਸਤਾ ਨਹੀਂ ਸਨ ਕਿ ਇਹ ਰੁਚੀਆਂ ਸੁਭਾਵਕ ਹੀ ਇੱਕ ਇਕਹਿਰੀ ਅਤੇ ਸਰਬ ਸਾਂਝੀ ਭਾਰਤੀ ਕੌਮ ਦੇ ਵਿਕਾਸ ਨੂੰ ਮਾੜੇ ਰੁਖ ਪ੍ਰਭਾਵਿਤ ਕਰਨਗੀਆਂ। ਭਾਰਤੀ ਕੌਮ ਦਾ ਸੰਕਲਪ ਤੇ ਜਜ਼ਬਾ ਹੀ ਤਾਂ ਹੈ ਜੋ ਹਿੰਦੂ ਕੌਮ ਪ੍ਰਸਤੀ ਦੇ ਫਿਰਕੂ ਤੱਤ ਉੱਤੇ ਸੈਕੂਲਰਿਜ਼ਮ ਦਾ ਭਰਮਾਓ ਗਿਲਾਫ ਚਾੜਨ ਤੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਉੱਤੇ ਹਿੰਦੂ ਵਰਗ ਦੀ ਵਿਚਾਰਧਾਰਕ ਸਰਦਾਰੀ ਮੜਨ ਵਿੱਚ ਹਿੰਦੂ ਹਾਕਮਾਂ ਦੀ ਮਦਦ ਕਰਦਾ ਹੈ। ਫਿਰ ਉਹ ਆਪਣੇ ਇਸ ਵਿਚਾਰਧਾਰਕ ਹਥਿਆਰ ਨੂੰ ਭਲਾ ਛੱਡਣ ਤਾਂ ਕਿਉਂ ਅਤੇ ਆਪਣੇ ਆਪ ਨੂੰ ਭਾਰਤੀ ਕੌਮ ਦੇ ਹਿੰਦੂਆਂ ਨਾਲੋਂ ਵੀ ਵੱਧ ਸੱਚੇ ਉਪਾਸ਼ਕ, ਵੱਧ ਜੋਸ਼ੀਲੇ ਸਮਰਥਕ ਅਤੇ ਵੱਧ ਦ੍ਰਿੜ ਰਖਵਾਲੇ ਸਮਝਣ ਵਾਲੇ ਅਕਾਲੀ ਆਗੂ ਵੱਖਰੇ ਚੋਣ ਖੇਤਰਾਂ ਦੀ ਮੰਗ ਉੱਤੇ ਜ਼ੋਰ ਦੇਣ ਤਾਂ ਭਲਾ ਕਿਹੜੇ ਮੂੰਹ ਨਾਲ। ਸੋ ਸ਼ੁਰੂ ਦੌਰ ਅੰਦਰ ਮਲਵੀ ਜਿਹੀ ਜੀਬ ਨਾਲ ਇਹ ਮੰਗ ਉਠਾਉਣ ਤੋਂ ਬਾਅਦ ਅਕਾਲੀ ਆਗੂਆਂ ਨੇ ਹੌਲੀ ਇਸ ਤੋਂ ਪੂਰੀ ਤਰ੍ਹਾਂ ਪੈਰ ਪਿਛਾਂਹ ਖਿੱਚ ਲਏ। ਨਤੀਜਾ ਇਹ ਨਿਕਲਿਆ ਕਿ ਚੋਣਾਂ ਮੌਕੇ ਹਿੰਦੂ ਵਰਗ ਦੀ ਹਮਾਇਤ ਜੁਟਾਉਣ ਲਈ ਅਕਾਲੀ ਆਗੂਆਂ ਨੂੰ ਆਪਣੇ ਰਵਾਇਤੀ ਰੰਗ ਢੰਗ ਤੇ ਪੈਂਤੜੇਬਾਜ਼ੀ ਅੰਦਰ ਵੱਡੀ ਫੇਰਬਦਲ ਕਰਨ ਲਈ ਮਜਬੂਰ ਹੋਣਾ ਪੈਂਦਾ ਰਿਹਾ। ਇਸ ਨਾਲ ਸੱਚੀ ਤੇ ਸੁੱਚੀ ਪੰਥਕ ਸਪਿਰਿਟ ਰੱਖਣ ਵਾਲੇ ਅਕਾਲੀ ਆਗੂਆਂ ਤੇ ਉਮੀਦਵਾਰਾਂ ਨੂੰ ਤੇ ਵਰਕਰਾਂ ਨੂੰ ਵੀ ਪਤਾ ਨਹੀਂ ਕਿੰਨੀ ਵਾਰ ਮਾਨਸਿਕ ਸੰਤਾਪ ਦੇ ਵੇਲਣੇ ਚੋਂ ਲੰਘਣਾ ਪਿਆ ਤੇ ਲੰਘਣਾ ਪੈ ਰਿਹਾ ਹੈ। ਇਸ ਸਾਂਝੀ ਚੋਣ ਪ੍ਰਣਾਲੀ ਦਾ ਹੀ ਸਰਾਪ ਹੈ ਕਿ ਸਰਦਾਰ ਕਪੂਰ ਸਿੰਘ ਵਰਗੇ ਸਿੱਖ ਹੋਮਲੈਂਡ ਦੇ ਦ੍ਰਿੜ ਸਮਰਥਕ ਨੂੰ ਵੀ 1967 ਦੀਆਂ ਚੋਣਾਂ ਅੰਦਰ ਨਿਰਾਸ਼ਾਜਨਕ ਹਾਰ ਦਾ ਦੁਖਦਾਈ ਤਜਰਬਾ ਹੰਢਾਉਣ ਤੋਂ ਝੱਟ ਬਾਅਦ ਅਕਾਲੀ ਦਲ ਅਤੇ ਜਨਸੰਘ ਨਾਂ ਦੀ ਕੱਟੜ ਹਿੰਦੂ ਫਿਰਕਾ ਪ੍ਰਸਤ ਜਮਾਤ ਵਿਚਕਾਰ ਚੋਣ ਗੱਠਜੋੜ ਦੀ ਵਜਾਹਤ ਕਰਨੀ ਪਈ। ਉਹ ਵੀ ਉਦੋਂ ਜਦ ਜਨਸੰਘ ਪੰਜਾਬ ਅੰਦਰ ਪੂਰੇ 20 ਵਰ੍ਹਿਆਂ ਤੋਂ ਸਿੱਖਾਂ ਵਿਰੁੱਧ ਜ਼ਹਿਰੀਲੀ ਮੁਹਿੰਮ ਦੀ ਅਗਵਾਨੂ ਬਣੀ ਆ ਰਹੀ ਸੀ। ਹਿੰਦੂ ਵਰਗ ਵੱਲੋਂ ਸਾਂਝੀ ਚੋਣ ਪ੍ਰਣਾਲੀ ਰਾਹੀਂ ਸਿੱਖ ਪੰਥ ਨਾਲ ਕੋਈ ਜਨਮਾਂ ਦਾ ਵੈਰ ਕੱਢਣ ਵਾਲੀ ਗੱਲ ਹੀ ਹੈ ਕਿ ਸੱਚੀ ਪੰਥਕ ਸੋਚ ਰੱਖਣ ਵਾਲੇ ਆਗੂਆਂ ਤੇ ਉਮੀਦਵਾਰਾਂ ਨੂੰ ਵੀ ਚੋਣਾਂ ਮੌਕੇ ਮੰਦਰਾਂ ਵਿੱਚ ਜਾ ਕੇ ਟੱਲੀਆਂ ਖੜਕਾਉਣ ਅਤੇ ਆਰਤੀਆਂ ਉਤਾਰਨ ਵਰਗੇ ਗੁਰਮਤ ਵਿਰੋਧੀ ਅਤੇ ਸਵੈ ਮਾਣ ਨਾਸ਼ਕ ਅਮਲ ਕਰਨ ਲਈ ਮਜਬੂਰ ਹੋਣਾ ਪੈ ਜਾਂਦਾ ਹੈ। ਜਿੱਥੋਂ ਤੱਕ ਭਾਰੂ ਸਿੱਖ ਵਸੋਂ ਵਾਲੇ ਰਾਜ ਦੀਆਂ ਇੱਛਾਵਾਂ ਦਾ ਸਬੰਧ ਹੈ, ਇਹ ਮਾਮਲਾ ਥੋੜਾ ਅਲੱਗ ਬਣਦਾ ਹੈ। ਟਕਸਾਲੀ ਅਕਾਲੀ ਆਗੂਆਂ ਚੋਂ ਬਹੁਤਿਆਂ ਦੇ ਮਨ ਇਸ ਇੱਛਾ ਦੀ ਹਾਮੀ ਭਰਦੇ ਸਨ। ਨਾ ਸਿਰਫ ਮਾਸਟਰ ਤਾਰਾ ਸਿੰਘ ਬਾਰੇ, ਸਗੋਂ ਬਾਅਦ 'ਚ ਕਾਂਗਰਸ ਦੀ ਝੋਲੀ ਜਾ ਪਏ ਗਿਆਨੀ ਕਰਤਾਰ ਸਿੰਘ ਵਰਗੇ ਲੋਕਾਂ ਬਾਰੇ ਵੀ ਇਹ ਗੱਲ ਕਾਫੀ ਭਰੋਸੇ ਨਾਲ ਕਹੀ ਜਾ ਸਕਦੀ ਹੈ
कि जेकर उन्हां दी दिली इच्छा बारे ही गल करनी होवे तां ओह चित्तों पंजाबी सूबे दे नहीं सिख होमलैंड दे इच्छावान सन। पर एक तां आधुनिक विचारधारा दे छपे हेठ होण करके अते दूजा सिख होमलैंड दी मंग दी पूर्ति दीआं अमली संभावनावां बारे खुद ही शक अते दुविधा विच होण करके ओह खुल के यह मंग पेश करन तों लगातार हिचकिचाउंदे रहे। नतीजा ये निकलिया कि ओह इस मंग दे पक्ष विच अपने ते सिख जनता दे मन तैयार करन दे कारज विच बुरी तरह पछड़ गए। सो सांझी चोण प्रणाली दे दिल ढाहू नतीजियां दे सन्मुख अकाली लीडरशिप दीआं सफ़ां अंदर पहली किस्म दे प्रतिक्रम दा तेज मध्यम पैंदा चला गया। अकाली दल दे हर सद्दे नूं सिख संगतां वल्लों मिले उत्साही हुंगारे दे बावजूद अकाली आगू मानसिक तौर ते ढैंदी कला दी अवस्था वाल फिसलदे चले गए। उन्हां पहला कदम हिंदुआं नाल समझौते दी मजबूरी दा पुट्टिया, फिर समझौते दी मजबूरी तों समझौते दी लोड़ वल खिसके अंत नूं हिंदू वर्ग दी ताकत गुमान अते हिंदू आगूआं दे हंकारी वतीरे दे सन्मुख ओह समझौते तों आत्म समर्पण वल वध तुरे। इस नाल सुभावक ही अकाली राजनीति अंदर वड्डी खलबली मची। किसे कौम लहर जां जथेबंदी दे सामने जद भी कोई वड्डा मोड़ा खास करके पिछल मोड़ा कट्टण दी नौबत पैंदी हुंदी है तां उसनूं अजिहियां ना खुशगवारियां दा सामना करना ही पैंदा है। संघर्ष अंदर हमेशा ही चढ़ाई चढ़न नालों ढलक बोचनी वधेरे कठिन हुंदी है। जंग अंदर हमेशा ही अगे वधन नालों पिछे हटन दा कर्म वधेरे जोखम भरिया हुंदा है। अजिहे मौके कई रुचियां अपने रंग दिखाउंदियां हन। लहरां अंदर बेउमीदी ते बेदरी दे माहौल विच मनुख दी खुदप्रस्ती पूरे जोरां नाल अपना फन खिलारदी है। समूहक हित पिछवाड़े चले जाते हैं अते हर एक नूं अपने ही हितां ते अपने ही कैरीयर दी पै जाती है। कोई इस निशाने वाल बोचवें पैरीं वधदा है अते कोई अन्नेवा दौड़ उठदा है। यह बंदे बंदे दी औकात ते निर्भर करदा है। इस नाल लहर दी दे अंदर आपसी शक ते बेविश्वासी दा जहर फैल जाता है अते ओह आपसी विरोधां ते कलेशां दा शिकार होकर रह जाती है। तौखले सच हो निबड़े। केंद्र सरकार वालों नियुक्त किए राज्यां दे पुनर्गठन बारे कमीशन ने 1955 विच अपनी रिपोर्ट जारी कर दी। रिपोर्ट अंदर उही कुछ कहा गया जिस दे पहलां ही अंदेशे सन। कमीशन की बनतर ते इस दे मैंबरां दे सिख विरोधी झुकावां तो पहलां ही यह शक पैदा हो गया सी कि कमीशन की रिपोर्ट पंजाबी सूबे की मंग के विरुद्ध ही आवेगी। पंजाब दीआं सारियां हिंदू जथेबंदियां ने पंजाब दे बोली दे आधार ते पुनर्गठन की सिख मंग के विरोध विच कमीशन सामने जुबानी ते लिखती दोनों रूपों विच महापंजाब की तजवीज़ रखी सी, जिस दा भाव सी कि ना सिर्फ पैपसू ते हिमाचल प्रदेश नूं ही पंजाब अंदर शामिल कर दिता जावे, सगों संभव हो सके तो दिल्ली नूं भी इस नाल जोड़ दिता जावे। इस तजवीज़ का मकसद सिखां नूं होर भी निगूणी घट गिनती विच करके उन्हां उत्ते हिंदू शिकंजे की जकड़ नूं होर वध कसवां ते होर वध प्रभावकारी बनाउणा सी। पंजाबी सूबे अंदर सिखां की बहुगिनती बन जाण की संभावना हिंदू मन नूं किस कदर बेचैन करदी सी, इसका प्रगटावा कमीशन के एक मैंबर हिरदेनाथ कुंजरू कोलों अभोल चित ही उस वक्त हो गया जदों कमीशन पटियाला विखे अपनी एक बैठक दौरान सिख नुमाइंदियां दा पक्ष सुणन की रसम पूर्ति कर रहा सी। कहते हैं जद सरदार हुकम सिंह ने कांगड़ा जिले नूं पंजाब अंदर शामिल करन दी वकालत की तां कुंजरू ने कांगड़ा जिले के पंजाबी बोलदा इलाका होने बारे अपना शक प्रगटाया। इस दे जवाब विच जद सरदार हुकम सिंह ने यह राह सिर की गल कह दी कि जेकर कांगड़े दे लोग पंजाबी नहीं बोलते तो इसनूं बेशक पंजाबी सूबे विच शामिल ना करो। इस ते हिरदेनाथ दे अंदरला पंडित एकदम धरपक उठिया, आखे फिर तां पंजाबी सूबे अंदर सिखां की बहुगिनती हो जाओ। सरदार हुकम सिंह क्योंकि चुस्त दिमाग अते सादे होए दलीलबाज सन, उन्होंने पंडित हुरां नूं दलील के खेतर विच एकदम बोधी तो फड़ लिया अते उसनूं खूब वाणी पाया। कमीशन ने अपनी रिपोर्ट अंदर पंजाब दीआं हिंदू फिरका प्रस्त ताकतां दी महापंजाब की तजवीज़ नूं ही थोड़ा सोध बदल के प्रवान कर लिया सी। उसने दिल्ली दी जू नाल जा लगदे समुचे पंजाब, पैपसू ते हिमाचल प्रदेश नूं इकट्ठियां करके महापंजाब बनाउण दा प्रस्ताव पेश कर दिता।
इस नाल सिख जगत अंदर रोस ते गुस्से का एक तूफान उठ खड़ा होया। 15 अक्तूबर 1955 ਨੂੰ ਅੰਮ੍ਰਿਤਸਰ ਵਿਖੇ ਜੁੜੀ ਸਰਬ ਪਾਰਟੀ ਸਿੱਖ ਕਨਵੈਨਸ਼ਨ ਨੇ ਸਿੱਖ ਜਨਤਾ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਇਸ ਰਿਪੋਰਟ ਨੂੰ ਮੁਕੰਮਲ ਰੂਪ ਵਿੱਚ ਰੱਦ ਕਰਨ ਦਾ ਫੈਸਲਾ ਸੁਣਾ ਦਿੱਤਾ। ਅਕਾਲੀ ਆਗੂਆਂ ਦੇ ਮਨਾਂ ਤੇ ਇਸ ਰਿਪੋਰਟ ਨੇ ਬਹੁਤ ਹੀ ਮਾਰੂ ਅਸਰ ਛੱਡਿਆ। ਉਹਨਾਂ ਪ੍ਰਗਟ ਰੂਪ ਵਿੱਚ ਤਾਂ ਇਸ ਰਿਪੋਰਟ ਦੀ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਪਰ ਅਸਲੀਅਤ ਵਿੱਚ ਰਿਪੋਰਟ ਨੇ ਉਹਨਾਂ ਦਾ ਧਰਵਾਸ ਤੋੜ ਦਿੱਤਾ। ਰਿਪੋਰਟ ਨਾਲ ਇਹ ਗੱਲ ਸਾਫ਼ ਹੋ ਗਈ ਕਿ ਹਿੰਦੂ ਹਾਕਮ ਪੰਜਾਬੀ ਸੂਬੇ ਦੀ ਮੰਗ ਨੂੰ ਪ੍ਰਵਾਨ ਕਰਨ ਦੇ ਉੱਕਾ ਹੀ ਰੌਂ ਵਿੱਚ ਨਹੀਂ, ਉੱਤੋਂ ਦੂਜੀਆਂ ਆਮ ਚੋਣਾਂ 1957 ਸਿਰ ਤੇ ਆਈਆਂ ਖੜੀਆਂ ਸਨ। ਇਹ ਗੱਲ ਭਾਂਪਦਿਆਂ ਹੋਇਆਂ ਕਿ ਸਾਂਝੀ ਚੋਣ ਪ੍ਰਣਾਲੀ ਦੇ ਹੇਠ ਅਕਾਲੀ ਦਲ ਦਾ ਕੁਝ ਨਹੀਂ ਵਟਿਆ ਜਾਣਾ, ਅਕਾਲੀ ਆਗੂਆਂ ਅੰਦਰ ਬੇਦਲੀ ਤੇ ਨਿਰਾਸ਼ਤਾ ਫੈਲ ਗਈ। ਕੁਚੱਜੇ ਦਸਤੂਰ। ਅਕਾਲੀ ਲੀਡਰਸ਼ਿਪ ਨੂੰ ਦਰਪੇਸ਼ ਸਮੱਸਿਆ ਵਾਕਿਆ ਹੀ ਗੰਭੀਰ ਸੀ। ਇਸ ਦਾ ਕੋਈ ਸੁਖਾਲਾ ਜਾਂ ਸੁਖਾਵਾਂ ਹੱਲ ਸੰਭਵ ਨਹੀਂ ਸੀ। ਅਕਾਲੀ ਲੀਡਰਸ਼ਿਪ ਸਾਹਮਣੇ ਜੋ ਵੀ ਰਸਤੇ ਸਨ ਉਹ ਸੁਖਾਲੇ ਨਹੀਂ, ਕੰਡਿਆਲੇ ਹੀ ਸਨ। ਪਰ ਫਿਰ ਵੀ ਅਕਾਲੀ ਲੀਡਰਸ਼ਿਪ ਨੇ ਹਨੇਰੀ ਗੁਫਾ ਚੋਂ ਬਾਹਰ ਨਿਕਲਣ ਲਈ ਜਿਹੜੇ ਰਾਹ ਦੀ ਚੋਣ ਕੀਤੀ ਉਹ ਸਿੱਖ ਕੌਮ ਲਈ ਬਹੁਤ ਘਾਤਕ ਸਿੱਧ ਹੋਇਆ। ਜਰਾ ਧਿਆਨ ਦਿਓ, ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਮਿਸ਼ਨ ਦੀ ਰਿਪੋਰਟ ਖਿਲਾਫ ਆਪਣਾ ਰੋਸ ਪ੍ਰਗਟਾਉਣ ਲਈ ਇੱਕ ਡੈਲੀਗੇਸ਼ਨ ਪ੍ਰਧਾਨ ਮੰਤਰੀ ਕੋਲ ਘੱਲਿਆ। ਉਸਨੇ ਪ੍ਰਧਾਨ ਮੰਤਰੀ ਅੱਗੇ ਅਕਾਲੀ ਦਲ ਤੇ ਸਿੱਖ ਪੰਥ ਦੀਆਂ ਸ਼ਿਕਾਇਤਾਂ ਤੇ ਭਾਵਨਾਵਾਂ ਰੱਖੀਆਂ। ਪ੍ਰਧਾਨ ਮੰਤਰੀ ਨੇ ਅਕਾਲੀ ਆਗੂਆਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ। ਹਮਦਰਦੀ ਦੇ ਨੁਕਤਾ ਨਜ਼ਰ ਤੋਂ ਨਹੀਂ, ਸਗੋਂ ਅਕਾਲੀ ਆਗੂਆਂ ਦੇ ਮਨਾਂ ਨੂੰ ਟੋਹਣ ਦੇ ਮੰਤਵ ਨਾਲ। ਪ੍ਰਧਾਨ ਮੰਤਰੀ ਨੇ ਅਕਾਲੀ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਦੇ ਮੰਤਵ ਨਾਲ ਇੱਕ ਵਜ਼ਾਰਤੀ ਸਬ ਕਮੇਟੀ ਨਿਯੁਕਤ ਕਰ ਦਿੱਤੀ। ਇਸ ਕਮੇਟੀ ਨੇ ਅਕਾਲੀ ਆਗੂਆਂ ਨਾਲ ਅਨੇਕਾਂ ਲੰਮੀਆਂ ਮੁਲਾਕਾਤਾਂ ਕੀਤੀਆਂ। ਇੱਥੋਂ ਤੱਕ ਸਾਰਾ ਅਮਲ ਦੇਖਣ ਨੂੰ ਠੀਕ ਠਾਕ ਲੱਗ ਸਕਦਾ ਹੈ, ਪਰ ਇੱਕੋ ਤੱਥ 'ਚੋਂ ਸਾਰੀ ਗੜਬੜ ਉਜਾਗਰ ਹੋ ਜਾਂਦੀ ਹੈ। ਤੱਥ ਇਹ ਕਿ ਗੱਲਬਾਤ ਦੇ ਇਸ ਸਾਰੇ ਲਮਕਵੇਂ ਅਮਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਪੂਰੀ ਤਰ੍ਹਾਂ ਹਨੇਰੇ ਵਿੱਚ ਰੱਖਿਆ ਗਿਆ। ਗੱਲਬਾਤ ਕਿਸ ਮੰਤਵ ਨਾਲ ਅਤੇ ਕਿਹਨਾਂ ਮੁੱਦਿਆਂ ਤੇ ਹੋ ਰਹੀ ਸੀ? ਕੇਂਦਰ ਸਰਕਾਰ ਦਾ ਪ੍ਰਤੀਕਰਮ ਕਿਹੋ ਜਿਹਾ ਸੀ? ਸਮਝੌਤੇ ਦਾ ਕੋਈ ਆਧਾਰ ਜਾਂ ਸੰਭਾਵਨਾ ਨਜ਼ਰ ਆਉਂਦੀ ਸੀ ਜਾਂ ਨਹੀਂ? ਜੇ ਆਉਂਦੀ ਸੀ ਤਾਂ ਉਹ ਕੀ ਸੀ? ਸਮਝੌਤੇ ਦੇ ਪ੍ਰਸਤਾਵ ਦੀ ਰੂਪ ਰੇਖਾ ਕੀ ਸੀ? ਉਸ ਵਿੱਚ ਕੀ ਚੰਗਾ ਤੇ ਕੀ ਮਾੜਾ ਸੀ? ਇਹਨਾਂ ਸਾਰੇ ਮਹੱਤਵਪੂਰਨ ਸਵਾਲਾਂ ਬਾਰੇ ਵਰਕਿੰਗ ਕਮੇਟੀ ਨਾਲ ਜਾਣਕਾਰੀ ਸਾਂਝੀ ਕਰਨ ਦੀ ਨਾ ਸਿਰਫ ਕੋਈ ਲੋੜ ਮਹਿਸੂਸ ਨਹੀਂ ਕੀਤੀ ਗਈ, ਸਗੋਂ ਉਸ ਕੋਲੋਂ ਸੁਚੇਤ ਰੂਪ ਵਿੱਚ ਓਹਲਾ ਰੱਖਿਆ ਗਿਆ। ਗੱਲਬਾਤ ਦੀ ਦੇਗਚੀ ਅੰਦਰ ਕੀ ਰਿੱਝ ਰਿਹਾ ਤੇ ਕੀ ਪੱਕ ਰਿਹਾ ਸੀ, ਇਸ ਬਾਰੇ ਆਪ ਮਤੇ ਢੰਗ ਨਾਲ ਹੋਂਦ ਵਿੱਚ ਆਏ ਇੱਕ ਛੋਟੇ ਜਿਹੇ ਗੁੱਟ ਤੋਂ ਇਲਾਵਾ ਹੋਰ ਕਿਸੇ ਨੂੰ, ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਵੀ ਕੁਝ ਵੀ ਪਤਾ ਨਹੀਂ ਸੀ ਚੱਲ ਰਿਹਾ। ਸੱਚਾਈ ਇਹ ਸੀ ਕਿ ਅੰਦਰ ਖਾਤੇ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਇੱਕ ਸਮਝੌਤੇ ਦੀ ਤਜਵੀਜ਼ ਉੱਤੇ ਵਿਚਾਰਾਂ ਚੱਲ ਰਹੀਆਂ ਸਨ। ਸਮਝੌਤੇ ਦੀ ਕੋਈ ਤਜਵੀਜ਼ ਜਾਂ ਯਤਨ ਆਪਣੇ ਆਪ 'ਚ ਹੀ ਮਾੜਾ ਨਹੀਂ ਹੋ ਜਾਂਦਾ। ਸੋ ਹੋਇਆ ਇਹ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਚੋਰੀ ਛੁਪੇ ਕਾਂਗਰਸੀ ਆਗੂਆਂ ਨਾਲ ਸਮਝੌਤੇ ਦੀ ਤਜਵੀਜ਼ ਨੇਪਰੇ ਚਾੜ ਲਈ ਗਈ। ਬਸ ਇਸ ਉੱਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਸਹੀ ਪੁਆਉਣ ਦਾ ਹੀ ਕਾਰਜ ਬਾਕੀ ਰਹਿ ਗਿਆ ਸੀ। ਵਰਕਿੰਗ ਕਮੇਟੀ ਮੈਂਬਰਾਂ ਨੂੰ ਹੰਗਾਮੀ ਸੁਨੇਹੇ ਲਾ ਕੇ ਦਿੱਲੀ ਬੁਲਾ ਲਿਆ ਗਿਆ। ਡੈਲੀਗੇਸ਼ਨ ਦੇ ਮੈਂਬਰਾਂ ਨੇ ਵਰਕਿੰਗ ਕਮੇਟੀ ਮੈਂਬਰਾਂ ਨੂੰ ਕਾਇਲ ਕਰਨ ਲਈ ਉਹਨਾਂ ਸਾਹਮਣੇ ਸਮਝੌਤੇ ਦੀ ਯੋਜਨਾ ਨੂੰ ਬਹੁਤ ਹੀ ਲਿਸ਼ਕਾ ਪੁਸ਼ਕਾ ਕੇ ਪੇਸ਼ ਕੀਤਾ। ਕੁਝ ਵਰਕਿੰਗ ਕਮੇਟੀ ਮੈਂਬਰਾਂ ਦੀਆਂ ਪੁੱਛਾਂ ਦਾ ਉੱਤਰ ਦੇਣ ਵੇਲੇ ਇਮਾਨਦਾਰੀ ਤੇ ਸਾਫ਼ਗੋਈ ਤੋਂ ਕੰਮ ਲੈਣ ਦੀ ਥਾਂ ਝੂਠ ਤੇ ਗਲਤ ਬਿਆਨੀ ਦਾ ਸਹਾਰਾ ਲਿਆ ਗਿਆ। ਵਰਕਿੰਗ ਕਮੇਟੀ ਮੈਂਬਰਾਂ ਨੂੰ ਅਕਾਲੀ ਏਕਤਾ ਬਣਾਈ ਰੱਖਣ ਦੀਆਂ ਭਾਵੁਕ ਅਪੀਲਾਂ ਕਰਕੇ ਅਤੇ ਸਮਝੌਤੇ ਦੇ ਪ੍ਰਸਤਾਵ ਬਾਰੇ ਝੂਠੀਆਂ ਆਸਾਂ ਬਣਾ ਕੇ ਉਹਨਾਂ ਦੀ ਸਹਿਮਤੀ ਵਸੂਲ ਕਰ ਲਈ ਗਈ। ਇਹੋ ਢੰਗ ਅਤੇ ਹਰਬੇ ਅਕਾਲੀ ਦਲ ਦੀ ਜਨਰਲ ਬਾਡੀ ਮੀਟਿੰਗ 11 ਮਾਰਚ 1956 ਅੰਦਰ ਅਪਣਾਏ ਅਤੇ ਦੁਹਰਾਏ ਗਏ। ਫਿਰ ਵੀ ਅਕਾਲੀ ਸਫਾ ਦੀਆਂ ਨੌਜਵਾਨ ਪਰਤਾਂ ਵੱਲੋਂ ਸਮਝੌਤੇ ਲਈ ਖਫਾ ਖੂਨ ਹੋ ਰਹੇ ਅਕਾਲੀ ਲੀਡਰਾਂ ਦੀ ਤਿੱਖੀ ਆਲੋਚਨਾ ਹੋਈ ਅਤੇ ਕੁਝ ਨੌਜਵਾਨ ਲੀਡਰਾਂ ਸਰਦਾਰ ਕਪੂਰ ਸਿੰਘ, ਅਮਰ ਸਿੰਘ ਅੰਬਾਲਵੀ ਤੇ ਸਤਬੀਰ ਸਿੰਘ ਆਦਿ ਨੇ ਸਮਝੌਤੇ ਦੀ ਯੋਜਨਾ ਨੂੰ ਸਾਫ਼ ਤੌਰ ਤੇ ਨਾਮਨਜ਼ੂਰ ਕਰ ਦਿੱਤਾ। ਮਾਸਟਰ ਤਾਰਾ ਸਿੰਘ ਚਿੱਤੋਂ ਸਮਝੌਤੇ ਦੀ ਯੋਜਨਾ ਤੇ ਬਹੁਤਾ ਖੁਸ਼ ਨਹੀਂ ਸੀ।
जनरल बॉडी मीटिंग अंदर उसने अपनी संखेप ਅਤੇ ਢਹਿੰਦੀਆਂ ਕਲਾਂ ਵਾਲੀ ਤਕਰੀਰ ਵਿੱਚ ਇਹ ਕਹਿ ਕੇ ਗੱਲ ਨਿਬੇੜ ਦਿੱਤੀ ਕਿ ਸਰਕਾਰ ਵੱਲੋਂ ਪੇਸ਼ ਕੀਤੀ ਗਈ ਤਜਵੀਜ਼ ਨਾਲ ਪੰਜਾਬੀ ਸੂਬਾ ਤਾਂ ਨਹੀਂ ਬਣਦਾ, परंतु मौजूदा हालात विच मैं लड़ाई नहीं लड़नी चाहता। फिर 26 मार्च 1956 ਨੂੰ इस मसले बारे उसने एक लम्मा चौड़ा प्रैस बयान जारी करदियां होया अपना पक्ष स्पष्ट करन दी बहुत ही नितानी जही कोशिश की। इस बयान अंदर उसने अपनी दुविधा, हिचकिचाहट, निराशा ते बेउमीदी का खुल के प्रभाव दिता। उस दे शब्दां विच समझौते की यह तजवीज़ एक धुंधली जही किरण सी जो पंथ नूं डूंगी पहाड़ी खड्ड विचों बाहर कढ़ सकदी सी। उस यह भी कहा देश विचली अंदरूनी ते बहरूनी हालात नूं मद्देनज़र रखदियां होया ਉਹ देश विच किसी किस्म की तबाही ते गड़बड़ चौथ पैदा करन दे हक विच नहीं सन। सार तत्त यह कि अकाली आगूआं दा मन हिंदू हाकमां विरुद्ध लड़ाई लड़न दी हामी नहीं सी भरदा। इस करके किसी ने खुशी खुशी ते किसी ने भारी मन नाल, किसी ने खुल के ते किसी ने दबवीं आवाज़ विच समझौते के प्रस्ताव नाल सहमति प्रगटा दी। बाद विच उजागर होए तत्थां तो यह स्पष्ट हो गया कि समझौते का यह प्रस्ताव मुख रूप विच सरदार हुकम सिंह दे दिमाग की घाड़त सी अते सरदार ज्ञान सिंह राड़ेवाला नाल रल के उन्हां अकाली दल अंदर इस दी प्रवानगी लई अपने हुनर ते लियाकत का सवाया इस्तेमाल किया। इस तो पहलां कि समझौते की इस तजवीज़ के तत्त बारे गल की जाए, इस वर्तारे नाल जुड़वें दो तत्थां का जिक्र करना जरूरी है। एक यह कि अकाली दल की जनरल बाडी वालों समझौते नूं प्रवानगी देण तो ठीक 9 दिन बाद भाव कि 20 मार्च 1956 नूं प्रधानमंत्री पंडित जवाहर लाल नेहरू ने सरदार हुकम सिंह दा लोक सभा की डिप्टी स्पीकरी लई नाव पेश कर दिता। दूजी मज़े वाली गल यह कि सरदार ज्ञान सिंह राड़ेवाला ठीक 6 महीनों के अंदर अगस्त 1956 अपने मालवा अकाली दल नूं जेब विच पा के कांग्रेस पार्टी अंदर जा शामिल होए। रीजनल फार्मूला कांग्रेसी हाकमां अते अकाली आगूआं विचकार समझौते की जिस तजवीज़ उत्ते सहमति हुई उसनूं रीजनल फार्मूले के नाम नाल जाणिया जाण लगा। यह फार्मूला पंजाबी सूबे तो बहुत उरां दी गल सी। इस मुताबक समुचे पंजाब लई इक्को सांझी विधान सभा, इक्को सांझी वजारत अते इक्को सांझा राजपाल कायम रखदियां होयां पंजाब अंदर हिंदी ते पंजाबी बोलदे दो खेतरां दी निशानदेही करन अते इन्हां खेतरां लई राज असैंबली दीआं संबंधित खेतर अंदरले मैंबरां ते आधारित दो अलग अलग खेतरी कौंसलां स्थापित करन दी तजवीज़ सी। खेतरी कौंसलां नूं कुछ सीमित विषयां बारे कानून बनाउण दे अधिकारां दी गल कीती गई सी। पंजाब नूं समुचे रूप विच दो भाषाई राज मानदिआं ते इस दा यह लक्षण बरकरार रखदिआं होइआं पंजाबी ते हिंदी नूं अपने अपने खेतरां अंदर खेतरी भाषा का रुतबा प्रदान करन दी सिद्धांतक सहमति प्रगटाई गई सी। रीजनल फार्मूला 7 कुछ वरे पहलां पंजाब के तत्काली मुख मंत्री भीम सैन सच्चर द्वारा घड़े गए सच्चर फार्मूले का ही फैलाव सी। सिर्फ खेतरी कौंसलां की स्थापना का प्रस्ताव ही इस विच वाधे वाली गल सी। पंजाबी हिंदू वर्ग ने जेकर 7 सालों तो सच्चर फार्मूले वर्गे हल्के फुल्के प्रस्ताव नूं अपनाउण तो भी इनकारी जिद फड़ रखी हुई सी। प्राइवेट हिंदू विद्यक अदारियां ने सिक्ख्या के माध्यम बारे सच्चर फार्मूले दीआं मदां नूं लागू करन तो शरेआम जवाब दे दिता सी तां ओह इस रीजनल फार्मूले वर्गी थोड़ी घट हाजमेदार तजवीज़ नूं निगलन लई किवें रजामंद हो सकदा सी। पंजाबी हिंदू वर्ग ने इस फार्मूले नाल कदे भी सहमति नहीं सी प्रगटाई। इस तजवीज़ का ऐलान हुंदियां ही हिंदू फिरका प्रस्त ताकतां ने महा पंजाब संमति के फट्टे हेठ इस विरुद्ध जहरीली मुहिम छेड़ दी। पंजाबी सूबे के संघर्ष की नीवीं पद्धर ते नकल करदियां होइआं स्वामी आत्मानंद नूं हिंदी रक्षा अंदोलन का डिकटेटर थाप दिता गया। यह अंदोलन 7 महीने चलिया जिस दौरान पंजाब के वड्डे शहरां अंदर हिंसक हिंदू भीड़ां वल्लों उपद्र ते साड़ फूक दीआं घटनावां दा सिलसिला बेरोक ते बेटोक चलदा रहा। कई थावां ते सिखां दीआं जायदादां, कारोबारी ठिकाणिਆਂ ते रिहायशी थावां नूं हमले का निशाना बनाया गया। सिखां दीआं धार्मिक भावनावां नूं ठेस पहुँचाउण दी नीत नाल कई थावां ते भड़काऊ ते अश्लील नारेबाजी तो अगाह वध के
ਗੁਰਦੁਆਰਿਆਂ ਤੇ ਪਵਿੱਤਰ ਸਰੋਵਰਾਂ ਅੰਦਰ ਸਿਗਰਟਾਂ ਦੀਆਂ ਡੱਬੀਆਂ ਸੁੱਟਣ ਵਰਗੀਆਂ ਘਿਨਾਉਣੀਆਂ ਕਾਰਵਾਈਆਂ ਕਰਨ ਤੋਂ ਵੀ ਸੰਕੋਚ ਨਾ ਕੀਤਾ ਗਿਆ। 10 ਜੁਲਾਈ 1957 ਨੂੰ ਚੰਡੀਗੜ੍ਹ ਸਕੱਤਰੇਤ ਅੱਗੇ ਹਿੰਦੂ ਭੀੜਾਂ ਨੇ ਉਹ ਧਮੱਚੜ ਚੁੱਕਿਆ ਕਿ ਖੁਦ ਹਿੰਦੂ ਵਰਗ ਅੰਦਰਲੇ ਸਮਝਦਾਰ ਤੇ ਸਾਊ ਤੱਤਾਂ ਦੇ ਸਿਰ ਸ਼ਰਮ ਨਾਲ ਝੁਕ ਗਏ। ਪੰਜਾਬ ਸਰਕਾਰ ਲਗਾਤਾਰ 7 ਮਹੀਨੇ ਇਸ ਤਾਂਡਵ ਨਾਚ ਦਾ ਨਜ਼ਾਰਾ ਦੇਖਦੀ ਰਹੀ। ਕਿੱਥੇ ਪੰਜਾਬੀ ਸੂਬੇ ਦੀ ਜੱਦੋ-ਜਹਿਦ ਦੌਰਾਨ ਜ਼ਬਤਬੰਦ ਅਤੇ ਸ਼ਾਂਤ ਸੁਭਾਅ ਅਕਾਲੀ ਵਲੰਟੀਅਰਾਂ ਨੂੰ ਪੁਲਿਸ ਦੇ ਜਾਂਗਲੀ ਵਰਤਾਓ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਿੱਥੇ ਸਾਊ ਪੁਣੇ ਦੀਆਂ ਮੂਰਤਾਂ ਬਣੇ ਪੁਲਿਸ ਕਰਮਚਾਰੀਆਂ ਨੂੰ ਹਿੰਦੂ ਅੰਦੋਲਨਕਾਰੀਆਂ ਦੇ ਖਰੂਦ ਅਤੇ ਫਤੂਰ ਦਾ ਸਵਾਦ ਚਖਣਾ ਪੈ ਰਿਹਾ ਸੀ। ਹਿੰਦੂ ਭੀੜਾਂ ਹੱਥੋਂ ਇੱਕ ਸਿੱਖ ਹੌਲਦਾਰ ਦੀ ਮੌਤ ਅਤੇ ਦਰਜਨ ਥਾਵਾਂ ਤੇ ਪੁਲਿਸ ਉੱਤੇ ਪਥਰਾਓ ਦੀਆਂ ਘਟਨਾਵਾਂ ਦੇ ਬਾਵਜੂਦ ਪੁਲਿਸ ਨੂੰ ਪੂਰੀ ਤਰ੍ਹਾਂ ਸ਼ਾਂਤ ਰਹਿਣ ਦੇ ਆਦੇਸ਼ ਦਿੱਤੇ ਗਏ ਸਨ। ਪੰਜਾਬ ਅਤੇ ਕੇਂਦਰ ਵਿੱਚ ਦੋਨੋਂ ਹੀ ਥਾਵਾਂ ਤੇ ਕਾਂਗਰਸੀ ਹਾਕਮਾਂ ਦੀ ਲੁਕਵੀਂ ਹਮਾਇਤ ਤੇ ਖੁੱਲ੍ਹੀ ਹਮਦਰਦੀ ਦੇ ਸਿੱਟੇ ਵਜੋਂ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਰੀਜਨਲ ਫਾਰਮੂਲੇ ਦਾ ਜੰਮਦਿਆਂ ਹੀ ਗਲਾ ਘੁੱਟ ਦੇਣ ਦੇ ਮਕਸਦ ਵਿੱਚ ਸਫਲ ਹੋ ਗਈਆਂ। ਪੰਜਾਬ ਸਰਕਾਰ ਨੇ ਹਿੰਦੂ ਅੰਦੋਲਨਕਾਰੀਆਂ ਦੀਆਂ ਕੁਝ ਅੰਸ਼ਕ ਮੰਗਾਂ ਪ੍ਰਵਾਨ ਕਰ ਲਈਆਂ ਜੋ ਕਿ ਰੀਜਨਲ ਫਾਰਮੂਲੇ ਦੀ ਭਾਵਨਾ ਦੀ ਖੁੱਲ੍ਹਮ-ਖੁੱਲ੍ਹੀ ਉਲੰਘਣਾ ਸੀ। ਸੋ ਇਸ ਤੋਂ ਬਾਅਦ ਅਕਾਲੀ ਆਗੂ ਰੀਜਨਲ ਫਾਰਮੂਲੇ ਦੀ ਮੁਰਦਾ ਲਾਸ਼ ਨੂੰ ਜ਼ਰੂਰ ਕੁਝ ਦੇਰ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਰਹੇ। ਕਾਗਜ਼ਾਂ ਅੰਦਰ ਖੇਤਰੀ ਕੌਂਸਲਾਂ ਬਣ ਤਾਂ ਜ਼ਰੂਰ ਗਈਆਂ ਪਰ ਉਹਨਾਂ ਦੀ ਕਿਸੇ ਪ੍ਰਭਾਵਕਾਰੀ ਸਰਗਰਮੀ ਦਾ ਕਿਤੋਂ ਵੀ ਕੋਈ ਸਬੂਤ ਨਹੀਂ ਲੱਭਦਾ। ਅਕਾਲੀ ਕਾਂਗਰਸ ਮੁੜ ਮਿਲਾਪ। ਦਿੱਲੀ ਦੇ ਪੜ੍ਹੇ ਲਿਖੇ ਤੇ ਉੱਚੀਆਂ ਪੋਜੀਸ਼ਨਾਂ ਵਾਲੇ ਸਿੱਖਾਂ ਨੇ ਕਾਂਗਰਸ ਅਕਾਲੀ ਸਮਝੌਤੇ ਦੇ ਜਸ਼ਨ ਮਨਾਉਣ ਲਈ ਮਾਸਟਰ ਤਾਰਾ ਸਿੰਘ ਨੂੰ ਕੰਸਟੀਟਿਊਸ਼ਨ ਕਲੱਬ ਬੁਲਾ ਕੇ ਸਨਮਾਨਾਂ ਨਾਲ ਨਵਾਜਿਆ। ਜਵਾਹਰ ਲਾਲ ਨਹਿਰੂ ਨੇ ਇਸ ਖੁਸ਼ੀਆਂ ਭਰੇ ਮੌਕੇ ਆਪਣੀ ਉਚੇਚੀ ਹਾਜ਼ਰੀ ਲਗਵਾਉਂਦਿਆਂ ਮਾਸਟਰ ਤਾਰਾ ਸਿੰਘ ਦਾ ਖੂਬ ਉਸਤਤ ਗਾਣ ਕੀਤਾ। ਦੇਸ਼ ਦੇ ਬਟਵਾਰੇ ਤੋਂ ਬਾਅਦ ਪੰਡਤ ਜੀ ਹੋਰਾਂ ਮਾਸਟਰ ਤਾਰਾ ਸਿੰਘ ਦੀ ਪ੍ਰਸ਼ੰਸਾ ਵਿੱਚ ਪਹਿਲੀ ਵਾਰ ਮੂੰਹ ਖੋਲ੍ਹਿਆ ਅਤੇ ਕਿਹਾ ਕਿ ਮੈਂ ਮਾਸਟਰ ਜੀ ਦੀਆਂ 2 ਸਿਫਤਾਂ ਦੀ ਪ੍ਰਸ਼ੰਸਾ ਕਰਦਾ ਹਾਂ। ਇੱਕ ਉਹਨਾਂ ਦੀ ਦੀਦਾ ਦਲੇਰੀ, ਦੂਜਾ ਉਹਨਾਂ ਦੀ ਕਾਜ ਪ੍ਰਤੀ ਸੁਹਿਰਦਤਾ। ਵੱਡੇ ਬੰਦੇ ਜਦ ਬੋਲਦੇ ਹਨ ਤਾਂ ਕਿਸੇ ਮੰਤਵ ਨੂੰ ਮੁੱਖ ਰੱਖ ਕੇ ਹੀ ਬੋਲਦੇ ਹਨ। ਸੋ ਜਦ ਨਹਿਰੂ ਸਿੱਖ ਪਤਵੰਤਿਆਂ ਦੀ ਹਾਜ਼ਰੀ ਵਿੱਚ ਮਾਸਟਰ ਤਾਰਾ ਸਿੰਘ ਨੂੰ ਸ਼ਬਦਾਂ ਦੇ ਸਰੋਪੇ ਭੇਟ ਕਰ ਰਿਹਾ ਸੀ ਤਾਂ ਸਰਦਾਰ ਹੁਕਮ ਸਿੰਘ ਤੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਕਾਂਗਰਸ ਅਤੇ ਅਕਾਲੀ ਦਲ ਦੇ ਪੁਨਰ ਮਿਲਾਪ ਲਈ ਭੋਏ ਤਿਆਰ ਕਰਨ ਦੇ ਕਾਰਜ ਵਿੱਚ ਜੁਟੇ ਹੋਏ ਸਨ। ਗਿਆਨੀ ਕਰਤਾਰ ਸਿੰਘ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਿਚਕਾਰ ਸਤੰਬਰ 1956 ਵਿੱਚ ਹੋਏ ਚਿੱਠੀ ਪੱਤਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਨੇੜੇ ਢੁੱਕ ਰਹੀਆਂ ਦੂਜੀਆਂ ਆਮ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਕਾਲੀ ਲੀਡਰਸ਼ਿਪ ਅੰਦਰ ਇਸ ਮਿਲਾਪ ਨੂੰ ਜਿਵੇਂ ਵੀ ਹੋ ਸਕੇ ਅਤੇ ਜਿੰਨੀ ਜਲਦੀ ਹੋ ਸਕੇ ਨੇਪਰੇ ਚਾੜਨ ਦੀ ਧੁੱਸ ਪ੍ਰਗਟ ਹੋ ਰਹੀ ਸੀ। ਹਮੇਸ਼ਾ ਦੀ ਤਰ੍ਹਾਂ ਮਾਸਟਰ ਤਾਰਾ ਸਿੰਘ ਦੁਬਿਧਾਗ੍ਰਸਤ ਤੇ ਡਾਵਾਂਡੋਲ ਸੀ ਜਦਕਿ ਨੌਜਵਾਨ ਤੱਤ ਇਸ ਗੋਡੇ ਟੇਕੂ ਰੁਚੀ ਦਾ ਤਿੱਖਾ ਵਿਰੋਧ ਕਰ ਰਿਹਾ ਸੀ। ਸਰਦਾਰ ਅਜੀਤ ਸਿੰਘ ਸਰਹੱਦੀ ਦਾ ਇਹ ਇਕਬਾਲੀਆ ਬਿਆਨ ਕਿ ਉਹਨਾਂ ਕੋਲ ਹਨੇਰੀ ਗਲੀ ਵਿੱਚ ਛਾਲ ਮਾਰ ਦੇਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਅਕਾਲੀ ਲੀਡਰਸ਼ਿਪ ਦੀਆਂ ਸਫਾਂ ਅੰਦਰ ਫੈਲੀ ਮਾਯੂਸੀ ਤੇ ਨਿਰਾਸ਼ਤਾ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਥੋੜੀ ਹਿਚਕਚਾਹਟ ਮਗਰੋਂ ਮਾਸਟਰ ਤਾਰਾ ਸਿੰਘ ਨੇ ਨਹਿਰੂ ਨਾਲ ਆਪਣੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਕਾਂਗਰਸ ਅੰਦਰ ਰਲੇਵੇਂ ਦੀ ਯੋਜਨਾ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਈ। ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੋਣ ਵਾਲੇ ਪ੍ਰਸਤਾਵਿਤ ਪੁਨਰ ਮਿਲਾਪ ਦੀਆਂ ਮੁੱਖ ਸ਼ਰਤਾਂ ਤੇ ਮਦਾਂ ਇਹ ਸਨ। ਪਹਿਲੀ, ਅਕਾਲੀ ਦਲ ਦਾ ਆਪਣਾ ਵੱਖਰਾ ਕੋਈ ਵੀ ਰਾਜਨੀਤਿਕ ਪ੍ਰੋਗਰਾਮ ਨਹੀਂ ਹੋਵੇਗਾ। ਦੂਜੀ, ਅਕਾਲੀ ਦਲ ਪੰਥ ਦੇ ਧਾਰਮਿਕ, ਸੱਭਿਆਚਾਰਕ ਤੇ ਸਮਾਜਿਕ ਆਦਿ ਹਿੱਤਾਂ ਦੀ ਰਾਖੀ ਉੱਤੇ ਹੀ ਧਿਆਨ ਕੇਂਦਰਿਤ ਕਰੇਗਾ। ਤੀਜੀ, ਅਕਾਲੀ ਮੈਂਬਰ ਇੱਕੋ ਸਮੇਂ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੇ ਹੀ ਮੈਂਬਰ ਹੋ ਸਕਣਗੇ। ਜਿਉਂ ਹੀ ਚੋਣਾਂ ਲਈ ਉਮੀਦਵਾਰ ਛਾਂਟਣ ਦਾ ਮਾਮਲਾ ਸਾਹਮਣੇ ਆਇਆ ਤਾਂ ਮਾਸਟਰ ਤਾਰਾ ਸਿੰਘ ਤੇ ਪ੍ਰਤਾਪ ਸਿੰਘ ਕੈਰੋਂ ਵਿਚਕਾਰ ਵਿਰੋਧ ਅਤੇ ਵੈਰ ਦੀ ਭਾਵਨਾ ਮੁੜ ਪ੍ਰਚੰਡ ਹੋ ਉੱਠੀ। ਮਾਸਟਰ ਤਾਰਾ ਸਿੰਘ ਨੂੰ ਕਾਂਗਰਸ ਪਾਰਟੀ ਅੰਦਰ ਬਣਦੀ ਜਗ੍ਹਾ ਤੇ ਮਾਣ ਤਾਣ ਦੇਣਾ ਪ੍ਰਤਾਪ ਸਿੰਘ ਕੈਰੋਂ ਨੂੰ ਕਿਸੇ ਵੀ ਤਰ੍ਹਾਂ ਗਵਾਰਾ ਨਹੀਂ ਸੀ। ਜਦ ਉਸਨੇ ਟਿਕਟਾਂ ਦੀ ਵੰਡ ਵੰਡਾਈ ਵੇਲੇ ਮਾਸਟਰ ਤਾਰਾ ਸਿੰਘ ਦੀਆਂ ਲੱਤਾਂ ਬਾਹਾਂ ਛਾਂਗਣ ਦੀ ਕੋਸ਼ਿਸ਼ ਕੀਤੀ ਤਾਂ ਮਾਸਟਰ ਜੀ ਨੇ ਇਹ ਅਪਮਾਨ ਝੱਲਣ ਤੋਂ ਆਪਣੀ ਅਸਮਰਥਾ ਪ੍ਰਗਟ ਕਰਦਿਆਂ ਹੋਇਆਂ ਸਮਝੌਤੇ ਨੂੰ ਤੋੜਨ ਦਾ ਚੇਤੰਨ ਫੈਸਲਾ ਕਰ ਲਿਆ। ਉਹਨਾਂ ਜਿੱਥੇ ਮੁਨਾਸਬ ਸਮਝਿਆ ਆਪਣੀ ਵਿਅਕਤੀਗਤ ਹੈਸੀਅਤ ਵਿੱਚ ਆਪਣੇ ਉਮੀਦਵਾਰਾਂ ਨੂੰ ਮੁਕਾਬਲੇ ਤੇ ਖੜਾ ਕਰ ਦਿੱਤਾ
पर ਜਿਹੜੇ ਅਕਾਲੀ ਆਗੂਆਂ ਦੀ ਆਤਮਾ ਕਾਂਗਰਸ ਅੰਦਰ ਜਾ ਕੇ ਸੰਤੁਸ਼ਟ ਹੋ ਗਈ ਸੀ, ਉਹਨਾਂ ਨੇ ਮਾਸਟਰ ਤਾਰਾ ਸਿੰਘ ਦੀ ਇਸ ਮਾਰਕੇਬਾਜ਼ੀ ਵਿੱਚ ਸ਼ਰੀਕ ਹੋਣ ਤੋਂ ਕੋਰਾ ਜਵਾਬ ਦੇ ਦਿੱਤਾ। 1957 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਪੰਜਾਬ ਅੰਦਰ ਅਕਾਲੀ ਕਾਂਗਰਸ ਸਮਝੌਤੇ ਦੀ ਪੁੱਜ ਕੇ ਖੱਟੀ ਹੋਈ। ਕਾਂਗਰਸ ਟਿਕਟ ਤੇ ਕਾਮਯਾਬ ਹੋਏ 24 ਪੰਥਕ ਉਮੀਦਵਾਰਾਂ ਸਮੇਤ ਉਸਨੇ 154 ਵਿੱਚੋਂ ਕੁੱਲ 120 ਸੀਟਾਂ ਜਿੱਤ ਲਈਆਂ। ਇਉਂ ਕੁਝ ਸਮਾਂ ਪਹਿਲਾਂ ਜਨਵਰੀ 1956 ਭੀਮ ਸੈਨ ਸੱਚਰ ਨੂੰ ਲਾਂਭੇ ਕਰਕੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਏ ਸਰਦਾਰ ਪ੍ਰਤਾਪ ਸਿੰਘ ਕੈਰੋਂ 1957 ਵਿੱਚ ਕਾਂਗਰਸ ਵਿਧਾਇਕ ਦਲ ਦੇ ਮੁੜ ਆਗੂ ਚੁਣ ਲਏ ਗਏ। ਪੰਥਕ ਵਿਧਾਇਕਾਂ ਚੋਂ 2 ਗਿਆਨੀ ਕਰਤਾਰ ਸਿੰਘ ਤੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਨੂੰ ਵਜ਼ਾਰਤ ਅੰਦਰ ਸ਼ਾਮਲ ਕਰ ਲਿਆ ਗਿਆ। ਇਸ ਤਰ੍ਹਾਂ ਇਹਨਾਂ ਦੋਨੋਂ ਪ੍ਰਮੁੱਖ ਅਕਾਲੀ ਆਗੂਆਂ ਤੇ ਉਹਨਾਂ ਨਾਲ ਜੁੜੇ ਵਿਧਾਇਕਾਂ ਨੂੰ ਅਕਾਲੀ ਦਲ ਦੇ ਖਾਸ ਕਰਕੇ ਮਾਸਟਰ ਤਾਰਾ ਸਿੰਘ ਦੇ ਵਿਰੁੱਧ ਮੋਹਰੇ ਬਣਾ ਕੇ ਵਰਤਨ ਦੀ ਰਾਜਸੀ ਸ਼ਤਰੰਜ ਸਫਲਤਾ ਨਾਲ ਖੇਡੀ ਗਈ। ਸਿੱਖ ਜਨਤਾ ਦਾ ਰੋਹ। ਇਸ ਦੌਰ ਦੀ ਅਹਿਮ ਗੱਲ ਇਹ ਸੀ ਕਿ ਆਮ ਸਿੱਖ ਸੰਗਤਾਂ ਦੇ ਮਨਾਂ ਅੰਦਰ ਭਾਰਤ ਦੇ ਹਿੰਦੂ ਹਾਕਮਾਂ ਦੀਆਂ ਪੰਥ ਦੋਖੀ ਨੀਤੀਆਂ ਵਿਰੁੱਧ ਰੋਸ ਤੇ ਗੁੱਸੇ ਦੀਆਂ ਭਾਵਨਾਵਾਂ ਨਿਰੰਤਰ ਪ੍ਰਚੰਡ ਹੋ ਰਹੀਆਂ ਸਨ ਅਤੇ ਉਹ ਹਕੂਮਤੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦੇ ਰੋਹ ਵਿੱਚ ਸਨ। ਉਹਨਾਂ ਨੂੰ ਜਦ ਵੀ ਮੌਕਾ ਜੁੜਿਆ ਤਾਂ ਉਹਨਾਂ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਕਾਂਗਰਸ ਪਾਰਟੀ ਨੇ ਦਸੰਬਰ 1955 ਦੇ ਅਖੀਰ ਵਿੱਚ ਅੰਮ੍ਰਿਤਸਰ ਵਿਖੇ ਆਪਣਾ ਕੁੱਲ ਹਿੰਦ ਸਾਲਾਨਾ ਸਮਾਗਮ ਕਰਨ ਦਾ ਪ੍ਰੋਗਰਾਮ ਮਿੱਥਿਆ ਹੋਇਆ ਸੀ, ਜਿਸ ਨੂੰ ਬਾਅਦ ਵਿੱਚ ਫਰਵਰੀ ਤੱਕ ਅੱਗੇ ਪਾ ਦਿੱਤਾ ਗਿਆ। ਅਕਾਲੀ ਦਲ ਨੇ ਕਾਂਗਰਸੀ ਆਗੂਆਂ ਨੂੰ ਸਿੱਖ ਸੰਗਤਾਂ ਦੇ ਜਜ਼ਬਾਤਾਂ ਦੇ ਦਰਸ਼ਨ ਕਰਵਾਉਣ ਲਈ ਉਸੇ ਹੀ ਮੌਕੇ ਅੰਮ੍ਰਿਤਸਰ ਵਿਖੇ ਆਪਣੀ ਸਾਲਾਨਾ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ। ਉੱਧਰ ਮਹਾ ਪੰਜਾਬ ਸੰਮਤੀ ਦੇ ਫੱਟੇ ਹੇਠ ਇਕੱਠੀਆਂ ਹੋਈਆਂ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਨੇ ਵੀ ਇਸੇ ਹੀ ਆਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਮੁਕਾਬਲੇ ਤੇ ਆਪਣਾ ਸਮਾਗਮ ਰਚਣ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਨਿਰਪੱਖ ਦਰਸ਼ਕਾਂ ਨੂੰ ਆਪਸੀ ਤਾਕਤ ਅਜ਼ਮਾਈ ਵਿੱਚ ਉਲਝੀਆਂ ਤਿੰਨੋਂ ਰਾਜਸੀ ਸ਼ਕਤੀਆਂ ਦੀ ਤਾਕਤ ਦਾ ਅਨੁਮਾਨ ਲਾਉਣ ਦਾ ਢੁਕਵਾਂ ਮੌਕਾ ਜੁੜ ਗਿਆ। ਲਗਭਗ ਸਾਰੇ ਬੇਲਾਗ ਪੱਤਰਕਾਰਾਂ ਤੇ ਨਿਰਪੱਖ ਦਰਸ਼ਕਾਂ ਨੇ ਇਹ ਗੱਲ ਨਿਝੱਕ ਹੋ ਕੇ ਮੰਨੀ ਕਿ ਸਿੱਖਾਂ ਦਾ ਇਕੱਠ ਲਾਮਿਸਾਲ ਤੇ ਇਸ ਦੀ ਠੁੱਕ ਲਾਜਵਾਬ ਸੀ। ਕਾਨਫਰੰਸ ਤੋਂ ਪਹਿਲਾਂ ਜਦ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਰੋਹ ਵਿੱਚ ਜੈਕਾਰੇ ਗੁਜਾਉਂਦੀਆਂ ਸਿੱਖ ਸੰਗਤਾਂ ਕਤਾਰਾਂ ਬੰਨ੍ਹ ਕੇ ਗੁਜ਼ਰੀਆਂ ਤਾਂ ਜੋਸ਼ ਅਤੇ ਜ਼ਬਤ ਦਾ ਇਹ ਸੁਮੇਲ ਅਜਿਹਾ ਅਲੌਕਿਕ ਨਜ਼ਾਰਾ ਪੇਸ਼ ਕਰਦਾ ਸੀ ਕਿ ਦੇਸ਼ ਦੇਸ਼ਾਂਤਰਾਂ ਤੋਂ ਆਏ ਨਾਮਾ ਨਿਗਾਰਾਂ ਨੂੰ ਇਸ ਦੀ ਪੇਸ਼ਕਾਰੀ ਲਈ ਫੱਬਵੇਂ ਸ਼ਬਦ ਨਹੀਂ ਸਨ ਜੁੜ ਰਹੇ। ਹਿੰਦੂ ਤਾਕਤਾਂ ਨੇ ਵੀ ਲਾਮਬੰਦੀ ਲਈ ਪੂਰੀ ਵਾਹ ਲਾ ਦਿੱਤੀ ਸੀ, ਪਰ ਉਹਨਾਂ ਦਾ ਇਕੱਠ ਗਿਣਤੀ ਦੇ ਲਿਹਾਜ਼ ਨਾਲ ਸਿੱਖਾਂ ਦੇ ਇਕੱਠ ਦੇ ਮੁਕਾਬਲੇ ਕਿਤੇ ਊਣਾ ਸੀ ਅਤੇ ਜੋਸ਼ ਅਤੇ ਜਜ਼ਬੇ ਪੱਖੋਂ ਉਸ ਦਾ ਰੰਗ ਕਿਤੇ ਫਿੱਕਾ ਸੀ। ਕਾਂਗਰਸ ਦੀ ਕਨਵੈਨਸ਼ਨ ਤਾਂ ਸਿੱਖ ਜਨਤਾ ਦੇ ਜੋਸ਼ੀਲੇ ਇਕੱਠ ਦੇ ਸਾਹਮਣੇ ਬਹੁਤ ਹੀ ਹਲਕਾ ਪ੍ਰਭਾਵ ਦੇ ਰਹੀ ਸੀ। ਹਿੰਦੂ ਰਕਸ਼ਾ ਅੰਦੋਲਨ ਦੇ ਦੌਰਾਨ ਹਿੰਦੂ ਅੰਦੋਲਨਕਾਰੀਆਂ ਦੁਆਰਾ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਵਿਰੁੱਧ ਕੀਤੀ ਕੋਝੀ ਛੇੜਛਾੜ ਵਿਰੁੱਧ ਅਕਾਲੀ ਦਲ ਵੱਲੋਂ ਦਿੱਤੇ ਗਏ ਰੋਸ ਹੜਤਾਲ ਦੇ ਸੱਦੇ ਨੂੰ ਪੰਜਾਬ ਅਤੇ ਦਿੱਲੀ ਦੇ ਸਮੁੱਚੇ ਸਿੱਖ ਜਗਤ ਨੇ ਪੂਰਾ ਭਰਵਾਂ ਹੁੰਗਾਰਾ ਦਿੱਤਾ। ਕਾਂਗਰਸੀ ਆਗੂਆਂ ਵੱਲੋਂ ਰੀਜਨਲ ਫਾਰਮੂਲੇ ਨੂੰ ਲਾਗੂ ਕਰਨ ਤੋਂ ਕੀਤੀ ਜਾ ਰਹੀ ਟਾਲ ਮਟੋਲ ਤੋਂ ਦੁਖੀ ਹੋ ਕੇ ਅਕਾਲੀ ਦਲ ਨੇ ਆਖਰ ਅੰਮ੍ਰਿਤਸਰ ਵਿਖੇ 12 ਅਕਤੂਬਰ 1958 ਪੰਜਾਬੀ ਸੂਬਾ ਕਾਨਫਰੰਸ ਸੱਦ ਲਈ। ਇਸ ਕਾਨਫਰੰਸ ਅੰਦਰ ਹਰ ਵਰਗ ਦੇ ਸਿੱਖਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ ਅਤੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਕਰਨ ਦੀ ਵਚਨਬੱਧਤਾ ਪ੍ਰਗਟਾਈ। ਸੰਤ ਫਤਿਹ ਸਿੰਘ, ਜੋ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਸਨ, ਨੇ ਸੰਗਤਾਂ ਸਾਹਮਣੇ ਪੰਜਾਬੀ ਸੂਬੇ ਦੇ ਸੰਕਲਪ ਅਤੇ ਸੰਘਰਸ਼ ਦਾ ਵਿਚਾਰ ਨਕਸ਼ਾ ਰੱਖਿਆ। ਸੰਤ ਫਤਿਹ ਸਿੰਘ ਦੇ ਅਕਾਲੀ ਰਾਜਨੀਤੀ ਦੇ ਦ੍ਰਿਸ਼ ਤੇ ਖੁੱਲ੍ਹ ਕੇ ਪ੍ਰਗਟ ਹੋਣ ਦਾ ਇਹ ਪਹਿਲਾ ਮੌਕਾ ਸੀ। ਇਸ ਤੋਂ ਪਹਿਲਾਂ ਉਹ ਜ਼ਿਆਦਾ ਕਰਕੇ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਬੁੱਢਾ ਜੋੜ ਅੰਦਰ ਧਾਰਮਿਕ ਤੇ ਸਮਾਜ ਸੇਵੀ ਸਰਗਰਮੀਆਂ ਵਿੱਚ ਹੀ ਮਸਰੂਫ ਰਹੇ ਸਨ। ਭਾਵੇਂ ਉਹਨਾਂ ਨੂੰ ਸਰਗਰਮ ਰਾਜਨੀਤੀ ਵੱਲ ਪ੍ਰੇਰਨ ਵਾਲੇ ਮਾਸਟਰ ਤਾਰਾ ਸਿੰਘ ਹੀ ਸਨ, ਪਰੰਤੂ ਸੰਤ ਜੀ ਦਾ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਸੁਭਾਅ ਮਾਸਟਰ ਜੀ ਨਾਲੋਂ ਕਾਫੀ ਅਲੱਗ ਸੀ। ਮਾਸਟਰ ਜੀ ਬੇਸ਼ੱਕ ਖੁੱਲ੍ਹ ਕੇ ਸਿੱਖ ਬਹੁਗਿਣਤੀ ਵਾਲੇ ਸੂਬੇ ਦੀ ਗੱਲ ਨਹੀਂ ਸਨ ਕਰਦੇ ਅਤੇ ਜਨਤਕ ਤੌਰ ਤੇ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਸਥਾਪਨਾ ਦੀ ਮੰਗ ਨਾਲ ਹੀ ਵਚਨਬੱਧਤਾ ਪ੍ਰਗਟਾਉਂਦੇ ਸਨ,
पर उन्हां दे बयानां ते विख्यानां चों उन्हां दे दिली भाव पढ़ने कोई मुश्किल नहीं सन। अंदरले मनो ਉਹ ਭਾਰਤ ਦੇ अंदर ही सिख पंथ ਦੀ खुद मुख्तियारी वाले सूबे अर्थात सिख होमलैंड ਦੇ मुद्दई सन, पर ਉਹ खुल के ਇਹ गल कहण ਤੋਂ ਝਿਜਕਦੇ सन। उंज उन्हां दी ਇਹ दिली इच्छा ते भाव प्रगट होणों नहीं सन रहिंदे। मास्टर जी दे विरोधियां ने पंथ दे अंदरलियां ते बाहरलियां दोनां ने ही उन्हां दी इस कमज़ोरी दा खूब फायदा उठाया ਅਤੇ उन्हां नूं वार-वार सफाइयां देण लई मजबूर करके राजनीतिक ਅਤੇ मानसिक परेशानियां विच पाई रखिया। इस दे उल्ट संत फतेह सिंह पंजाबी सूबे दे मसले नूं सिख मसला बनाउण दी थां ਸਮੁੱਚੇ ਪੰਜਾਬੀ ਭਾਈਚਾਰੇ ਦਾ ਸਾਂਝਾ ਮਸਲਾ ਬਣਾਉਣ ਦੀ ਸੈਕੂਲਰ ਸੋਚ ਰੱਖਦੇ ਸਨ ਅਤੇ ਇਸ ਮੰਤਵ ਲਈ ਪੰਜਾਬ ਦੇ ਹਿੰਦੂ ਭਾਈਚਾਰੇ ਨਾਲ ਸਾਂਝ ਅਤੇ ਦੋਸਤੀ ਗੰਢਣ ਦੇ ਕਾਰਜ ਨੂੰ ਖਾਸ ਮਹੱਤਤਾ ਦਿੰਦੇ ਸਨ। ਇਸ ਕਰਕੇ ਦੇਸ਼ ਭਰ ਦੀਆਂ ਖੱਬੇ ਪੱਖੀ ਅਤੇ ਅਖੌਤੀ ਅਗਾਂਹ ਵਧੂ ਤਾਕਤਾਂ ਨੇ ਪੰਜਾਬੀ ਸੂਬੇ ਬਾਰੇ ਸੰਤ ਫਤਿਹ ਸਿੰਘ ਦੇ ਵਿਚਾਰਾਂ ਤੇ ਭਾਵਨਾਵਾਂ ਨੂੰ ਪੁੱਜ ਕੇ ਸਲਾਹਿਆ। ਉਹਨਾਂ ਸੰਤ ਨੂੰ ਹਿੰਦੂ ਸਿੱਖ ਏਕਤਾ ਦੇ ਮਸੀਹਾ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂ ਹਾਕਮਾਂ ਨੇ ਅਕਾਲੀ ਦਲ ਦੀ ਅੰਮ੍ਰਿਤਸਰ ਕਾਨਫਰੰਸ 12 ਅਕਤੂਬਰ 1958 ਨੂੰ ਖਤਰੇ ਦੀ ਘੰਟੀ ਵਜੋਂ ਜਾਣਿਆ। ਪੰਜਾਬੀ ਸੂਬੇ ਲਈ ਸੰਘਰਸ਼ ਦੇ ਐਲਾਨ ਨੇ ਹੁਕਮਰਾਨ ਹਲਕਿਆਂ ਅੰਦਰ ਘਬਰਾਹਟ ਪੈਦਾ ਕਰ ਦਿੱਤੀ। ਅਗਲੇ ਹੀ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਾਲਾਨਾ ਚੋਣ ਹੋਣ ਜਾ ਰਹੀ ਸੀ। ਹਰ ਵੰਨਗੀ ਦੀਆਂ ਪੰਥ ਦੋਖੀ ਤਾਕਤਾਂ ਮਾਸਟਰ ਤਾਰਾ ਸਿੰਘ ਕੋਲੋਂ ਪ੍ਰਧਾਨਗੀ ਦਾ ਅਹੁਦਾ ਖੋਹਣ ਲਈ एकजुट हो गईयां ते इस दे लई उन्हां अपणियां सारियां शक्तियां झोक दित्तियां। इसे ही समय दौरान प्रताप सिंह कैरों ने कांग्रेस विधायक दल अंदर अपनी धड़ेबंदक खैबाजी चों ਗਿਆਨੀ ਕਰਤਾਰ ਸਿੰਘ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਸੀ। ਉਸ ਕੋਲੋਂ ਮਾਲ ਮਹਿਕਮਾ ਖੋ ਕੇ ਉਸ ਨੂੰ ਖੇਤੀ ਤੇ ਮੱਛੀ ਪਾਲਣ ਦਾ ਕਾਰਜ ਸੌਂਪ ਦਿੱਤਾ ਗਿਆ ਸੀ। ਇਸ ਤਰ੍ਹਾਂ ਬਿਪਤਾ ਮੂੰਹ ਆਏ ਗਿਆਨੀ ਕਰਤਾਰ ਸਿੰਘ ਲਈ ਆਪਣੀ ਵਿਗੜੀ ਸੰਵਾਰਨ ਦਾ ਇਸ ਤੋਂ ਸੁਨਹਿਰਾ ਮੌਕਾ ਹੋਰ ਕੀ ਹੋ ਸਕਦਾ ਸੀ। ਹਿੰਦੂ ਹਾਕਮਾਂ ਦੀ ਖੁਸ਼ਨੁਦੀ ਹਾਸਲ ਕਰਨ ਲਈ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਢਾਹ ਲਾਉਣ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਸੀ। ਇਸ ਤਰ੍ਹਾਂ ਪੰਥ ਵਿਰੋਧੀ ਮੁਹਾਜ਼ ਦੀਆਂ ਜੀ ਤੋੜ ਕੋਸ਼ਿਸ਼ਾਂ ਨਾਲ ਮਾਸਟਰ ਤਾਰਾ ਸਿੰਘ ਨੂੰ 16 ਨਵੰਬਰ 1958 3 ਵੋਟਾਂ ਦੇ ਫਰਕ 77-74 ਨਾਲ ਹਰਾ ਕੇ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਟ੍ਰਿਬਿਊਨ ਸਮੇਤ ਸਾਰੀ ਦੀ ਸਾਰੀ ਹਿੰਦੂ ਪ੍ਰੈਸ ਨੇ ਮਾਸਟਰ ਤਾਰਾ ਸਿੰਘ ਦੀ ਹਾਰ ਉੱਤੇ ਖੁਸ਼ੀਆਂ ਮਨਾਈਆਂ। ਹਰ ਕਿਸਮ ਦੇ ਸਰਕਾਰੀ ਦਬਾਅ ਅਤੇ ਹੱਥਕੰਡੇ ਵਰਤ ਕੇ ਕੇਵਲ 3 ਵੋਟਾਂ ਦੇ ਫਰਕ ਨਾਲ ਹਾਸਲ ਕੀਤੀ ਜਿੱਤ ਨੂੰ ਹੋਛੇ ਢੰਗ ਨਾਲ ਪੰਜਾਬੀ ਸੂਬੇ ਦੀ ਮੰਗ ਦੇ ਖਿਲਾਫ ਇੱਕ ਫਤਵੇ ਵਜੋਂ ਪੇਸ਼ ਕੀਤਾ ਗਿਆ। ਮਾਸਟਰ ਤਾਰਾ ਸਿੰਘ ਨੇ ਅਸਲ ਵਿੱਚ ਸਮੁੱਚੇ ਪੰਥ ਨੇ ਹੀ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਦੇ ਇਸ ਹੋਛੇ ਦਾਅਵੇ ਨੂੰ ਵੰਗਾਰ ਦੀ ਭਾਵਨਾ ਨਾਲ ਲੈਂਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਆਮ ਚੋਣਾਂ ਜਨਵਰੀ 1960 ਪੰਜਾਬੀ ਸੂਬੇ ਦੇ ਮੁੱਦੇ ਤੇ ਹੀ ਲੜੀਆਂ। ਕਾਂਗਰਸੀਆਂ, ਕਮਿਊਨਿਸਟਾਂ ਅਤੇ ਪੰਥ ਅੰਦਰਲੇ ਭਗੌੜੇ ਅਨਸਰਾਂ ਨੇ ਆਪਣੇ ਪੰਥ ਵਿਰੋਧੀ ਮੁਹਾਜ਼ ਨੂੰ ਸਾਧ ਸੰਗਤ ਬੋਰਡ ਦਾ ਨਾਉਂ ਦਿੰਦਿਆਂ ਹੋਇਆਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ, ਪਰ ਨੰਗੇ ਸਰਕਾਰੀ ਦਖਲ ਦੇ ਬਾਵਜੂਦ ਸਾਧ ਸੰਗਤ ਬੋਰਡ ਮੁਸ਼ਕਲ ਨਾਲ ਆਪਣੇ 4 ਉਮੀਦਵਾਰ ਹੀ ਸਫਲ ਕਰਾ ਸਕਿਆ। ਅਕਾਲੀ ਦਲ ਦੇ ਉਮੀਦਵਾਰਾਂ ਨੇ 132 ਸੀਟਾਂ ਤੇ ਵੱਡੇ ਫਰਕ ਨਾਲ ਜਿੱਤਾਂ ਹਾਸਲ ਕੀਤੀਆਂ। 14 ਮਹੀਨੇ ਪਹਿਲਾਂ ਮਾਸਟਰ ਤਾਰਾ ਸਿੰਘ ਦੀ ਹਾਰ ਨੂੰ ਪੰਜਾਬੀ ਸੂਬੇ ਦੀ ਮੰਗ ਵਿਰੁੱਧ ਫਤਵਾ ਕਹਿਣ ਦਾ ਹੋਛਾਪਣ ਦਿਖਾਉਣ ਵਾਲੇ ਟ੍ਰਿਬਿਊਨ ਅਖਬਾਰ ਨੂੰ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਹੀ ਜੀ ਭਿਆਣੇ ਹੋ ਕੇ ਇਹ ਕਹਿਣਾ ਪੈ ਗਿਆ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਨੂੰ ਰਾਜਨੀਤਿਕ ਮਾਮਲਿਆਂ ਬਾਰੇ ਇੱਕ ਫਤਵਾ ਨਹੀਂ ਸਮਝਿਆ ਜਾ ਸਕਦਾ। ਅਕਾਲੀ ਦਲ ਦੀ ਟਿਕਟ ਤੇ ਕਾਮਯਾਬ ਹੋਏ ਸ਼੍ਰੋਮਣੀ ਕਮੇਟੀ ਦੇ ਸਾਰੇ 132 ਮੈਂਬਰਾਂ ਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ 24 ਜਨਵਰੀ 1960 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਇਹ ਪ੍ਰਣ ਲਿਆ ਕਿ ਉਹ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਆਪਣਾ ਤਨ, ਮਨ ਤੇ ਧਨ ਨਿਛਾਵਰ ਕਰ ਦੇਣਗੇ। ਸਿੱਖਾਂ ਦੇ ਹਿਰਦੇ ਕਾਂਗਰਸੀ ਹਾਕਮਾਂ ਦੀਆਂ ਪੰਥ ਦੋਖੀ ਨੀਤੀਆਂ ਤੇ ਕਾਰਵਾਈਆਂ ਖਿਲਾਫ ਤਪੇ ਪਏ ਸਨ। ਦਸੰਬਰ 1958 ਵਿੱਚ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਬੁਲਾਈ ਕਾਨਫਰੰਸ ਅਤੇ ਸਭਨਾਂ ਸਰਕਾਰੀ ਰੋਕਾਂ ਨੂੰ ਨਾਕਾਮ ਕਰਕੇ 15 ਮਾਰਚ 1959 ਨੂੰ ਦਿੱਲੀ ਵਿਖੇ ਕੱਢੇ ਗਏ ਮੌਨ ਜਲੂਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦੀ ਪੁਰਜੋਸ਼ ਸ਼ਮੂਲੀਅਤ ਤੋਂ ਸਿੱਖ ਰੌਂ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਸੀ। ਸਿੱਖ ਜਨਤਾ ਦੀ ਤਰਫੋਂ ਮਿਲੇ ਇਸ ਉਤਸ਼ਾਹੀ ਹੁੰਗਾਰੇ ਨੇ ਮਾਸਟਰ ਤਾਰਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਡਿੱਗੇ ਹੋਏ ਹੌਸਲੇ ਮੁੜ ਬੁਲੰਦ ਕਰ ਦਿੱਤੇ।
ਕਾਂਗਰਸੀ ਹਾਕਮਾਂ ਖਿਲਾਫ ਸੰਘਰਸ਼ ਦਾ ਬਿਗਲ ਵਜਾਉਣ ਦਾ ਇਸ ਤੋਂ ਵੱਧ ਢੁਕਵਾਂ ਤੇ ਸਾਜ਼ਗਾਰ ਮੌਕਾ ਹੋਰ ਕੋਈ ਨਹੀਂ ਸੀ ਹੋ ਸਕਦਾ। ਮੌਕੇ ਦੀ ਲੋੜ ਤੇ ਰੌਂ ਨੂੰ ਭਾਂਪਦਿਆਂ ਹੋਇਆਂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੇ ਮਸਲੇ ਤੇ ਕਾਂਗਰਸੀ ਹਾਕਮਾਂ ਨਾਲ ਦੋ ਹੱਥ ਕਰਨ ਦਾ ਮਨ ਬਣਾ ਲਿਆ। ਇਸ ਮੰਤਵ ਵਾਸਤੇ ਅਕਾਲੀ ਦਲ ਨੂੰ ਮੁਰਦਾ ਹੋ ਚੁੱਕੇ ਅਕਾਲੀ ਕਾਂਗਰਸ ਸਮਝੌਤੇ ਦੇ ਬੰਧਨਾਂ ਤੋਂ ਰਸਮੀ ਤੌਰ ਤੇ ਮੁਕਤ ਕਰਨਾ ਪਹਿਲੀ ਤੇ ਜ਼ਰੂਰੀ ਲੋੜ ਸੀ। ਹੋਲਾ ਮਹੱਲਾ ਦੇ ਮੌਕੇ ਅਨੰਦਪੁਰ ਸਾਹਿਬ ਵਿਖੇ ਜੁੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 1957 ਦੀਆਂ ਚੋਣਾਂ ਵਿੱਚ ਕਾਂਗਰਸੀ ਟਿਕਟਾਂ ਤੇ ਕਾਮਯਾਬ ਹੋਏ ਆਪਣੇ ਸਾਰੇ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਨੂੰ ਤੁਰੰਤ ਕਾਂਗਰਸ ਵਿਧਾਇਕ ਦਲ ਤੋਂ ਅਲੱਗ ਹੋ ਜਾਣ ਦੇ ਨਿਰਦੇਸ਼ ਜਾਰੀ ਕਰ ਦਿੱਤੇ। परंतु 24 ਵਿੱਚੋਂ सिर्फ 5 विधायकों सरदार आत्मा सिंह, सरदार सरੂਪ सिंह, सरदार हरगुरनाथ सिंह, सरदार उधम सिंह ते मास्टर प्रताप सिंह ने ही इन्हां निर्देशों ते फुल चढ़ाए। बाकी दे 19 विधायकों ते तीनों पार्लीमेंट मैंबरां जिन्हां विच सरदार हुकम सिंह ते सरदार अजीत सिंह सरहदी भी शामिल सन ने इन्हां निर्देशों की पालना करन तो इनकारी हुंदियां कांग्रेस पार्टी दे ही मैंबर बने रहना पसंद किया। अकाली राजनीति अंदर 10 सालां दे वक्फे अंदर दूजी वार वापरिया यह हादसा कोई मामूली गल नहीं सी। यह पंथ अंदर समूहक हितां लई व्यक्तिगत मुफादां नूं लत्त मार देण दीआं खालसई रवायतां दे कुमला जाण अते निजी प्राप्तियां दीआं लालसा अधीन पंथ दे हितां नूं बेदावा दे जाण दीआं बिमार रुचियां दे बेलगाम हो तुरन दा चेतावनी भरिया संदेश सी। मास्टर तारा सिंह ने पंजाबी सूबे के पक्ष विच होर वध विशाल लोक राय लामबंद करन लई 22 मई 1960 ਨੂੰ एक पंजाबी सूबा कन्वेंशन बुलाई, जिस विच कुछ गैर सरकारी राजसी दलों के आगुआं ने भी हिस्सा लिया। पंडित सुंदर लाल की प्रधानगी हेठ हुई इस कन्वेंशन अंदर डॉक्टर सैफुद्दीन किचलू वर्गियां मन्नियां परमन्नियां हस्तियां ने पंजाबी सूबे की हमायत विच प्रभावशाली तकरीरां कीतियां। इस नाल अकाली आगुआं नूं तकड़ी नैतिक हल्लाशेरी मिली। अकाली दल वालों पंजाबी सूबे के पक्ष विच कीती गई सफल लामबंदी ने कांग्रेसी आगुआं उत्ते अपना असर दिखाउणा शुरू कर दिता। उन्हां दा हताशपुणा अकाली लीडरशिप विरुद्ध बेहुदा बयानबाजी के रूप विच प्रगट होण लगा। दरबारा सिंह जो उस वेले पंजाब कांग्रेस का प्रधान सी ने अकाली आगुआं विरुद्ध बेहुदा इल्जामबाजी की कांग्रेसी परंपरा का श्री गणेश करदियां कन्वेंशन अंदर कुछ मुस्लिम हस्तियां की शमूलीयत नूं आधार बना के मास्टर तारा सिंह उत्ते पाकिस्तान नाल रल के देश विरुद्ध साजिश रचन का दोष मढ़ दिता। सो अज असीं यह किताब पन्ना नंबर 168 तक ही पढ़ांगे। धन्नवाद जी। वाहिगुरू जी का खालसा, वाहिगुरू जी की फतेह।